ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਬਲਕਾਰ ਸਿੰਘ ਜੀ। ਬਲਕਾਰ ਜੀ, ਪੰਜਾਬ ਦੀ ਧਰਤੀ ਤੇ ਨਵੀਆਂ ਗੱਲਾਂ, ਨਵੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਨ੍ਹਾਂ ਦਾ ਆਪਾਂ ਜ਼ਿਕਰ ਕਰਨਾ ਹੈ। ਦੁਨੀਆ ਦੇ ਵਿੱਚ ਵੀ ਕਈ ਐਸੀਆਂ ਘਟਨਾਵਾਂ ਨੇ ਜਿਨ੍ਹਾਂ ਦਾ ਸਿੱਧਾ ਸੰਬੰਧ ਸਾਡੇ ਪੰਜਾਬ ਨਾਲ ਹੈ, ਭਾਰਤ ਨਾਲ ਹੈ, ਉਹਦਾ ਵੀ ਆਪਾਂ ਜ਼ਿਕਰ ਜ਼ਰੂਰ ਕਰਨਾ ਹੈ। ਸ਼ੁਰੂਆਤ ਕਰਦੇ ਹਾਂ ਅਮਰੀਕਾ ਦੀ ਧਰਤੀ ਤੋਂ। ਜ਼ਰੂਰ। ਇੱਕ ਲਵਾਰਿਸ ਟਰਾਲਾ, 50 ਤੋਂ ਵੱਧ ਉਹਦੇ ਵਿੱਚ ਡੈਡ ਬੋਡੀਜ਼, ਔਰ ਗਰਮੀ ਦੇ ਕਾਰਨ ਦਮ ਘੁੱਟ ਗਿਆ ਕਿਉਂਕਿ ਮੈਕਸੀਕੋ ਤੋਂ ਲੈ ਕੇ ਆ ਰਹੇ ਸੀ ਉਹਨਾਂ ਨੂੰ। ਸ਼ਾਇਦ ਇਲੀਗਲ ਐਂਟਰੀ ਸੀ। ਬਾਈਡਨ ਸਾਹਿਬ ਨੇ ਵੀ ਇਹਦਾ ਨੋਟਿਸ ਲਿੱਤਾ ਹੈ। ਇਹ ਘਟਨਾ ਬਹੁਤ ਜ਼ਿਆਦਾ ਮਗੀ ਹੋਈ ਹੈ ਤੇ ਭਾਰਤੀ ਭਾਈਚਾਰਾ ਬਹੁਤ ਜ਼ਿਆਦਾ ਡਿਸਟਰਬਡ ਆ। ਹਾਂ ਖੰਨਾ ਜੀ, ਵੈਸੇ ਇਹ ਬੜੀ ਵੱਡੀ ਦਰਦਨਾਕ ਘਟਨਾ ਵਾਪਰੀ ਹੈ ਜੀ, ਔਰ ਖਾਸ ਕਰਕੇ ਉਹਨਾਂ ਲੋਕਾਂ ਨਾਲ ਜਿਹੜੇ ਪ੍ਰਵਾਸੀ, ਜਿਹੜੇ ਬਾਹਰਲੇ ਦੇਸ਼ਾਂ 'ਚ ਸੈਟਲ ਹੋਣਾ ਚਾਹੁੰਦੇ ਆ ਔਰ ਉਹ ਵਾਇਆ ਮੈਕਸੀਕੋ ਆਉਣਾ ਚਾਹ ਰਹੇ ਸੀ। ਸ਼ਾਇਦ ਉੱਧਰੋਂ ਹੀ ਟਰਾਲਾ ਆਇਆ ਔਰ ਉੱਥੇ ਉਸ ਇਲਾਕੇ ਦੀ ਇੱਕ ਸੁੰਨਮਸਾਨ ਸੜਕ ਆ ਜਿੱਥੇ ਉਹ ਟਰਾਲਾ ਰੁਕਿਆ ਔਰ ਉੱਥੇ ਉਹ AC ਟਰਾਲਾ ਸੀ ਪਰ AC ਉਹਦਾ ਚੱਲਦਾ ਨਹੀਂ ਸੀ। ਉਹ ਚੀਕ ਝਾੜਾ ਪਿਆ ਗਰਮੀ ਨਾਲ, ਪਾਣੀ ਤੋਂ ਬਗੈਰ ਕਈ ਚੀਜ਼ਾਂ ਜਿਹੜੀਆਂ ਨਹੀਂ ਮੁਹੱਈਆ ਹੋਇਆ। ਉਹ ਭੁੱਖੇ ਪਾਣੀ ਉੱਥੇ ਚੀਕਾਂ ਮਾਰਦੇ ਰਹੇ ਤੇ ਜਦੋਂ ਚੀਕਾਂ ਮਾਰਦੇ ਰਹੇ ਤਾਂ ਉੱਥੋਂ ਪੁਲਿਸ ਵਾਲਿਆਂ ਨੂੰ ਪਤਾ ਲੱਗਾ। ਇੱਕ ਪੁਲਿਸ ਆਫੀਸਰ ਉੱਥੇ ਪਹੁੰਚਿਆ ਤੇ ਪਹੁੰਚਣ ਤੋਂ ਬਾਅਦ ਫਿਰ ਉਹਨੇ ਵੇਖਿਆ ਕਿ ਉਹ ਬੰਦੇ ਉਦੋਂ ਤੱਕ ਤਾਂ ਖਤਮ ਹੋ ਗਏ ਸੀਗੇ ਤੇ 2-3 ਜਿਹੜੇ ਬਚਦੇ ਸੀ, ਵਿੱਚ 4 ਬੱਚੇ ਵੀ। ਉਹਨਾਂ ਇਮੀਡੀਏਟ ਕਿਤੇ ਹਸਪੀਟਲ 'ਚ ਲੈ ਕੇ ਆਏ ਜਿਹਦੇ 'ਚ ਉਹਨਾਂ ਨੇ ਉੱਥੇ ਐਡਮਿਟ ਕੀਤਾ, ਪਰ ਉਹ ਬੱਚੇ ਵੀ ਮਰ ਗਏ ਜਿਹੜੇ ਨਾਲ 4 ਸੀਗੇ ਔਰ ਬਾਕੀ ਜਿਹੜੇ 12 ਹੋਰ ਦਰਜਨ ਹੈਗੇ ਉਹ ਅਜੇ ਜ਼ੇਰੇ ਇਲਾਜ ਹੈ। ਔਰ ਇਹ ਬੜਾ ਵੱਡਾ ਹਾਦਸਾ ਹੋਇਆ ਔਰ ਇਸ ਤਰ੍ਹਾਂ ਦਾ ਸੜਕ 'ਤੇ ਚੱਲਦਿਆਂ ਹਾਦਸਾ ਇੱਕ ਐਸੇ ਦੇਸ਼ ਵਿੱਚ ਹੋਇਆ ਜਿੱਥੇ ਉਹ ਮਨੁੱਖਤਾ ਨਾਲ ਬਿਲਕੁਲ ਬਹੁਤ ਵੱਡਾ ਪਿਆਰ ਕਰਦੇ ਆ, ਆਦਮੀ ਨੂੰ ਮਰਨ ਨਹੀਂ ਦਿੰਦੇ। ਉਹ ਜਦੋਂ ਕਿ ਭਾਰਤ ਵਿੱਚ ਕਈ ਵਾਰੀ ਅਸੀਂ ਇੰਨੀ ਕੁ ਲਾਪਰਵਾਹੀ ਕਰ ਜਾਂਦੇ ਹਾਂ ਜੀ, ਪਰ ਇਹਨਾਂ ਨੇ ਜਿਹੜੇ ਅਮਰੀਕਨ ਲੋਕ ਨੇ ਇਸ ਕੰਮ ਲਈ ਬਹੁਤ ਵਧੀਆ ਕਿ ਬੰਦੇ ਨੂੰ ਛੇਤੀ ਮਰ ਨਹੀਂ ਦਿੰਦੇ। ਔਰ ਉਹ ਬੰਦੇ ਜਿਹੜੇ ਆਏ ਆ ਉਹ ਤਾਂ ਇੱਕ ਕੰਮ ਦੀ ਭਾਲ 'ਚ ਆਏ ਆ। ਉਹਦੇ ਵਿੱਚ ਹੋ ਸਕਦਾ ਹੁਣ ਆਇਡੈਂਟੀਫਾਈ ਹੋਏਗਾ ਕਿ ਪੰਜਾਬੀ ਕਿੰਨੇ ਆ, ਇੰਡੀਆ ਦੇ ਕਿੰਨੇ ਆ, ਕੇਰਲਾ ਤੋਂ, ਮਦਰਾਸ ਤੋਂ ਕਿੰਨੇ ਆ, ਬਹੁਤ ਲੋਕ ਇੱਧਰੋਂ ਵੀ ਜਾਂਦੇ ਆ। ਔਰ ਇਹ ਇੱਕ ਬਹੁਤ ਵੱਡਾ ਉਹ ਡੌਂਕੀ, ਇੱਕ ਕੁਝ ਡੌਂਕੀ ਲੱਗਦੀ ਹੈ, ਡੌਂਕੀ ਲੈ ਕੇ ਜਾਂਦੇ ਉਹਨਾਂ ਨੂੰ ਪਨਾਮਾ ਜੰਗਲ ਵਿੱਚ ਦੀ। ਔਰ ਉਹ ਸ਼ਾਇਦ ਉੱਧਰ ਦੀ ਗਏ ਪਹਿਲੋਂ, ਫਿਰ ਕੋਈ ਟਰਾਲਾ ਉਹਨਾਂ ਲਿਆ, ਟਰਾਲੇ ਦੇ ਵਿੱਚ ਬਹਿ ਕੇ ਬਹਾਨਾ ਬਣਾਇਆ ਜਾਣ ਦਾ। ਉਹ ਇਸ ਤਰੀਕੇ ਨਾਲ ਜਾ ਰਹੇ ਸੀ ਤੇ ਮਰ ਗਏ ਨਿਆਈ ਮੌਤੇ। ਇਨਜਸਟਿਸ ਵੀ ਹੈ ਉਹਨਾਂ ਨਾਲ ਔਰ ਉਹਨਾਂ 'ਚ ਇਸ ਤਰ੍ਹਾਂ ਦਾ ਵੀ ਹੈਗਾ, ਕੁਦਰਤ ਦੀ ਕਰੋਪੀ ਵੀ ਹੋ ਜਾਂਦੀ ਜਦੋਂ ਪਾਣੀ ਦੀ ਘਾਟ ਕਰਕੇ ਮਾਰੇ ਗਏ। ਨਹੀਂ, ਉਹ ਤਾਂ ਤੁਹਾਡੀ ਗੱਲ ਬਿਲਕੁਲ ਮੰਨਣਯੋਗ ਹੈ। ਹਾਂ, ਕਰੋਪੀ ਹੋ ਜਾਂਦੀ ਹੈ ਜੀ। ਪਰ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਡੌਂਕੀ, ਇਹ ਡੌਂਕੀ ਹੈ ਹੀ ਇਲੀਗਲ। ਇਲੀਗਲ ਕਿੱਥੋਂ ਤੁਸੀਂ ਐਂਟਰੀ ਲੈ ਸਕਦੇ ਹੋ, ਕਿੱਥੋਂ ਤੁਸੀਂ ਐਂਟਰੀ ਕਿਵੇਂ ਕਰ ਸਕਦੇ ਹੋ, ਫਿਰ ਉੱਥੇ ਜਾ ਕੇ ਤੁਸੀਂ ਪੋਲੀਟੀਕਲ ਸਟੇ ਕਿਵੇਂ ਲੈ ਸਕਦੇ ਹੋ, ਉੱਥੇ ਕਿੰਨੀ ਫੀਸ ਲੱਗਦੀ ਹੈ, ਉਸ ਹਿਸਾਬ ਨਾਲ ਤੁਸੀਂ ਪੰਜਾਬ ਤੋਂ ਜੇ ਜਾਂਦੇ ਹੋ ਤਾਂ ਉਨਾ ਹੀ ਪੈਸਾ ਇੰਤਜ਼ਾਮ ਕਰਕੇ ਰੱਖੋ, ਉਨੀਆਂ ਜ਼ਮੀਨਾਂ ਵੇਚ ਕੇ ਰੱਖੋ, ਗਹਿਣੇ ਪਾ ਕੇ ਰੱਖੋ ਤਾਂ ਕਿ ਆਪਣੇ ਬੱਚੇ ਨੂੰ ਉੱਥੇ ਸੈਟਲ ਕਰਵਾਉਣਾ। ਉੱਥੋਂ ਤੁਹਾਡੀ ਡੌਂਕੀ ਲਗਾ ਦਾਂਗੇ, ਡੌਂਕੀ ਤੋਂ ਬਾਅਦ ਤੁਸੀਂ ਅੱਗੇ ਜਾਓਗੇ। ਇੱਦਾਂ ਦੇ ਜਿਹੜੇ ਏਜੰਟਸ ਨੇ ਇਲੀਗਲ ਤਰੀਕੇ ਨਾਲ ਐਂਟਰੀ ਕਰਵਾਉਣ ਵਾਲੇ, ਹੁਣ ਬੰਦੇ ਨੂੰ ਆਪ ਨੂੰ ਸੋਝੀ ਚਾਹੀਦੀ ਆ ਕਿ ਮੈਂ ਜ਼ਰੂਰ ਜਾਣਾ ਗਲਤ ਤਰੀਕੇ ਨਾਲ। ਅਮਰੀਕਾ ਜਾਓ, ਜ਼ਰੂਰ ਜਾਓ, ਪਰ ਸਿੱਧੇ ਤਰੀਕੇ ਨਾਲ ਜਾਓ। ਇਹ ਕਿਹੜਾ ਤਰੀਕਾ ਹੋਇਆ? ਹੁਣ ਦੱਸੋ ਕੀ ਹੱਥ ਪੱਲੇ? ਜਵਾਨ ਬੱਚੇ ਹੋਣਗੇ ਕਿਉਂਕਿ ਜਵਾਨੀ 'ਚ ਹੀ ਬੰਦਾ ਜਾਂਦਾ ਨਾ ਉੱਥੇ ਕੰਮ ਕਰਨ ਵਾਸਤੇ। ਹਾਂ, ਮਿਡਲ ਏਜ ਵੀ ਹੋ ਸਕਦੇ ਨੇ, ਪਰ ਉਹ ਕਿੱਦਾਂ ਮੌਤ ਆਈ? ਇਹ ਤਾਂ ਟਰਾਲਾ ਜਾਂਦਾ ਰੋਡ ਤੇ ਦੇਖਿਆ ਨਾ, ਜਿਹੜਾ ਜੰਗਲ 'ਚ ਮਰਦੇ ਵੇਖਿਆ, ਜਿਨ੍ਹਾਂ 'ਚ ਪਾਣੀ ਦੁੱਖੋਂ ਰੋਂਦੇ ਆ, ਕਰਲਾਉਂਦੇ ਆ। ਇੱਕ ਔਰਤ ਸੀਗਾ ਤਾਂ ਬੱਚਾ ਪਾਣੀ ਕਹਿ ਰਿਹਾ ਸੀਗਾ, ਉਹ ਉੱਥੇ ਮੁੜ ਕੇ ਮਰ ਗਿਆ। ਔਰ ਉਹਦੇ ਵਿੱਚ ਬਹੁਤ ਲੋਕ ਜਿਹੜੇ ਆ ਉੱਥੇ ਪਿੱਛੇ ਡਿੱਗ ਪੈਂਦੇ ਆ। ਇੱਕ ਬੋਤਲ ਪਾਣੀ ਦੀ ਪਤਾ ਨਹੀਂ ਸਾਰੇ ਜਾਣੇ ਪੀਂਦੇ ਆ। ਔਰ ਦੇਖੋ, ਪੈਸਾ ਕਮਾਉਣ ਲਈ ਲੋਕ ਮੌਤ ਨੂੰ ਹੀ ਆਪਣੇ ਗਲੇ ਨਾਲ ਲਾ ਲੈਂਦੇ ਆ। ਔਰ ਅਸੀਂ ਹਮੇਸ਼ਾ ਆਪਣੇ ਪ੍ਰੋਗਰਾਮਾਂ 'ਚ, ਆਪਣੇ ਇਸ ਪਲੇਟਫਾਰਮ ਤੋਂ ਹਮੇਸ਼ਾ ਕਹਿੰਦੇ ਰਹਿੰਦੇ ਆ, ਅਮਰੀਕਾ ਜਾਓ, ਜਿਹੜੇ ਮਰਜ਼ੀ ਮੁਲਕ ਜਾਓ, ਸਹੀ ਤਰੀਕੇ ਨਾਲ ਜਾਓ। ਸਾਰੇ ਡਾਕੂਮੈਂਟਸ ਆਪਣੇ ਪੂਰੇ ਕਰੋ, ਜੋ ਗਵਰਨਮੈਂਟ ਦੀ ਰਿਕੁਆਇਰਮੈਂਟ ਉਹ ਪੂਰੀ ਕਰੋ, ਸਿੱਧੇ ਤਰੀਕੇ ਨਾਲ ਜਾਓ, ਉੱਥੇ ਜਾ ਕੇ ਸੈਟਲ ਹੋਵੋ। ਜਿਵੇਂ ਉਹਨਾਂ ਦਾ ਕਾਨੂੰਨ ਤੁਹਾਨੂੰ ਇਜਾਜ਼ਤ ਦਿੰਦਾ ਤੁਸੀਂ ਉਵੇਂ ਕਰੋ, ਪਰ ਆਹ ਤਰੀਕਾ ਨਹੀਂ ਕਿ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ। ਹੁਣ ਦੇਖੋ ਕਿੱਦਾਂ ਮੌਤ ਆਈ ਹੋਏਗੀ, ਕਿੱਦਾਂ ਉਹ ਸਾਰੇ ਗਰਮੀ ਨਾਲ ਮਰੇ ਹੋਣਗੇ। ਔਰ ਉਸ ਤੋਂ ਬਾਅਦ ਜੋ ਪਿੱਛੇ ਰਹਿ ਗਏ ਨੇ ਰੋਂਦੇ ਕੁਰਲਾਉਂਦੇ, ਤੁਸੀਂ ਆਪ ਦੇਖੋ ਨਾ ਕਿੰਨਾ ਡਿਸਟਰਬਿੰਗ ਹੈ। ਔਰ ਬਾਈਡਨ ਸਾਹਿਬ ਇਹਦਾ ਨੋਟਿਸ ਲੈ ਰਹੇ ਨੇ, ਨੈਚੁਰਲੀ ਉਹਨਾਂ ਨੂੰ ਵੀ ਦੁੱਖ ਹੋਇਆ ਵੀ ਆਹ ਕੀ ਹੋਇਆ। ਜਦੋਂ ਟਰੰਪ ਜੀ ਸੀ ਨਾ ਪ੍ਰੈਜ਼ੀਡੈਂਟ ਅਮਰੀਕਾ ਦੇ, ਉਦੋਂ ਵੀ ਰੌਲਾ ਸੀਗਾ ਕਿ ਕੰਧ ਹੈਗੀ ਆ, ਉਹਦੇ ਉੱਪਰ ਉਹਦੀ ਟੱਪਦੇ ਆ, ਫਿਰ ਥੱਲੇ ਆ ਕੇ ਕੋਈ ਚੁੱਕ ਕੇ ਚੜਾਉਂਦੇ, ਦੇਖੇ ਤੁਸੀਂ ਵੀਡੀਓ ਦੇਖੇ, ਕੁਝ ਥੱਲੇ ਆ ਕੇ ਚੁੱਕ ਕੇ ਚੜਾ ਰਹੇ ਆ। ਪਰ ਜਦੋਂ ਇੱਥੋਂ ਜਾਂਦੇ ਆ ਜਿਹੜੇ ਏਜੰਟ, ਟਰੈਵਲ ਏਜੰਟ ਆ, ਇਮੀਗ੍ਰੇਸ਼ਨ ਵਾਲੇ, ਉਹ ਉਹਨਾਂ ਕੋਲ ਪੈਸਾ 40-40 ਲੱਖ ਰੁਪਏ ਤਾਂ ਉਹ ਲੈ ਲੈਂਦੇ ਪਹਿਲੋਂ ਵੀ ਮੁੰਡਾ ਤੁਹਾਡਾ ਪਹੁੰਚਾਉਣਾ ਸਾਡਾ ਕੰਮ ਹੈਗਾ। ਹੁਣ ਜਿਹੜਾ ਜਾ ਰਿਹਾ ਵਾ ਕਿਸ ਤਰੀਕੇ ਨਾਲ ਜਾ ਰਿਹਾ ਉਹਨੂੰ ਹੀ ਪਤਾ ਵਾ, ਜਿਹੜਾ ਪਹੁੰਚ ਰਿਹਾ ਜੰਗਲਾਂ ਵਿੱਚ ਦੀ।
ਜਦੋਂ ਉੱਥੇ ਜਾਂਦਾ, ਜਦੋਂ ਕੰਧ ਦੇ ਅਗਲੇ ਪਾਸੇ ਡਿੱਗਾ ਉਦੋਂ ਕੈਪਚਰ ਹੋ ਜਾਂਦਾ। ਫਿਰ ਪੁਲਿਸ ਉੱਥੋਂ ਦੀ ਜਿਹੜੀ ਆ ਉੱਥੇ ਕੇਸ ਚਲਾਉਂਦੀ ਆ, ਤਰੀਕਾਂ ਭੁਗਤਦੇ ਆ, ਫਿਰ ਉਹ ਕਈ ਸਾਲ ਉੱਥੇ ਤਰੀਕਾਂ ਭੁਗਤਿਆਂ ਨੂੰ ਲੱਗ ਜਾਂਦੇ ਆ। ਮਨਸ਼ਾ ਇਹ ਹੈਗਾ ਕਿ ਅਸੀਂ ਉਸ ਧਰਤੀ ਦੇ ਅੰਦਰ ਚਲੇ ਜਾਈਏ, ਭਾਵੇਂ ਮਰ ਕੇ ਜਾਈਏ ਜਾਂ ਜੀ ਕੇ ਜਾਈਏ ਜਾਂ ਭੁੱਖੇ ਜਾਈਏ ਜਾਂ ਰੱਜ ਕੇ ਜਾਈਏ, ਉਹ ਕੋਈ ਇਹਦੇ ਨਾਲ ਤਾਲੁਕਾਤ ਨਹੀਂ। ਸਿਰਫ ਅਸੀਂ ਬੀਇੰਗ ਪੰਜਾਬੀ ਅਸੀਂ ਇਹ ਗੱਲ ਕਰਦੇ ਹਾਂ, ਔਰ ਸਾਡੇ ਜਿਹੜੇ ਪ੍ਰਵਾਸੀ ਭਾਰਤੀ ਉੱਥੇ ਬੈਠੇ ਵੀ ਸੁਣਦੇ, ਜਿਹੜੇ ਉੱਥੇ ਵੈਲ ਐਸਟੈਬਲਿਸ਼ ਆ, ਪਰ ਇਹ ਗਲਤ ਤਰੀਕੇ ਨਾਲ ਜਿਹੜੇ ਜਾ ਰਹੇ ਆ ਉਹ ਇੱਕ ਬਹੁਤ ਵੱਡੀ ਗਲਤੀ ਆ, ਔਰ ਉਹਦੇ ਨਾਲ ਪਰਿਵਾਰ ਪਿੱਛੋਂ ਉੱਜੜ ਜਾਂਦਾ, ਪੈਸਾ ਦੀ ਬਰਬਾਦੀ ਵੀ ਹੈ, ਨੁਕਸਾਨ ਵੀ ਆ, ਔਰ ਖ਼ਾਸ ਕਰਕੇ ਅਮਰੀਕਾ ਜਾਣ ਦੀ ਇੱਕ ਬਹੁਤ ਵੱਡੀ ਲਾਲਚ ਆ, ਵੱਡੀ ਲਾਲਸਾ ਵਾ, ਉਹ ਲੋਕਾਂ ਦੇ ਮਨ 'ਚ ਹੈਗੀ ਆ। ਫਿਰ ਵੀ ਉੱਥੇ ਕੰਮ ਕਰਨਾ ਪਊਗਾ, ਫਰੀ ਉੱਥੇ ਵੀ ਰੁੱਖਾਂ ਨੂੰ ਪੈਸੇ ਨਹੀਂ ਲੱਗਦੇ ਕਿ ਰੁੱਖ ਤੋੜ ਕੇ ਤੁਹਾਡੇ ਫੁੱਲਾਂ ਨੂੰ ਤੇ ਪੈਸੇ ਜੇਬ 'ਚ ਪਾ ਲਓਗੇ। ਕੰਮ ਤਾਂ ਉੱਥੇ ਵੀ ਕਰਨਾ ਪੈਣਾ। ਕਿਉਂ ਨਹੀਂ ਤੁਸੀਂ ਆਪਣੇ ਦੇਸ਼ 'ਚ ਕੰਮ ਕਰਦੇ? ਕਿਉਂ ਨਹੀਂ ਇੱਥੇ ਕੋਈ ਵੱਡਾ ਕੰਮ ਕਰਕੇ ਜਾਂ ਪੈਸਾ ਲੋਨ ਲੈ ਲਓ ਬੈਂਕ ਤੋਂ? ਇੱਥੋਂ ਕਈ ਵਾਰੀ ਜ਼ਮੀਨ ਵੇਚਦੇ ਤੁਸੀਂ, ਉਹਦੇ ਵਿੱਚ ਜ਼ਮੀਨ ਕਿਉਂ ਵੇਚਦੇ ਜੇ? ਉਹ ਜ਼ਮੀਨ ਨੂੰ ਵਾਹੋ, ਉਹਦੇ 'ਚ ਟਰੈਕਟਰ ਵਾਹ ਕੇ ਉਹਦੇ 'ਚ ਫਸਲਾਂ ਬੀਜੋ, ਫਸਲਾਂ ਵੱਡੀਆਂ ਕਰੋ, ਔਰਚਡ ਲਾਓ, ਬਾਗ ਬਗੀਚੇ ਲਾਓ, ਕਈ ਕੁਛ ਹੈਗਾ। ਪਹਿਲੇ ਵਾਲਾ ਕੰਮ ਤਾਂ ਰਿਹਾ ਹੀ ਨਹੀਂ। ਹੁਣ ਆਂਦੇ ਵਾਈਟ ਕਾਲਰ, ਕੁਰਸੀ 'ਤੇ ਬੈਠੇ ਪੈਸਾ ਸਾਨੂੰ ਮਿਲ ਜੇ। ਮਿਹਨਤ ਕਰਕੇ ਮੁੜਕਾ ਲੈ ਕੇ ਮੁਸ਼ੱਕਤ ਕਰਕੇ ਪੈਸਾ ਨਹੀਂ ਕੋਈ ਗੇਨ ਕਰਦਾ। ਸਿਰਫ ਇਹੋ ਹੀ ਦੌੜ ਹੁੰਦੀ ਹੈ ਕਿ ਯਾਰ ਫਲਾਣੇ ਗੁਆਂਢੀ ਦਾ ਮੁੰਡਾ ਅਮਰੀਕਾ ਵਾ, ਉਹਨਾਂ ਬਹੁਤ ਵੱਡੀ ਕੋਠੀ ਬਣਾ ਲਈ ਆ, ਉਹ ਵੱਡੀ ਮਰਸਡੀਜ਼ ਗੱਡੀ ਲੈ ਲਈ ਆ, ਅਸੀਂ ਕਿਉਂ ਨਹੀਂ ਜਾਂਦੇ? ਉਹ ਮਾਂ ਪਿਓ ਵੀ ਜਾਂਦਾ, ਲੈ ਪੁੱਤਰਾ ਤੂੰ ਵੀ ਚੜ੍ਹ ਜਾ, ਜੇ ਤੂੰ ਵੀ ਚੱਲ ਜਾ ਉੱਥੇ। ਪਰ ਤੁਹਾਡੀ ਗੱਲ ਸਹੀ ਆ ਕਿ ਜੇ ਅਸੀਂ ਕਾਨੂੰਨੀ ਤੌਰ 'ਤੇ ਲੀਗਲ ਤੌਰ 'ਤੇ ਜਾਂਦੇ ਹਾਂ ਤਾਂ ਇਹ 'ਚ ਕੋਈ ਮਾੜੀ ਗੱਲ ਨਹੀਂ, ਕਰੋ ਕੰਮ। ਪਰ ਇਹ ਕੰਮ ਨਹੀਂ ਹੈਗਾ ਕਿ ਆਪਣੀ ਜਾਨ ਨੂੰ ਤੁਸੀਂ ਲਾ ਦਿਓ ਤੇ ਮੁੱਲ 'ਤੇ ਲਾ ਦਿਓ ਵੀ ਮਰ ਜਾਓ। ਕੀ ਜਾਨ ਜਿਹੜੀ ਹੈ ਬੜੀ ਅਨਮੋਲ ਚੀਜ਼ ਆ, ਮਨੁੱਖੀ ਜੀਵਨ ਬੜਾ ਅਨਮੋਲ ਸ਼ੈ ਆ, ਪਰ ਇਹਨੂੰ ਸੰਭਾਲਣਾ ਮਾਪਿਆਂ ਦਾ ਵੀ ਕੰਮ ਆ। ਮਾਪੇ ਵੀ ਉਹਨਾਂ ਨੂੰ ਗਾਈਡ ਕਰਨ। ਜਵਾਨੀ 'ਚ ਬੜਾ ਕੁਝ ਕਰ ਜਾਂਦੇ ਮੁੰਡੇ। ਜਵਾਨੀ ਜਿਹੜੀ ਹੈ ਬੜੀ ਮਸਤਾਨੀ ਹੁੰਦੀ ਹੈ, ਸਮਝ ਨਹੀਂ ਆਉਂਦੀ ਕੀ ਕਰਨਾ, ਫੜ ਲਓ ਕਰ ਜਾਂਦੇ ਆ। ਪਰ ਸਿਆਣੇ ਬੰਦੇ, ਸੂਝਵਾਨ ਅਕਲ ਵਾਲੇ ਬੰਦੇ ਕਿਉਂ ਨਹੀਂ ਉਹਨਾਂ ਨੂੰ ਸਮਝਾਉਂਦੇ ਕਿ ਮੁੰਡਿਆ ਇੱਥੇ ਬਹਿ, ਆਹ ਕੰਮ ਕਰ, ਤੈਨੂੰ ਅਸੀਂ ਇੰਨਾ ਪੈਸਾ ਦੇ ਦਿੰਦੇ, ਤੂੰ ਇੱਥੇ ਕਰ। ਜੇ ਜਾਣਾ ਤਾਂ ਫਾਈਲ ਲਾ, ਆਪਣੀ ਐਲੀਜੀਬਿਲਟੀ ਬਣਦੀ ਹੈ, ਉਹਦੇ ਨਾਲ ਚੱਲ ਜਾ, ਉੱਥੇ PR ਲੈ ਉੱਥੋਂ ਦੀ। ਜੇ ਤੂੰ ਜਾਣਾ ਟੂਰਿਸਟ ਦੇ ਤੌਰ 'ਤੇ ਜਾਣਾ, ਥੋੜ੍ਹਾ ਬਹੁਤ ਕੰਮ ਕਰਕੇ ਵਾਪਸ ਆ ਜਾ। ਬਿਲਕੁਲ ਸਹੀ ਗੱਲ ਹੈ। ਜਿਹੜੇ ਕਾਨੂੰਨੀ ਕਾਇਦੇ ਇਹਨਾਂ ਨੂੰ ਪੜ੍ਹ ਲੈਣਾ ਚਾਹੀਦਾ, ਪੜ੍ਹਨਾ ਚਾਹੀਦਾ। ਜਵਾਨੀ ਬਰਬਾਦ ਹੋ ਰਹੀ ਪੰਜਾਬ ਦੀ, ਬਹੁਤ ਕੁਝ ਸਾਡਾ ਢਹਿੰਦੀ ਕਲਾ ਵੱਲ ਜਾ ਰਿਹਾ, ਮਾੜੀ ਗੱਲ ਹੈ। ਸੋ ਹੁਣ ਬਾਈਡਨ ਸਾਹਿਬ ਕੀ ਐਕਸ਼ਨ ਲੈਂਦੇ ਨੇ ਜੀ, ਅਮਰੀਕਾ ਦਾ ਪ੍ਰਸ਼ਾਸਨ ਕੀ ਐਕਸ਼ਨ ਲੈਂਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਜਿਵੇਂ ਜਿਵੇਂ ਨਵੀਆਂ ਡਿਵੈਲਪਮੈਂਟਸ ਹੋਣਗੀਆਂ ਬਿਲਕੁਲ ਇਸ ਖਬਰ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਾਂਗੇ। ਉਹ ਗੱਲ ਬੜੀ ਅਫਸੋਸਜਨਕ ਘਟਨਾ ਹੈ। ਦੂਜੀ ਇੱਕ ਗੱਲ ਇਹ ਹੋਈ ਹੈ ਕਿ ਹੁਣ ਰੁਪਈਆ ਹੋਰ ਟੁੱਟ ਗਿਆ ਅਮਰੀਕਨ ਡਾਲਰ ਦੇ ਮੁਕਾਬਲੇ, ਇਹ ਟੁੱਟਦਾ ਹੀ ਆ, 48 ਪੈਸੇ ਹੋਰ ਡਾਊਨ ਚਲਾ ਗਿਆ। ਹੁਣ ਅਰਥ ਵਿਵਸਥਾ ਹੋਰ ਕਮਜ਼ੋਰ ਹੋ ਰਹੀ ਆ। ਸੋ ਬੈਲੈਂਸ ਆਫ ਪੇਮੈਂਟਸ ਫਿਰ ਤੋਂ ਵਿਗੜ ਰਹੀਆਂ ਨੇ। ਜੋ ਐਕਸਪੋਰਟ ਹੋਏਗਾ, ਇੰਪੋਰਟ ਹੋਏਗਾ, ਭਾਰਤ ਫਿਰ ਘਾਟੇ ਦੇ ਵਿੱਚ। ਪਰ ਦੇਖੋ, ਜੇ ਸਾਡੀ ਮੋਦੀ ਸਾਹਿਬ ਬਾਹਰ ਗਏ ਨੇ ਜਰਮਨ, ਉਹਨਾਂ ਨੇ ਉੱਥੇ ਸੰਮੇਲਨ ਅਟੈਂਡ ਕੀਤਾ, G7, ਫਿਰ ਆਪਣੇ ਟਰੂਡੋ ਸਾਹਿਬ ਨੂੰ ਵੀ ਮਿਲੇ ਨੇ, ਉਹ ਹਾਂਜੀ ਜਸਟਨ ਟਰੂਡੋ ਨਾਲ ਵੀ ਮਿਲੇ, ਬਾਈਡਨ ਨਾਲ ਵੀ ਮਿਲੇ ਆ, ਇਕੱਠੇ ਉਹਨਾਂ ਕੋਲ ਆਏ ਆ, ਜੱਫੀ ਪਾਈ, ਗੱਲ ਵਕੜੀ ਪਾਈ ਆ, ਔਰ ਚੰਗੀ ਸਾਂਝੇਦਾਰੀ ਆ। ਔਰ ਅਸੀਂ ਸਮਝਦੇ ਹਾਂ ਕਿ ਅਸੀਂ ਵੀ ਕੈਨੇਡਾ ਤੇ ਅਮਰੀਕਾ ਦੇ ਬਰਾਬਰ ਹਾਂ। ਪਰ ਜੇ ਸਾਡੀ ਮਾਈਕ ਜਿਹੜੀ ਤੰਗੀ ਤੁਰਸ਼ੀ ਇਹਨੂੰ ਵੇਖਿਆ ਜਾਵੇ ਤਾਂ ਅਸੀਂ ਕਿੱਥੇ ਖੜੇ ਹਾਂ ਔਰ ਉਹ ਕਿੱਥੇ ਖੜੇ ਆ। ਉਹਨਾਂ ਦਾ ਪੈਸਾ, ਉਹਨਾਂ ਦਾ ਕੋਲ ਸੋਨਾ, ਉਹਨਾਂ ਕੋਲ ਜਿਹੜੀ ਇੰਡਸਟਰੀ ਆ, ਉਹਨਾਂ ਕੋਲ ਸਾਰੀ ਡਿਵੈਲਪਮੈਂਟ ਆ, ਉਹਨਾਂ ਕੋਲ ਏਰੀਆ ਦੇਖੋ। ਅਸੀਂ ਉਹਨਾਂ ਦੇ ਉਹ ਅੱਗੇ ਗੱਲ ਕੀਤੀ, ਪਾਸਕੋ ਵੀ ਨਹੀਂ ਗਏ, ਪਰ ਅਸੀਂ ਰੀਸਾਂ ਉਹਨਾਂ ਦੀ ਕਰਦੇ ਹਾਂ। ਔਰ ਅਸੀਂ ਉੱਥੇ ਬੋਲ ਕੇ ਕਹਿੰਦੇ ਹਾਂ, ਮੋਦੀ ਸਾਹਿਬ ਕਹਿ ਰਹੇ ਕਿ ਸਾਡੀ ਜਿਹੜੀ ਡਿਵੈਲਪਮੈਂਟ ਆ, ਸਾਡੀ ਗਰੋਥ ਹੈ, ਜਿੰਨੀ ਕੁਛ ਉਹ ਅਰਸ਼ਾਂ ਨੂੰ ਛੂਹਦੀ ਹੈਗੀ। ਅਸੀਂ ਦੇਖੋ, ਅਸੀਂ ਉਹਨਾਂ ਨਾਲ ਵੀ ਉੱਥੇ ਧੋਖਾ ਕਰਦੇ ਹਾਂ, ਆਪਣੇ ਲੋਕਾਂ ਨਾਲ ਵੀ ਕਰਦੇ ਹਾਂ, ਜਿਹੜੇ ਲੋਕ ਉੱਥੇ ਬੈਠੇ ਹੋਏ ਆ। ਬੇਸਿਕਲੀ ਲੋਕ ਜਾਣਦੇ ਆ ਕਿ ਅਸੀਂ ਕਿਸ ਭਾਅ 'ਤੇ ਬੈਠੇ ਹਾਂ, ਸਾਡੇ ਪੈਰ ਕਿੱਥੇ ਖੜੇ ਆ, ਕਿਸ ਹਵਾ 'ਚ ਖੜੇ ਆ। ਅਸੀਂ ਹਵਾ ਨੂੰ ਤਲਵਾਰਾਂ ਨਾ ਮਾਰੀਏ ਅਤੇ ਨਾ ਹੀ ਮਨ ਦਾ ਕੜਾਹ ਕਰਕੇ ਖਾਈਏ। ਜੋ ਵੀ ਹੈਗਾ ਸਾਨੂੰ ਉਹ ਪਤਾ ਲੱਗ ਜਾਂਦਾ। ਜੇ ਇਦਾਂ ਦੀ ਗੱਲ ਹੋਵੇ ਤਾਂ ਸਾਡੇ ਜਵਾਨ ਕਿਉਂ ਬਾਹਰ ਜਾਣ? ਸਾਡੇ ਇਸ ਵੇਲੇ ਜਿੰਨੇ ਪ੍ਰਵਾਸੀ ਭਾਰਤੀ ਬੈਠੇ ਆ, ਵੈਲ ਐਸਟੈਬਲਿਸ਼ ਆ, ਚਲੋ ਪੁਰਾਣੇ ਜਿਹੜੇ ਗਏ ਆ। ਹੁਣ ਨਵੇਂ ਮੁੰਡਿਆਂ ਦਾ ਉਹ ਹਾਲ ਨਹੀਂ ਗਾ ਜੋ ਪਹਿਲਿਆਂ ਦਾ ਹੈਗਾ ਸੀ, ਕਿਉਂਕਿ ਉੱਥੇ ਵੀ ਦੌੜ ਭੱਜ ਕੇ ਚਾਈਨਾ ਹਰ ਜਗ੍ਹਾ ਖੜਾ। ਚਾਈਨਾ ਦੇ ਜਿੱਥੇ ਹੁਣ ਤੁਸੀਂ ਆ ਜਰਮਨੀ ਦੀ ਗੱਲ ਕਰ ਰਹੇ ਸੀ, ਉੱਥੇ ਵੀ ਚਾਈਨਾ ਖੜਾ, ਨਿਊਜ਼ੀਲੈਂਡ 'ਚ ਵੀ ਹੈਗਾ। ਔਰ ਇਲੈਕਟ੍ਰੋਨਿਕਸ ਦਾ ਕੰਮ ਉਹਨਾਂ ਦਾ ਕੈਨੇਡਾ 'ਚ ਵੀ ਹੈ, ਅਮਰੀਕਾ 'ਚ ਵੀ ਹੈ, ਔਰ ਸਾਡੇ ਤੋਂ ਅੱਗੇ ਹੈ ਕੰਮ 'ਚ। ਸਾਡੇ ਮੁੰਡੇ ਜਿਹੜੇ ਐਗਰੀਕਲਚਰ ਕਰਨਗੇ, ਬਾਗ ਬਗੀਚੇ ਦਾ ਕੰਮ ਕਰਨਗੇ, ਟਰੈਕਟਰ ਚਲਾਉਣਗੇ, ਹਵਾਈ ਜਹਾਜ਼ ਚਲਾਉਣਗੇ, ਪਰ ਉਹਨਾਂ ਦਾ ਕੰਮ ਬਹੁਤ ਵੱਡਾ। ਹੁਣ ਜਿੱਥੇ ਵੀ ਹੈਗਾ, ਆਸਟ੍ਰੇਲੀਆ 'ਚ ਦੇਖ ਲਓ, ਆਸਟ੍ਰੇਲੀਆ 'ਚ ਵੀ ਜਿਹੜਾ ਚਾਈਨਾ ਵਾ ਇਹ ਪਹਿਲੇ ਨੰਬਰ 'ਤੇ। ਕਿਸੇ ਕੰਟਰੀ ਚੱਲ ਜਾਓ, ਇਹਨਾਂ ਦੀ ਭਾਸ਼ਾ, ਇਹਨਾਂ ਦਾ ਕੰਮ, ਇਹਨਾਂ ਦਾ ਵਪਾਰ। ਇਹਨਾਂ ਨੇ ਐਕਚੁਅਲੀ ਜਿਹੜੀ ਟੈਕਨੀਕ ਅਪਣਾਈ ਹੋਈ ਹੈ ਨਾ, ਲੇਬਰ ਇੰਟੈਂਸਿਵ ਟੈਕਨੀਕ ਹੈ, ਉੱਥੇ ਲੇਬਰ ਸਸਤੀ ਮਿਲਦੀ ਆ, ਇਸ ਕਰਕੇ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਉਹ ਘੱਟ ਹੁੰਦੀ ਹੈ। ਇਸ ਕਰਕੇ ਹਰ ਥਾਂ ਦੇ ਉੱਤੇ ਉਹ ਮੰਡੀ ਲੱਭ ਲੈਂਦੇ ਨੇ। ਹਰ ਦੇਸ਼ ਦੇ ਵਿੱਚ ਉਹਨਾਂ ਨੇ ਮੰਡੀ ਲੱਭਣੀ ਹੈ ਤੇ ਆਪਣਾ ਮਾਲ ਬਾਕੀ ਦੇਸ਼ਾਂ ਨਾਲੋਂ ਸਸਤੇ ਦੇ ਵਿੱਚ ਵੇਚਣਾ, ਕਿਉਂਕਿ ਉਹਨਾਂ ਨੂੰ ਸੂਟ ਕਰਦਾ, ਉਹਨਾਂ ਨੂੰ ਉਹ ਵਾਰਾ ਖਾਂਦਾ, ਜਿਵੇਂ ਆਪਾਂ ਪੰਜਾਬੀ 'ਚ ਕਹੀਏ। ਤਾਂ ਲੋਕਲ ਮਾਰਕੀਟ ਨੂੰ ਵੀ ਤੋੜ ਦਿੰਦੇ ਨੇ।
ਔਰ ਇਸ ਤਰ੍ਹਾਂ ਦੀਆਂ ਉਹ ਪ੍ਰੋਡਕਟਸ ਬਣਾਉਂਦੇ ਨੇ। ਖੈਰ ਕੁਆਲਿਟੀ ਵਾਈਜ਼ ਵੀ ਕਈ ਵਾਰ ਕੰਪਲੇਂਟਸ ਵੀ ਹੈ, ਕਈ ਵਾਰ ਕਹਿੰਦੇ ਨੇ ਨਿਕਲ ਗਿਆ ਤੇ ਨਿਕਲ ਗਿਆ, ਚਾਈਨਾ ਦਾ ਮਾਲ ਹੈ। ਖੈਰ ਇਹ ਤੇ ਪਰ ਸਸਤਾ ਹੈ ਬਾਕੀ ਨਾਲੋਂ। ਸਸਤਾ ਹੈ। ਸੋ ਇਕਨੋਮੀ ਇਸ ਵਕਤ ਜਦੋਂ ਪ੍ਰੋਮਿਸ ਕੀਤਾ ਗਿਆ ਸੀ ਕਿ $5 ਟ੍ਰਿਲੀਅਨ ਦੀ ਇਕਨੋਮੀ ਬਣੇਗੀ ਇੰਡੀਆ ਦੀ ਇਕਨੋਮੀ, ਹੁਣ ਉਹ ਹਾਲਾਤ ਤੇ ਕਿਤੇ ਨਜ਼ਰ ਆ ਨਹੀਂ ਰਹੇ। ਜਿੱਦਾਂ ਸਾਡੇ ਪੈਸੇ ਟੁੱਟਦੇ ਪਏ ਨੇ, ਪ੍ਰਪੋਜ਼ ਹੋ ਜਾਂਦਾ। ਫੋਰਨ ਰਿਜ਼ਰਵ ਦਾ ਕੀ ਹਾਲ ਹੈ, ਉਹ ਵੀ ਡਾਵਾਡੋਲ ਹੀ ਹੈ। ਤਾਂ ਇਸ ਕਰਕੇ ਇਕਨੋਮੀ ਜਿਹੜੀ ਹੈ ਇਸ ਵਕਤ ਤੁਸੀਂ ਕਹਿ ਸਕਦੇ ਹੋ ਕਿ ਉਸ ਪੋਜੀਸ਼ਨ 'ਚ ਨਹੀਂ ਹੈ ਜਿਹੜਾ $5 ਟ੍ਰਿਲੀਅਨ ਦਾ ਅਸੀਂ ਸੁਪਨਾ ਦੇਖਿਆ ਉਹ ਸੱਚਾ ਹੋ ਸਕੇ, ਕਿਉਂਕਿ ਉਹਦੇ ਵਾਸਤੇ ਬਹੁਤ ਮਿਹਨਤ ਕਰਨੀ ਪਏਗੀ, ਬਹੁਤ ਕੁਝ ਅਜਿਹਾ ਹੈ ਔਰ ਬਹੁਤ ਫੈਸਲੇ ਲੈਣੇ ਪੈਣਗੇ। ਸੋ ਦੇਖੋ ਹੁਣ ਮੋਦੀ ਸਾਹਿਬ ਕੀ ਕਹਿੰਦੇ ਨੇ। ਔਰ G7 ਦੀ ਜਿਹੜੀ ਤੁਸੀਂ ਸਮਿਟ ਦੀ ਗੱਲ ਕੀਤੀ ਹੈ, ਉੱਥੇ ਜਰਮਨੀ ਜਾ ਕੇ ਆਏ ਨੇ, ਹੁਣ ਉੱਥੇ ਰਸ਼ੀਆ ਦੇ ਅਗੇਂਸਟ ਕਹਿੰਦੇ ਨੇ ਕਿ ਸਟੈਪ ਲਿੱਤਾ ਜਾਵੇ, ਕਿਉਂਕਿ ਬਚਾਉਣਾ ਹੈ ਯੂਕਰੇਨ ਨੂੰ ਔਰ ਕਾਫੀ ਸਖਤਾਈ ਨਾਲ ਪੇਸ਼ ਆਇਆ ਜਾਵੇ। ਹੁਣ ਇੰਡੀਆ ਦਾ ਪੱਖ ਇਹ ਹੈ ਕਿ ਇੰਡੀਆ ਉੱਥੋਂ ਨੈਚੁਰਲ ਗੈਸ ਔਰ ਪੈਟਰੋਲੀਅਮ ਔਰ ਆਪਣਾ ਮਿਲਟਰੀ ਦਾ ਸਾਜੋ ਸਮਾਨ ਕਾਫੀ ਕੁਛ ਹੈ ਉਹਦਾ ਲੈਣ ਦੇਣ, ਔਰ ਇੱਕ ਸ਼ੁਰੂ ਤੋਂ ਸਾਡਾ ਬਹੁਤ ਵਧੀਆ ਦੋਸਤ ਰਿਹਾ ਹੈ ਰਸ਼ੀਆ, ਸੌਫਟ ਕਾਰਨਰ ਹੈ ਸਾਡਾ ਰਸ਼ੀਆ ਵਾਸਤੇ। ਹਜੇ ਤੱਕ ਇੰਡੀਆ ਵੱਲੋਂ ਕੋਈ ਐਸਾ ਬਿਆਨ ਨਹੀਂ ਗਿਆ ਜਿਹਦੇ ਵਿੱਚ ਨਖੇਦੀ ਕੀਤੀ ਹੋਵੇ ਰਸ਼ੀਆ ਦੀ ਜਾਂ ਕ੍ਰਿਟਿਸਾਈਜ਼ ਕੀਤਾ ਹੋਵੇ ਕਿ ਤੁਸੀਂ ਯੂਕਰੇਨ ਦੇ ਵਿੱਚ ਜੋ ਕਰਦੇ ਪਏ ਹੋ ਇਹ ਬਿਲਕੁਲ ਗਲਤ ਹੈ। ਸੋ ਹਮੇਸ਼ਾ ਇੰਟਰਨੈਸ਼ਨਲ ਪਲੇਟਫਾਰਮ ਤੇ ਇਹ ਗੱਲ ਹੁੰਦੀ ਵੀ ਰਹੀ ਹੈ ਕਿ ਭਾਰਤ ਨੇ ਆਪਣਾ ਸਟੈਂਡ ਹਜੇ ਤੱਕ ਕਲੀਅਰ ਨਹੀਂ ਕੀਤਾ ਰਸ਼ੀਆ ਬਾਰੇ, ਕਲੈਰਿਟੀ ਨਹੀਂ ਹੈ। ਸੋ ਇਹ ਸਭ ਦੇ ਬਾਵਜੂਦ ਵੀ ਜਾ ਕੇ ਆਏ ਨੇ, ਗੱਲਬਾਤ ਹੋਈ ਹੈ, ਹੁਣ ਦੇਖੋ ਨਤੀਜੇ ਕੀ ਨਿਕਲਦੇ ਨੇ। ਤੁਸੀਂ ਕੁਝ ਕਹਿਣਾ ਚਾਹੋਗੇ ਇਸ ਦੇ ਉੱਤੇ? ਇਹਦੇ 'ਚ ਇਹ ਹੈਗਾ ਜਿਹੜਾ G7 ਸਮਿਟ ਕੀਤਾ ਸਮਾਪਤ ਹੋ ਗਿਆ, ਵੈਸੇ ਉਹਦੇ 'ਚ ਬਹੁਤ ਦੇਸ਼ ਇਕੱਠੇ ਹੋਏ ਸੀਗੇ, ਜਰਮਨ 'ਚ ਹੋਇਆ। ਔਰ ਇਹ ਗੱਲ ਰਹੀ ਸਾਹਮਣੇ ਆਈ ਹੈ ਕਿ ਵੈਸੇ ਤਾਂ ਹੋਣਾ ਚਾਹੀਦਾ ਸੀ, ਕਿਉਂਕਿ ਬੜੀ ਦੇਰ ਤੋਂ ਲੰਬੀ ਜੰਗ ਲੱਗੀ ਯੂਕਰੇਨ ਨਾਲ ਰਸ਼ੀਆ ਦੀ, ਉਹਦੇ ਨਾਲ ਤਬਾਹੀ ਬਹੁਤ ਹੋ ਗਈ ਆ। ਜੋ ਤਬਾਹੀ ਹੋਣ ਨਾਲ ਲੋਕਾਂ ਦਾ ਡਿਵੈਲਪਮੈਂਟ, ਲੋਕਾਂ ਦਾ ਰਹਿਣ ਸਹਿਣ, ਡਿਸਪਲੇਸਮੈਂਟ ਬਹੁਤ ਹੋ ਗਈ ਹੈ, ਖਾਣ ਪੀਣ ਰੁਕ ਗਿਆ, ਜਿਹਦੇ ਵਿੱਚ ਬੱਚੇ ਔਰਤਾਂ ਬਹੁਤ ਤੰਗ ਹੋ ਗਏ ਆ। ਇੰਨੇ ਦੇਰ ਲੜਾਈ ਲੱਗਣੀ ਬੜੀ ਮਾੜੀ ਗੱਲ ਆ। ਔਰ ਇਹਦੇ ਵਿੱਚ ਰਸ਼ੀਆ ਵੀ ਨਹੀਂ ਸਮਝਿਆ, ਰਸ਼ੀਆ ਨੇ ਨਹੀਂ ਇਸ ਗੱਲ ਤੇ ਆਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ 2 ਦਿਨ ਦੀ ਲੜਾਈ 4 ਦਿਨ ਦੀ ਲੜਾਈ ਤਾਂ ਹੋ ਜਾਂਦੀ ਹੈ, ਪਰ ਇਹ ਤਾਂ ਹੁਣ 3 ਮਹੀਨੇ ਤੋਂ ਉੱਪਰ ਚਲੇ ਗਿਆ। ਔਰ ਇਸੇ ਕਰਕੇ ਇਹਨਾਂ ਨੇ ਇਹ ਸਮਿਟ ਜ਼ਾਹਰ ਕੀਤਾ। ਇਹਦੇ ਵਿੱਚ ਇਹਨਾਂ ਨੇ ਰਲ ਕੇ ਮਤਾ ਪਕਾਇਆ ਕਿ ਇਹਦਾ ਨਾਲ ਬਾਈਕਾਟ ਕੀਤਾ ਜਾਵੇ ਰਸ਼ੀਆ ਨਾਲ, ਰਸ਼ੀਆ ਕੋਲ ਲੈਣ ਦੇਣ ਜਿਹੜਾ ਬੰਦ ਕੀਤਾ ਜਾਵੇ। ਤੁਹਾਡੀ ਗੱਲ ਠੀਕ ਸੀ, ਜਿਹੜਾ ਲੈਣ ਦੇਣਾ ਅਸੀਂ ਸਾਡਾ ਆਪਣਾ ਇੰਡੀਆ ਦਾ ਬਹੁਤ ਜ਼ਿਆਦਾ ਉਹਨਾਂ ਨਾਲ, ਤੇਲ ਵੀ ਉਹਦੇ ਕੋਲ ਲੈ ਰਹੇ ਹਾਂ ਆਪਾਂ, ਕਣਕ ਵੀ ਲੈ ਰਹੇ ਹਾਂ, ਔਰ ਇੰਡਸਟਰੀ ਦਾ ਮਾਲ ਵੀ ਹੈਗਾ, ਵੈਪਨ ਵੀ ਲੈ ਰਹੇ ਹਾਂ, ਜਿੱਥੇ ਸੈਵਰਜੈਟ ਜਹਾਜ਼ ਵੀ ਲੈ ਰਹੇ ਹਾਂ, ਬੜਾ ਕੁਝ ਸੀਗਾ ਉਹਨਾਂ ਕੋਲ, ਕਿਉਂਕਿ ਰਸ਼ੀਆ ਬੜਾ ਸੁਪਰ ਪਾਵਰ ਰਿਹਾ। ਜਿਹੜੀਆਂ 5 ਸੁਪਰ ਪਾਵਰ ਉਹਨਾਂ ਵਿੱਚੋਂ ਇੱਕ ਜਿਹੜਾ ਇਹ ਕੰਟਰੀ ਹੈਗਾ, ਔਰ ਇਹਦਾ ਏਰੀਆ ਵੀ ਬਹੁਤ ਦੂਰ ਤੱਕ ਹੈਗਾ। ਪਰ ਰਸ਼ੀਆ ਇੱਕ ਵਾਰੀ ਸਕੈਟਰਡ ਹੋ ਗਿਆ ਸੀਗਾ, ਇਹ ਵੱਖਰਾ ਹੋ ਗਿਆ ਸੀ, ਉਦੋਂ ਇਹਦੀ ਪਾਵਰ ਬਹੁਤ ਘਟ ਗਈ ਸੀ। ਔਰ ਉਦੋਂ ਅਮਰੀਕਾ ਸਟੇਬਲ ਰਿਹਾ, ਅਮਰੀਕਾ ਉੱਥੇ ਦਾ ਉੱਥੇ ਰਿਹਾ, ਕੈਨੇਡਾ ਆਪਣੀ ਜਗ੍ਹਾ ਰਿਹਾ, ਪਰ ਅਮਰੀਕਾ 'ਚ ਥੋੜ੍ਹੀ ਇਹਦੇ 'ਚ ਰਸ਼ੀਆ 'ਚ ਰਹੀ ਥੋੜ੍ਹੀ ਜਿਹੀ ਗੱਲ। ਪਰ ਉਹੀ ਫਰਸਟ੍ਰੇਸ਼ਨ 'ਚ ਇਹ ਇਲਾਕਾ ਜਿਹੜਾ ਯੂਕਰੇਨ ਦਾ ਕਿਸੇ ਜ਼ਮਾਨੇ 'ਚ ਕਿਸੇ ਜਗ੍ਹਾ 'ਤੇ ਇਹਦੇ ਕੋਲ ਰਿਹਾ ਹੈ। ਔਰ ਇਹ ਹੁਣ ਉਹਨਾਂ ਨੇ ਇੰਡੀਪੈਂਡੈਂਟ ਆਪਣੇ ਆਪ ਨੂੰ ਡਿਕਲੇਅਰ ਕਰਤਾ, ਬੜਾ ਕੁਝ ਕਰਨ ਤੋਂ ਬਾਅਦ ਇਹਨਾਂ ਨੇ ਫਿਰ ਉਹਨੂੰ ਨੇੜੇ ਲਿਆਉਣ ਦੀ ਯਤਨ ਕੀਤਾ। ਜਿਸ ਤਰ੍ਹਾਂ ਬੰਗਲਾਦੇਸ਼ ਪਾਕਿਸਤਾਨ 'ਚੋਂ ਗਿਆ 1971 'ਚ ਲੜਾਈ ਦੇ ਟਾਈਮ 'ਤੇ ਵੱਖਰਾ ਹੋ ਗਿਆ ਸੀਗਾ। ਇਹ ਗੱਲ ਹੈਗੀ ਸੀ ਇਲਾਕੇ ਨੂੰ ਨੇੜੇ ਫਿਰ ਲਾਉਣ ਦੀ, ਆਪਣੇ ਕਬਜ਼ੇ 'ਚ ਰੱਖਣ ਦੀ। ਪਰ ਇਹ ਇੱਕ ਗੱਲ ਠੀਕ ਰਹੀ ਇੱਥੋਂ ਕਿ ਵਰਲਡ ਵਾਰ ਦਾ ਜਿਹੜਾ ਰੂਪ ਨਹੀਂ ਇਹਨੇ ਅਖਤਿਆਰ ਕੀਤਾ, ਨਹੀਂ ਤੇ ਜਿਸ ਤਰ੍ਹਾਂ ਇਹ ਕੰਟਰੀ ਇਕੱਠੇ ਹੋ ਗਏ ਸਾਰੇ ਮਰਨੇ ਸੀ, ਸਾਰੇ ਦੇਸ਼। ਤੇ ਰਹੀ ਗੱਲ ਇੰਡੀਆ ਦੀ, ਇੰਡੀਆ ਚੁੱਪ ਰਿਹਾ ਤੇ ਬਚ ਗਿਆ। ਜੇ ਕਿਤੇ ਉਹਨਾਂ ਦੇ ਇਨਵੋਲਵਮੈਂਟ 'ਚ ਆ ਜਾਂਦਾ, ਇਕੱਠੇ ਹੋ ਜਾਂਦੇ ਸਾਰਾ। ਅਮਰੀਕਾ ਤਾਂ ਤੁਹਾਨੂੰ ਪਤਾ ਹੀ ਆ ਕਿ ਅਮਰੀਕਾ ਨੇ ਤਾਂ ਆਪਣੇ ਹਥਿਆਰ ਵੇਚਣੇ ਆ। ਅੱਜ ਵੀ ਜੇ ਯੂਕਰੇਨ 'ਚ ਜੋ ਹਥਿਆਰ ਚੱਲ ਰਹੇ ਆ, ਜੋ ਵੈਪਨ ਆ, ਜੋ ਚੱਲ ਰਿਹਾ ਸਾਰਾ ਕੁਝ ਉਹ ਅਮਰੀਕਾ ਦਾ ਹੀ ਆ, ਅਮਰੀਕਾ ਤੋਂ ਆਇਆ। ਟੈਂਕਾਂ ਤੱਕ ਆਇਆ, ਜਿਹੜੇ ਬੰਬ ਆ ਰਹੇ ਉੱਥੇ ਚਲਾ ਰਹੇ ਆ, ਸਾਰਾ ਕੁਝ ਉੱਥੇ ਆ, ਇਹ ਉਹ ਦੇ ਰਿਹਾ। ਔਰ ਜਿੰਨੇ ਯੂਰਪੀਅਨ ਕੰਟਰੀ ਆ ਉਹਨਾਂ ਦੀ ਫੇਵਰ 'ਚ ਚੱਲ ਰਹੇ ਸੀ। ਇਸ ਕਰਕੇ ਯੂਕਰੇਨ ਅਜੇ ਤੱਕ ਬਚਿਆ ਜਾ ਰਿਹਾ। ਵੈਪਨ ਮਿਲ ਗਿਆ ਉਹਨਾਂ ਨੂੰ, ਫੋਰਸਾਂ ਮਿਲ ਗਈਆਂ ਉਹਨਾਂ ਨੂੰ, ਨਾਲ ਉਹਦੇ ਤਾਂ ਸਾਰੀ ਪਾਵਰ ਮਿਲ ਗਈ। ਉਸ ਪਾਵਰ ਨੇ ਉਹਨਾਂ ਨੂੰ ਬਚਾ ਰੱਖਿਆ। ਨਹੀਂ ਤੇ ਐਡੀ ਵੱਡੇ ਪਾਵਰਫੁਲ ਕੰਟਰੀ ਦੇ ਅੱਗੇ ਤਾਂ 2 ਮਿੰਟ ਵੀ ਨਹੀਂ ਕੱਢਦਾ ਕੰਟਰੀ। ਜੋ ਚੱਲਣੀ ਆ ਉੱਥੋਂ, ਜੋ ਕੁਝ ਮਿਜ਼ਾਈਲਾਂ ਚੱਲਣੀਆਂ ਤਾਂ ਉੱਥੋਂ ਚੱਲਣੀ। ਹੁਣ ਜਿਹੜੀ ਆ ਜ਼ਮੀਨੀ ਲੜਾਈ ਘਟ ਗਈ ਆ। ਜ਼ਮੀਨੀ ਲੜਾਈ ਉਹ ਨਹੀਂ ਹੈਗੀ ਕਿ ਮੈਨ ਟੂ ਮੈਨ ਫਾਈਟਿੰਗ ਆ, ਜਾਂ ਉੱਥੇ ਜਾ ਕੇ ਤੁਸੀਂ ਟੈਕਨੋਲੋਜੀ ਹੈ ਨਾ, ਹੁਣ ਟੈਕਨੋਲੋਜੀ ਆ ਗਈ, ਹੁਣ ਉੱਥੋਂ ਹੀ ਮਾਰ ਸਕਦੇ ਆ, ਇਨਵਾਇਰਨਮੈਂਟ ਨਾਲ ਮਾਰ ਸਕਦੇ। ਬਿਲਕੁਲ ਸਹੀ ਗੱਲ ਹੈ। ਉਹ ਜਦੋਂ ਜਾਪਾਨ 'ਚ ਜਦੋਂ ਵਰਲਡ ਵਾਰ ਚੱਲੇ ਸੀਗੇ 500 ਜਹਾਜ਼ ਹਿਟਲਰ ਦੇ ਟਾਈਮ 'ਤੇ, ਉਹ ਵੇਖੋ ਨਾਗਾਸਾਕੀ, ਹੀਰੋਸ਼ੀਮਾ, ਜਿਹੜੇ ਸਟੇਟ ਆ, ਏਰੀਆ ਅਜੇ ਤੱਕ ਵੀ ਉਹ ਪੈਰਾਂ ਸਿਰ ਨਹੀਂ ਹੋਇਆ। ਜੋ ਵੀ ਅਜੇ ਬੱਚੇ ਜੰਮਦੇ ਆ, ਲੂਲੇ ਲੰਗੜੇ ਕਈ ਕੁਛ ਹੁੰਦਾ, ਉੱਥੋਂ ਦੀ ਆਬਹਵਾ ਇੱਦਾਂ ਦੀ ਖਰਾਬ ਹੋ ਗਈ ਸੀ, ਔਰ ਉਹ ਕੈਮੀਕਲ ਇੱਦਾਂ ਦਾ ਆ ਗਿਆ ਉੱਥੇ, ਪ੍ਰਫੁੱਲਤ ਹੋ ਗਿਆ ਸੀ, ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਸੀ। ਉਹ ਜ਼ਮਾਨੇ ਦੀ ਗੱਲ ਤਾਂ ਹੁਣ ਤਾਂ ਇੰਨਾ ਜ਼ਿਆਦਾ ਟੈਕਨੋਲੋਜੀ ਅੱਗੇ ਆ ਗਈ ਹੈ। ਹੁਣ ਲੜਾਈ ਜਿਹੜੀ ਹੈ ਵਿਨਾਸ਼ਕਾਰੀ ਹੈ, ਜਿੰਨਾ ਕੁਛ ਨੁਕਸਾਨ ਹੋਵੇਗਾ ਕੰਟਰੀਆਂ 'ਚ, ਉਹਨਾਂ ਝੱਲਣਾ ਔਖਾ ਹੋ ਜਾਊਗਾ। ਪਰ ਸ਼ੁਕਰ ਹੈਗਾ ਕਿ ਇੰਡੀਆ ਦੂਰ ਰਿਹਾ, ਬਚਾ ਰਿਹਾ। ਬਾਕੀ ਜਿਹੜੀਆਂ ਕੰਟਰੀ ਨੇ, ਅਰਬ ਕੰਟਰੀ ਹੈ, ਇਹ ਵੀ ਬਚਾ ਰਹੇ, ਦੂਰ ਰਹੇ ਇਹਨਾਂ ਤੋਂ। ਤਾਂ ਇਰਾਨ ਵਰਗੇ ਦੇਸ਼ ਜਿਹੜੇ ਦੂਰ ਰਹੇ,
ਨਹੀਂ ਤੇ ਜੇ ਇਕਜੁੱਟ ਹੋ ਜਾਂਦੇ ਲੜਾਈ ਹੋ ਜਾਂਦੀ ਅੱਧੇ ਉਧਰ ਤੇ ਅੱਧੇ ਉਧਰ ਮਰਾਉਣ ਵਾਲੇ ਬੰਦੇ ਹੁੰਦੇ ਆ। ਅਮਰੀਕਾ ਦੀ ਇੱਕ ਚਾਲ ਸੀਗੀ, ਉਹਨੇ ਤਾਂ ਆਪਣਾ ਸਮਾਨ ਵੇਚਣਾ ਸੀ, ਇਹੀ ਉਹਨੇ ਪਾਕਿਸਤਾਨ 'ਚ ਕਰਨ ਲੱਗਾ ਸੀਗਾ। ਪਾਕਿਸਤਾਨ 'ਚ ਉਹਨੇ 2 ਲੌਬੀਆਂ ਬਣਾਤੀਆਂ। ਜਵੇਦ ਜਿਹੜਾ ਸੀਗਾ ਉਹਨਾਂ ਦਾ ਚੀਫ ਆਫ ਦੀ ਆਰਮੀ ਸਟਾਫ, ਉਹ ਉਹਨਾਂ ਦੇ ਹੱਕ ਸੀਗਾ, ਔਰ ਇਮਰਾਨ ਖਾਨ ਨੂੰ ਉਹਨਾਂ ਇੱਕ ਨੁਕਰੇ ਲਾ ਕੇ ਸ਼ਰੀਫ ਆ ਗਏ ਉੱਥੇ, ਔਰ ਸ਼ਰੀਫ ਫੈਮਿਲੀ, ਉਹਦਾ ਬੇਟਾ ਹਮਜ਼ਾ ਸ਼ਰੀਫ ਉਹ ਪੰਜਾਬ ਦਾ ਬਣ ਗਿਆ, ਉੱਧਰ ਬਣ ਗਿਆ। ਇਹ ਸਾਡੇ ਪੜੋਸੀ ਦੇਸ਼ ਦੀ ਗੱਲ ਹੈ। ਔਰ ਇਹਦੇ ਵਿੱਚ ਕੀ ਹੋਇਆ, ਇਹਦੇ ਵਿੱਚ ਚਾਈਨਾ ਨਹੀਂ ਆਇਆ, ਇਹਦੇ ਵਿੱਚ ਕੋਈ ਆਸਟ੍ਰੇਲੀਆ ਨਹੀਂ ਆਇਆ, ਨਾ ਕੈਨੇਡਾ ਆਇਆ, ਅਮਰੀਕਾ ਦੀ ਛੇੜ ਸੀਗੀ। ਉਹਨਾਂ ਨੂੰ ਪਤਾ ਜਿਹੜੀ ਵੀ ਸਰਕਾਰ ਚੱਲਦੀ ਹੈ ਡਿਵੈਲਪ ਕੰਟਰੀ 'ਚ, ਉਹਨਾਂ ਸਾਰਿਆਂ ਦੇ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਪਾਵਰਫੁਲ ਕੰਟਰੀ ਜਾਂ ਉਹਨਾਂ ਦੀ ਨੀਤੀ ਹੁੰਦੀ ਹੈ। ਪਰ ਅਮਰੀਕਾ ਦਾ ਰਹਿੰਦਾ ਹੀ ਹਰ ਪਿੱਛੇ, ਇਹਨਾਂ ਦੀ ਇੱਕ ਬੈਕਗਰਾਉਂਡ ਇੱਦਾਂ ਦੀ ਹੈ, ਇਹ ਕੁਛ ਨਾ ਕੁਛ ਚੌਂਤੀ ਲਾ ਕੇ ਲੜਾਈ ਲਾਉਂਦੇ ਆ। ਲੜਾਈ ਜਦੋਂ ਲੱਗ ਗਈ ਤਾਂ ਵੈਪਨ ਉੱਥੇ ਵਿਕਣੇ ਆ, ਕਿਉਂਕਿ ਉਹਨਾਂ ਦੇ ਤਾਂ ਜ਼ਖੀਰਾ, ਸੈਟੇਲਾਈਟ ਇੰਡਸਟਰੀ ਹੈ, ਉਹਨਾਂ ਦਾ ਜੰਗਾਲ ਲੱਗਦਾ ਵੈਪਨ ਨੂੰ। ਹਥਿਆਰ ਉੱਥੇ ਇੱਦਾਂ ਦੇ ਆ, ਅਣਚੱਲੇ ਹਥਿਆਰ ਰੱਖੇ ਹੁੰਦੇ, ਉਹਦੇ ਵਿੱਚ ਭਰੋ ਜਹਾਜ਼ ਤੇ ਭੇਜੋ ਉੱਥੇ, ਹੈ ਨਾ, ਜੰਗੀ ਵੇੜੇ ਬਣਾ ਦਿਓ ਉੱਥੇ, ਭੇਜ ਦਿਓ ਉੱਥੇ, ਕਰਾਓ ਲੜਾਈ ਵੱਡੀ ਤੋਂ ਵੱਡੀ। ਇਹ ਤਾਂ ਸ਼ੁਕਰ ਹੈਗਾ ਕਿ ਜਿਹੜਾ ਵਰਲਡ ਵਾਰ ਲੱਗਣ ਤੋਂ ਬਚਾਅ ਹੋ ਗਿਆ। ਉਹ ਲੱਗਣੀ ਵੀ ਨਹੀਂ ਸੀ ਕਿਉਂਕਿ ਬਿਜ਼ਨਸ ਹੈ, ਬਿਜ਼ਨਸ ਜੇ ਵਰਲਡ ਵਾਰ ਲੱਗੇਗੀ ਤਾਂ ਖੁਦ ਵੀ ਤਾਂ ਤਬਾਹ ਹੋਵਾਂਗੇ, ਇਸ ਕਰਕੇ ਬਿਜ਼ਨਸ ਹੈ। ਚਲੋ ਇਹ ਸਟ੍ਰੈਟਜੀ ਹੈ, ਕਿਉਂਕਿ ਸੈਟੇਲਾਈਟ ਇੰਡਸਟਰੀ ਵੈਪਨ ਦੀ ਇੰਡਸਟਰੀ ਹੈ, ਉਹ ਚੱਲਦੀ ਰਹਿੰਦੀ ਹੈ। ਸੋ ਹੁਣ ਆਪਾਂ ਅੱਗੇ ਵਧੀਏ। ਅੱਗੇ ਇਹ ਹੈ ਕਿ ਕ੍ਰਿਕਟ ਦਾ ਆਪਾਂ ਦੇਖਦੇ ਹਾਂ ਕਿ ਸੱਭਿਆਚਾਰ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਬਹੁਤ ਜ਼ਿਆਦਾ ਹੈ। ਇੱਕ ਰਿਲੀਜਨ ਦੀ ਤਰ੍ਹਾਂ ਅਸੀਂ ਕ੍ਰਿਕਟ ਨੂੰ ਲੈ ਕੇ ਤੁਰਦੇ ਹਾਂ ਭਾਰਤ ਦੇ ਵਿੱਚ। ਤੇ ਅਮਰੀਕਾ ਵਿੱਚ ਕ੍ਰਿਕਟ ਨਹੀਂ ਖੇਡਿਆ ਜਾਂਦਾ ਕਿਉਂਕਿ ਉਹ ਵੇਸਟੇਜ ਆਫ ਟਾਈਮ ਮੰਨਿਆ ਜਾਂਦਾ, ਕਿ ਪਹਿਲਾਂ ਤਾਂ 5 ਦਿਨ ਦਾ ਟੈਸਟ ਮੈਚ ਚੱਲਦਾ ਸੀ, ਹੁਣ ਕਮ ਸੇ ਕਮ 2020 ਤਾਂ ਹੈਗਾ ਹੀ ਆ। ਪਰ 2020 ਨੂੰ ਅੱਜ ਕੱਲ੍ਹ ਜ਼ਿਆਦਾ ਪਪੂਲੈਰਿਟੀ ਮਿਲ ਰਹੀ ਕਿਉਂਕਿ ਉਹ ਫਾਸਟ ਗੇਮ ਆ। ਹਾਲਾਂਕਿ ਵਨ ਡੇ ਵੀ ਹੋਣ ਲੱਗ ਪਿਆ ਸੀ, ਹੁਣ ਵਨ ਡੇ ਤੋਂ ਵੀ ਫਾਸਟ ਚਲੇ ਗਏ ਆਪਾਂ, ਕਿਉਂਕਿ ਉਹ 50 ਓਵਰਸ ਸੀਗਾ ਵਨ ਡੇ, ਹੁਣ 20 ਓਵਰਸ ਆ। ਇਟਸ ਲਾਈਕ ਅ ਲੋਲੀਪੌਪ, ਮਤਲਬ ਉਦੋਂ ਹੀ ਤੁਸੀਂ ਲੋਲੀਪੌਪ ਚੂਸਦੇ ਤੁਹਾਡਾ ਮੈਚ ਖਤਮ ਹੋ ਜਾਂਦਾ। ਸੋ ਅਮਰੀਕਾ ਦੇ ਵਿੱਚ ਇਸ ਨੂੰ ਜੋ ਪ੍ਰਵਾਸੀ ਭਾਈਚਾਰਾ ਸਾਡੇ ਉੱਥੇ ਬੈਠੇ ਨੇ ਭਾਰਤੀ, ਉਹ ਉਸ ਨੂੰ ਤਰਜੀਹ ਦੇ ਰਹੇ ਨੇ, ਔਰ ਸ਼ਾਇਦ ਪਹਿਲੀ ਵਾਰ ਲਾਈਮਲਾਈਟ 'ਚ ਆ ਰਿਹਾ ਹੈ ਕ੍ਰਿਕਟ ਅਮਰੀਕਾ ਦੀ ਧਰਤੀ ਦੇ ਉੱਤੇ। ਅੱਛਾ, ਇਹ ਬੜੀ ਵੱਡੀ ਗੱਲ ਹੈ ਕਿ ਜਿਹੜੇ ਸਾਡੇ ਪ੍ਰਵਾਸੀ ਭਾਰਤੀ ਅਮਰੀਕਾ 'ਚ ਬੈਠੇ ਆ, ਉਹਨਾਂ ਨੇ ਐਸਾ ਜਜ਼ਬਾ ਅੰਦਰ ਆਇਆ, ਐਸਾ ਜਨੂਨ ਆਇਆ ਕਿ ਉਹਨਾਂ ਨੇ ਇਕੱਠੇ ਹੋ ਕੇ ਨਾ ਕਿਹਾ ਵੀ ਕ੍ਰਿਕਟ ਜਿਹੜੀ ਆ ਇਹਨੂੰ ਇੱਥੇ ਪਾਪੂਲਰ ਕਰ ਦਿਓ, ਕਿਉਂਕਿ ਉਹ ਆਪ ਵੀ ਇੰਟਰਸਟਡ ਹੈ ਇਹਦੇ 'ਚ, ਗੇਮ 'ਚ ਚਾਹੁੰਦੇ ਆ ਵੀ ਕਿ ਪੰਜਾਬ ਦੇ ਲੋਕਾਂ ਨੇ ਜ਼ਿਆਦਾ ਇਹਦਾ ਪਿੱਛਾ ਪੂਰਿਆ ਔਰ ਇਹਦੇ ਪਿੱਛੇ ਲੱਗੇ ਵੀ ਆ। ਔਰ ਉਹਨਾਂ ਨੇ ਉਹ ਉੱਥੇ ਸਟੇਡੀਅਮ ਵੀ ਬਣਾਉਣ ਦਾ ਨਕਸ਼ੇ ਬਣਾਉਂਦੇ ਆ, ਔਰ ਪੈਸਾ ਜਿਹੜਾ ਇਕੱਠਾ ਹੋ ਗਿਆ 940 ਲੱਖ ਕਰੋੜ ਪੈਸਾ ਇਕੱਠਾ ਹੋ ਗਿਆ ਉੱਥੇ, ਔਰ ਉਹ 'ਚ ਕਿੰਨਾ ਕੋਈ 20 ਲੱਖ ਕਰੋੜ ਬਣ ਜਾਂਦਾ ਉੱਥੇ ਜਿਹੜਾ ਪੈਸਾ ਡਾਲਰਾਂ 'ਚ। ਔਰ ਉਹ ਪੈਸਾ ਸਿਰਫ ਪੰਜਾਬੀਆਂ ਨੇ, ਪ੍ਰਵਾਸੀ ਭਾਰਤੀਆਂ ਨੇ ਇਕੱਠਾ ਕੀਤਾ, ਸਟੇਡੀਅਮ ਬਣਾਤੇ ਉੱਥੇ, ਔਰ ਸਾਰਾ ਕੁਝ ਟੀਮਾਂ ਵੀ ਦੀ ਬਣਤਰ ਵੀ ਬਣਦੀ ਜਾ ਰਹੀ ਹੈ। ਔਰ ਦੇਖੋ ਇਹ ਗੱਲ ਵਧੀਆ ਹੈਗੀ ਆ ਕਿ ਜੋ ਉਹਨਾਂ ਨੂੰ ਚੰਗੀ ਚੀਜ਼ ਲੱਗੀ ਉਹਨਾਂ ਨੇ ਉੱਥੇ ਪ੍ਰਚਲਿਤ ਕਰਤੀ। ਇਸ ਕਰਕੇ ਕੀਤੀ ਕਿ ਸਾਡੇ ਨੌਜਵਾਨ ਬੈਠੇ ਉੱਥੇ, ਸਾਡੇ ਬਜ਼ੁਰਗ ਵੀ ਬੈਠੇ ਉੱਥੇ, ਔਰ ਸਾਡੇ ਬੱਚੇ ਬੈਠੇ ਉੱਥੇ, ਉਹ ਚਾਹੁੰਦੇ ਆ ਕ੍ਰਿਕਟ ਵੇਖਣਾ। ਔਰ ਜਿੱਦਾਂ ਵਨ ਡੇ ਤੁਸੀਂ ਕਿਹਾ, ਔਰ ਉਹ ਸਟੇਡੀਅਮ ਹੈਗੇ, ਵਨ ਡੇ ਵੀ ਉੱਥੇ ਚੱਲਣਗੇ ਅਤੇ ਸੀਰੀਨਾ ਵੀ ਚੱਲਣਗੇ, ਕਿਉਂਕਿ ਹਰ ਕੰਟਰੀ ਚੱਲ ਰਿਹਾ। ਔਰ ਅਮਰੀਕਾ ਬਾਕੀ ਗੱਲਾਂ 'ਚ ਅੱਗੇ ਇਹ ਤੋਂ ਪਿੱਛੇ ਰਹਿ ਗਿਆ, ਜਿਸ ਤਰ੍ਹਾਂ ਅਸੀਂ ਹਾਕੀ ਤੋਂ ਪਿੱਛੇ ਰਹਿ ਗਏ। ਸਾਡੀ ਹਾਕੀ ਦੀ ਚੜ੍ਹਤ ਕਿੰਨੀ ਵੱਡੀ ਹੁੰਦੀ ਸੀ, ਕਿੰਨੇ ਓਲੰਪੀਅਨ ਜਿਹੜੇ ਮੈਚ ਖੇਡੇ ਆ, ਕਿੰਨੇ ਉੱਥੋਂ ਦੇ ਤਗਮੇ ਲੈ ਕੇ ਆਏ ਆ ਸਾਡੇ ਪੁਰਾਣੇ ਹਾਕੀ ਦੇ ਖਿਡਾਰੀ। ਔਰ ਉਦੋਂ ਬਾਅਦ ਜਿਹੜਾ ਹਾਕੀ ਸਾਡੀ ਚੱਲਦਿਆਂ ਬਹੁਤ ਥੱਲੇ ਚਲੇ ਗਈ, ਕ੍ਰਿਕਟ ਦੇ ਪਿੱਛੇ ਅਸੀਂ ਲੱਗ ਗਏ, ਔਰ ਗੇਮ ਇਹ ਚੰਗੀ ਚੱਲ ਗਈ। ਫੁੱਟਬਾਲ ਵੀ ਸਾਡਾ ਉੱਥੇ ਨਹੀਂ ਪਹੁੰਚਿਆ, ਔਰ ਵਾਲੀਬਾਲ ਹੈ ਨਾ, ਡਿਸਕਸ ਥਰੋ, ਜਿੰਨੀਆਂ ਵੀ ਗੇਮ ਸੀ ਜਿਹੜੀਆਂ ਐਥਲੈਟਿਕਸ ਦੀਆਂ ਸੀ, ਉਹਦੇ ਪਿੱਛੇ ਹਟ ਗਏ। ਸਾਨੂੰ ਜਨੂਨ ਇੱਥੇ ਵੀ ਉਹੀ ਹੋ ਗਿਆ, ਜਨੂਨ ਹੈਗਾ ਵੀ ਸਿਰ ਨੂੰ ਚੜ੍ਹ ਗਈ ਉਹ ਇੱਕੋ ਗੇਮ, ਜਦੋਂ ਕਿ ਫਿਜ਼ੀਕਲ ਫਿਟਨੈਸ ਜਿਹੜੀ ਹੈ ਬਾਕੀ ਗੇਮਾਂ 'ਚ ਵੀ ਬਹੁਤ ਜ਼ਿਆਦਾ ਹੈਗੀ ਆ। ਸਾਡੇ ਨੌਜਵਾਨ ਮੁੰਡੇ ਚਾਹੁੰਦੇ ਆ ਖੇਡਣਾ, ਸਪੋਰਟਸ ਡਿਪਾਰਟਮੈਂਟ ਸਾਡਾ ਉਹਨਾਂ ਵੱਲ ਖਿਆਲ ਹੀ ਨਹੀਂ ਦਿੰਦਾ, ਨਾ ਕੋਈ ਕੋਟਾ ਰੱਖਿਆ ਉਹਨਾਂ ਦਾ, ਨਾ ਨੌਕਰੀਆਂ, ਨਾ ਵਿਚਾਰਿਆਂ ਦਾ ਕੁਝ ਕੰਮ ਚੱਲਦਾ। ਸੋ ਹਾਕੀ ਦੀ ਤੁਸੀਂ ਗੱਲ ਕੀਤੀ ਹੈ, ਹਾਕੀ ਤੇ ਮਤਲਬ ਸਾਡੀ ਨੈਸ਼ਨਲ ਗੇਮ ਹੈ ਭਾਰਤ ਦੀ। ਧਿਆਨ ਸਿੰਘ ਵਰਗੇ ਖੇਡਦੇ ਤੁਸੀਂ ਦੇਖੋ, ਜਦੋਂ ਸਾਨੂੰ ਆਜ਼ਾਦੀ ਮਿਲਦੀ ਹੈ ਸਾਨੂੰ, ਤੇ ਬਹੁਤੇ ਪਲੇਅਰ ਸਾਡੇ ਪਾਕਿਸਤਾਨ ਚਲੇ ਗਏ, ਤੇ ਇੱਕ ਨਵੀਂ ਟੀਮ ਬਣਾਈ ਗਈ, ਤੇ ਧਿਆਨ ਚੰਦ ਜੀ ਜਿਹੜੇ ਸਾਡੇ ਉਹ ਵਧੀਆ ਪਲੇਅਰ, ਉਹ ਰਿਟਾਇਰ ਹੋ ਚੁੱਕੇ ਸੀ ਉਦੋਂ ਤੱਕ। ਤੇ ਫਿਰ ਵੀ ਉਹਨਾਂ ਨੇ ਜਿਹੜੀ ਨਵੀਂ ਟੀਮ ਬਣਾਈ ਹੈ, ਉਸ ਟੀਮ ਨੇ ਇੰਗਲੈਂਡ ਨੂੰ ਹੀ ਹਰਾਇਆ ਸੀਗਾ ਓਲੰਪਿਕਸ ਦੇ ਵਿੱਚ, ਜਰਮਨ ਨੂੰ ਵੀ ਗੋਲਡ ਮੈਡਲ ਲੈ ਕੇ ਆਏ ਪਹਿਲੀ ਵਾਰ ਆਜ਼ਾਦ ਭਾਰਤ ਦੇ ਵਿੱਚ। ਸੋ ਜਿਸ ਦੇਸ਼ ਨੇ ਹਕੂਮਤ ਕੀਤੀ ਉਸੇ ਦੇਸ਼ ਦੀ ਟੀਮ ਨੂੰ ਹਰਾਇਆ। ਸੋ ਇੱਕ ਇਹ ਵੀ ਹਿਟਲਰ ਨੇ ਖੇਡਦਿਆਂ ਦੇਖਿਆ ਨੂੰ, ਧਿਆਨ ਚੰਦ ਨੂੰ ਹਿਸਟਰੀ ਖੇਡਦੇ, ਜਦੋਂ ਹਿਟਲਰ ਖੇਡ ਰਹੇ ਤੇ ਹਿਟਲਰ ਨੇ ਖੁਦ ਦੇਖਿਆ ਇਹਨੂੰ, ਔਰ ਉਹਨੂੰ ਬੁਲਾਇਆ ਕਿ ਤੁਸੀਂ ਜੇ ਆਰਮੀ 'ਚ ਕਿੱਥੇ ਕੰਮ ਕਰਦੇ ਆਂਦੇ, ਆਰਮੀ 'ਚ ਕਿੱਥੇ ਆਂਦੇ, ਇੰਡੀਆ 'ਚ ਆਂਦੇ ਕੀ ਰੈਂਕ ਆ, ਉਦੋਂ ਕੋਈ ਮੇਜਰ ਸੀ, ਉਹਨੇ ਕਿਹਾ ਮੈਂ ਤੁਹਾਨੂੰ ਬ੍ਰਿਗੇਡੀਅਰ ਬਣਾ ਦੇਣਾ, ਜੋ ਵੀ ਹੈਗਾ ਤੁਸੀਂ ਉੱਪਰ ਆਓ ਤੇ ਮੇਰੀ ਟੀਮ 'ਚ ਸ਼ਾਮਲ ਹੋ ਜਾਓ। ਇਹਨਾਂ ਦੀ ਸਟਿਕ ਬਦਲੀ ਜਾਂਦੀ ਸੀ, ਕਿਉਂਕਿ ਇੰਨਾ ਸੋਹਣਾ ਖੇਡਦੇ ਸੀ, ਇੰਨੀ ਕੈਰਿੰਗ ਕਰਦੇ ਸੀ ਕਿ ਉਹਨਾਂ ਨੂੰ ਲੱਗਦਾ ਹੈ ਵੀ ਇਹਦੀ ਹਾਕੀ ਦੇ ਵਿੱਚ ਕੁਝ ਐਸਾ ਜਾਦੂ ਆ, ਐਸਾ ਕੁਝ ਹੈਗਾ। ਕਈ ਵਾਰੀ ਹਾਕੀ ਬਦਲੀ ਇਹਦੀ ਕਿ ਇੰਨਾ ਸੋਹਣਾ ਖੇਡਦੇ ਸੀ, ਔਰ ਕਿੱਥੇ ਜਾ ਕੇ
ਪਹੁੰਚੇ, ਕਿੰਨਾ ਕੁਝ ਕੀਤਾ, ਕਿੰਨੇ ਤਮਗੇ ਲੈ ਕੇ ਆਏ। ਉਹਦੇ ਨਾਲ ਸਰਜੀਤ ਸਿੰਘ ਵਰਗੇ ਹੋਰ ਬੜੇ ਅੱਛੇ ਹਾਕੀ ਦੇ ਪਲੇਅਰਸ ਰਹੇ ਨੇ। ਔਰ ਇਹ ਸੀਰੀਜ਼ ਜਿਹੜੀ ਆ ਹੁਣ ਆਪਣੇ ਜਲੰਧਰ ਦਾ ਏਰੀਆ ਬਹੁਤ ਅੱਗੇ ਰਿਹਾ ਇਸ ਕੰਮ 'ਚ, ਪਰ ਜਿਉਂ-ਜਿਉਂ ਅਸੀਂ ਕ੍ਰਿਕਟ ਵੱਲ ਵੱਧਦੇ ਰਹੇ ਤਿਉਂ ਸਾਡੀ ਹਾਕੀ ਪਿਛੜ ਗਈ ਹੈ। ਔਰ ਇੱਕ ਚੀਜ਼ ਦੇਖੋ, ਸਾਡੇ ਮੁਲਕ ਤੋਂ ਹਾਕੀ ਸਿੱਖ ਕੇ ਵਿਦੇਸ਼ੀਆਂ ਦੇ ਵਿੱਚ ਉਹਨਾਂ ਨੇ ਆਪਣੀਆਂ ਟੈਕਨੀਕਸ ਡਿਵੈਲਪ ਕਰ ਲਈਆਂ ਨੇ, ਹੋਰ ਤਰ੍ਹਾਂ ਦੀ ਹਾਕੀ ਖੇਡਦੇ ਨੇ। ਔਰ ਹੁਣ ਸਾਨੂੰ ਉਹਨਾਂ ਦੀਆਂ ਟੈਕਨੀਕਸ ਸਿੱਖਣੀਆਂ ਪੈਂਦੀਆਂ ਨੇ ਕਿ ਸਾਡੀ ਤਾਂ ਬਜ਼ੁਰਗਾਂ ਵਾਲੀ ਉਹ ਬਾਬਿਆਂ ਵਾਲੇ ਖੇਡਾਂ ਨੇ, ਔਰ ਉਹਦੇ ਵਿੱਚ ਨਵੀਂ ਚੀਜ਼ ਵੀ ਆ ਰਹੀ ਹੈ। ਹੁਣ ਬਾਕੀ ਮੁਲਕਾਂ ਨੂੰ ਦੇਖ ਕੇ ਅਸੀਂ ਵੀ ਹਾਕੀ ਜਲੰਧਰ ਉਹ ਵੀ ਚੀਜ਼ ਲੈ ਕੇ ਆ ਰਹੇ ਹਾਂ। ਕ੍ਰਿਕਟ ਦੇ ਬੈਟਸ ਤੇ ਹਾਕੀ ਜਲੰਧਰ ਹੀ ਬਣਦੀ, ਸਾਰਿਆਂ ਨੂੰ ਸਪਲਾਈ ਇੱਥੋਂ ਹੀ ਹੁੰਦੀ ਹੈ। ਅਸੀਂ ਇਹ ਲੈ ਕੇ ਆ ਰਹੇ ਹਾਂ ਕਿ ਜੋ ਸਾਡੇ ਬਜ਼ੁਰਗਾਂ ਦੇ ਮੈਥਡਸ ਨੇ ਨਾ ਹਾਕੀ ਖੇਡਣ ਦੇ, ਉਹਦੇ ਨਾਲ ਬਾਕੀ ਦੇਸ਼ ਵੀ ਜਿਹੜੇ ਨਵੇਂ-ਨਵੇਂ ਮੈਥਡਸ ਅਪਲਾਈ ਕਰ ਰਹੇ ਨੇ, ਉਹਨਾਂ ਦਾ ਇੱਕ ਕੰਬੀਨੇਸ਼ਨ ਬਣਾ ਕੇ ਇੱਕ ਨਵੀਂ ਤਰ੍ਹਾਂ ਦੀ ਗੇਮ ਡਿਵੈਲਪ ਕੀਤੀ ਜਾਵੇ ਹਾਕੀ ਦੀ। ਸੋ ਤੁਸੀਂ ਸਪੋਰਟਸ ਦੀ ਗੱਲ ਕੀਤੀ ਹੈ, ਇਸ ਵਾਰ ਪੰਜਾਬ ਦੇ ਬਜਟ ਦੇ ਵਿੱਚ ਸਪੋਰਟਸ ਵੱਲ ਖਾਸ ਧਿਆਨ ਦਿੱਤਾ ਗਿਆ, ਕਿਉਂਕਿ ਸਾਡੇ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਸਪੋਰਟਸ ਦੇ ਕਾਫੀ ਸ਼ੌਕੀਨ ਨੇ। ਇਸ ਵਕਤ ਬਜਟ ਵੀ ਵਾਵਾ ਰੱਖਿਆ ਗਿਆ, ਤਾਂ ਉਮੀਦ ਹੈ ਕਿ ਇਹ ਜੇ ਇਦਾਂ ਹੀ ਬਜਟ ਖਰਚਿਆ ਜਾਂਦਾ ਹੈ, ਸਹੇਲੀਆਂ ਤੇ ਕੰਮ ਚੱਲਦਾ ਹੈ, ਕਰਪਸ਼ਨ ਨਹੀਂ ਹੁੰਦੀ, ਵਿੱਚੋਂ ਪੈਸਾ ਖਾਣ ਵਾਲੇ ਆਪਣਾ ਜਾਦੂ ਨਹੀਂ ਕਰ ਸਕਦੇ, ਤੇ ਸਾਰਾ ਪੈਸਾ ਲੱਗਦਾ ਸਪੋਰਟਸ ਦੇ ਉੱਤੇ, ਤਾਂ ਹੋਪਫੁਲੀ ਬਹੁਤ ਵਧੀਆ ਪਲੇਅਰ ਪੰਜਾਬ ਦੇ ਇੰਟਰਨੈਸ਼ਨਲ ਲੈਵਲ ਤੇ ਖੇਡਣਗੇ। ਹਾਂ, ਇਸੇ ਤਰ੍ਹਾਂ ਜਦੋਂ ਆ ਸਪੋਰਟਸ ਦਾ ਗੱਲ ਹੋਈ ਔਰ ਲੱਗਦਾ ਕਿ ਪੰਜਾਬ 'ਚ ਫਿਰ ਦੁਬਾਰਾ ਇਹਨੂੰ ਸਰਜੀਤ ਕਰਨਗੇ, ਔਰ ਇਹਦੇ ਪਿੱਛੇ ਲੱਗ ਗਈ ਹੈ ਗੌਰਮੈਂਟ। ਪਰ ਇਹਦੇ ਵਿੱਚ ਸਾਡੇ NGO ਜਿਹੜੀ ਏਜੰਸੀਆਂ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਪੰਚਾਇਤਾਂ ਨੂੰ ਅੱਗੇ ਆਉਣਾ ਚਾਹੀਦਾ। ਪੰਚਾਇਤ ਦੇ ਜਿਹੜੇ ਸਰਪੰਚ ਨੇ ਜਾਂ ਪਿੰਡਾਂ ਦੇ ਯੂਥ ਕਲੱਬ ਬਣੇ ਆ, ਉਹਨਾਂ ਨੂੰ ਵੀ ਸਰਕਾਰ ਨਾਲ ਰਲ ਕੇ ਇਦਾਂ ਦੀ ਗੱਲ ਕਰਨੀ ਚਾਹੀਦੀ ਹੈ। ਗਰਾਊਂਡਾਂ ਤਾਂ ਪੰਜਾਬ ਦੇ ਪਿੰਡਾਂ 'ਚ ਬਹੁਤ ਹੈਗੀਆਂ, ਖੁੱਲੀਆਂ ਗਰਾਊਂਡਸ ਹੈਗੀਆਂ। ਦੈਨ ਜਿਹੜੇ ਪੰਜਾਬ ਦੇ ਪੰਚਾਇਤਾਂ ਨੇ, ਸਰਪੰਚ, ਉਹਨਾਂ ਨੂੰ ਪੈਸਾ ਆਪ ਇਕੱਠਾ ਕਰਨਾ ਚਾਹੀਦਾ, ਉਹਦੇ 'ਚੋਂ ਉਹਨਾਂ ਨੂੰ ਉਹਨਾਂ ਕੇ ਹਿੱਸਾ ਪਾਉਣਾ ਚਾਹੀਦਾ। ਕੱਲੀ ਸਰਕਾਰ ਕੋਲ ਤੁਹਾਨੂੰ ਪਤਾ ਹੀ ਕਿ ਇੰਨਾ ਕੁਝ ਸੰਭਾਲਣਾ ਜਾਂ ਅੱਗੇ ਲੈ ਕੇ ਜਾਣਾ ਔਖਾ ਲੱਗਦਾ। ਇੱਕ ਇੰਟਰਸਟ ਲੋਕਾਂ ਦਾ ਇਕੱਠਾ ਹੋਵੇ, ਇੱਕ ਪੈਸਾ ਹੋਵੇ, ਡਾਇਟ ਵੱਖਰੀ ਹੋਵੇ, ਉਹਨਾਂ ਦੀ ਖਾਣ ਪੀਣ ਵੱਖਰਾ ਹੋਣਾ ਚਾਹੀਦਾ। ਉਸੇ ਤਰ੍ਹਾਂ ਦਾ ਨਾਲ ਚੱਲਦਾ ਹੈ। ਜਿਸ ਤਰ੍ਹਾਂ ਹੁਣ ਦਾਰਾ ਜਿਹੜਾ ਆਪਣੇ ਖੇਡਦੇ ਰਹੇ ਆ, ਪਹਿਲਵਾਨ ਸੀਗੇ ਦਾਰਾ ਸਿੰਘ, ਉਹਨਾਂ ਦਾ ਪਿੰਡ ਧਰਮੂਚੱਕ ਆ, ਰਈਏ ਦੇ ਨਾਲ ਸੀਗਾ, ਔਰ ਉਹਨੂੰ ਦੇਖੋ ਪਿੰਡ ਨੇ ਪਾਲਿਆ। ਪਿੰਡ ਨੇ ਉਹਨਾਂ ਨੂੰ ਕਿਹਾ ਜਿੱਥੋਂ ਦੁੱਧ ਪੀਣਾ ਉੱਥੋਂ ਪੀਓ, ਐਕਸਰਸਾਈਜ਼ ਜਿੱਥੇ ਕਰਨੀ ਉੱਥੇ ਕਰੋ। ਉਸ ਜਦੋਂ ਪਿੰਡ 'ਚ ਪੜ੍ਹਦਾ ਸੀ, ਜਦੋਂ ਪਿੰਡ 'ਚ ਰਿਹਾ ਹੈ ਧਰਮੂਚੱਕ, ਔਰ ਉਹ ਪਿੰਡ ਨੇ ਪਾਲ ਕੇ ਦੇਖੋ ਕਿੱਥੇ ਦਾ ਕਿੱਥੇ ਵਰਲਡ ਚੈਂਪੀਅਨ ਬਣਾ ਕੇ ਤੋਰਤਾ ਬੰਦੇ ਨੂੰ। ਔਰ ਇਹ ਹੈਗੀ, ਮੇਰੇ ਗੱਲ ਕਹਿਣ ਦਾ ਮਤਲਬ ਹੈਗਾ ਕਿ ਪਿੰਡਾਂ ਦੇ ਲੋਕਾਂ ਨੂੰ ਇਹਦੇ ਨਾਲ ਲੱਗਣਾ ਚਾਹੀਦਾ, ਤਾਦੇ ਹੋਣਾ ਚਾਹੀਦਾ। ਸਾਡੇ NRI ਵੀਰ ਜਿਹਨਾਂ ਦੀ ਹੁਣ ਆਪਾਂ ਗੱਲ ਕੀਤੀ ਆ, ਅਮਰੀਕਾ 'ਚ ਤੇ ਬੜਾ ਕੁਝ ਕਰ ਰਹੇ ਆ। ਨਹੀਂ, ਉਹ ਭਾਰਤ ਜਿਹੜੇ ਕ੍ਰਿਕਟ ਦੀ ਗੱਲ ਕੀਤੀ ਉਹਨਾਂ ਨੇ, ਪੈਸਾ ਉਧਰ ਲਾਤਾ ਵਾ, 940 ਲੱਖ ਕਰੋੜ ਲੱਗ ਗਿਆ ਉਧਰ ਪੈਸਾ, ਹੈ ਨਾ, ਜਿਹੜੇ ਉੱਥੇ ਬੈਠੇ ਆ। ਉਹਨਾਂ ਨੂੰ ਚਾਹੀਦਾ ਪੰਜਾਬ ਵੱਲ ਵੀ ਥੋੜਾ ਜਿਹਾ ਧਿਆਨ ਦੇਣ। ਪੰਜਾਬ ਵਿੱਚ ਉਹ ਕਬੱਡੀ ਮੈਚ, ਕਬੱਡੀ ਮੇਲੇ ਕਰਵਾਉਂਦੇ ਨੇ, ਕੁਸ਼ਤੀਆਂ ਦੇ ਮੈਚਸ ਕਰਵਾਉਂਦੇ ਨੇ। ਅਕਾਲੀ ਦਲ ਦੇ ਟਾਈਮ ਤੇ ਹੋਏ ਆ, ਜਦੋਂ ਕਿ ਸੁਖਬੀਰ ਬਾਦਲ ਨੇ ਇਹ ਕੰਮ ਕੀਤਾ ਸਾਰਾ ਕੁਝ। ਪਰ ਗੱਲ ਰਹੀ ਆਪਣੇ ਮੀਡੀਆ ਦੇ ਤੌਰ ਤੇ, ਮੈਂ ਨਹੀਂ ਇਕੱਲਾ ਕਹਿੰਦਾ ਜਾਂ ਤੁਸੀਂ ਨਹੀਂ ਕਰੋਗੇ, ਕਬੱਡੀ 'ਚ ਵੀ ਬੜਾ ਕੁਝ ਹੋਣ ਲੱਗ ਪਿਆ ਬਾਅਦ 'ਚ। ਕਬੱਡੀ 'ਚ ਜਿਹੜਾ ਵੀ ਆ ਨਾ, ਉਹਦੇ 'ਚ ਮਾਫੀਆ ਵੀ ਆ ਗਿਆ, ਪੈਸਾ ਵੀ ਆ ਗਿਆ। ਜਦੋਂ ਵੀ ਆਉਣਾ ਨਾ, ਫਿਰ ਇਹਦੇ 'ਚ ਉਹ ਜਿਹੜੇ ਗਲਤ ਜਿਹੜੇ ਐਲੀਮੈਂਟ ਉਹ ਇੰਡਲਜ ਹੋ ਗਏ। ਮੁੰਡੇ ਤਾਂ ਬੜਾ ਅੱਛਾ ਖੇਡਦੇ ਆ, ਤਕੜੇ ਆ ਮੁੰਡੇ, ਖੇਡਣ ਵਾਲੇ ਆ ਪੰਜਾਬ 'ਚ। ਨਰੋਲ ਕਬੱਡੀ, ਨਰੋਲ ਜਿਹੜੀ ਆ ਰੋਗਤਾ, ਨਰੋਲ ਜਿਹੜਾ ਜੋਸ਼ ਹੋਣਾ ਚਾਹੀਦਾ ਉਹਨਾਂ 'ਚ। ਮੁੰਡੇ ਰਲ ਕੇ ਖੇਡਣ ਤੇ ਸਾਰਾ ਕੁਝ ਹੁੰਦਾ। ਕਲੱਬ ਪਿੰਡਾਂ 'ਚ ਬਣਨੇ ਚਾਹੀਦੇ, ਨਾ ਕਿ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ। ਉਹ ਮਾੜੀ ਗੱਲ ਆ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਬਣ ਜਾਂਦੇ ਆ, ਜਾਂ ਉਹਦੇ 'ਚ ਇਨਵੋਲਵ ਹੋ ਜਾਂਦੀ ਪੋਲੀਟੀਸ਼ੀਅਨ, ਲੋਕ ਆ ਜਾਂਦੇ ਉਹਦੇ 'ਚ, ਬਾਹਰਲੇ ਲੋਕ, ਫਿਰ ਉਹਦਾ ਫਾਤਿਆ ਵੱਢਿਆ ਜਾਂਦਾ, ਉਹ 'ਚ ਕੁਝ ਨਹੀਂ ਹੁੰਦਾ। ਯੂਨੀਫਾਰਮ ਉਹ ਦਿੰਦੇ ਆ, ਹੈ ਨਾ, ਸ਼ੂਜ਼ ਉਹ ਲਿਆ ਕੇ ਦਿੰਦੇ ਆ, ਹੈ ਨਾ, ਉਹ ਪੈਸਾ ਉਹ ਭੇਜਦੇ ਉਸ ਤੋਂ ਬਾਅਦ। ਫਿਰ ਉਹ ਮੁੰਡਿਆਂ ਨੂੰ ਬਾਹਰ ਵੀ ਲੈ ਕੇ ਜਾਂਦੇ, ਵਰਤਦੇ ਵੀ ਆ ਬੜੇ ਕੰਮਾਂ 'ਚ। ਇਹ ਗੱਲ ਗਲਤ ਹੋ ਜਾਂਦੀ ਹੈ। ਜਵਾਨ ਮੁੰਡੇ ਆ, ਉਹਨਾਂ ਨੂੰ ਜਿੱਧਰ ਵੀ ਲਾ ਲੋਗੇ, ਜਿੱਧਰ ਮਾਰਗਦਰਸ਼ਨ ਦਿੱਤਾ ਉਹਨਾਂ ਉੱਧਰ ਤੁਰ ਪੈਣਾ। ਪਿਓਰਲੀ ਉਹਨਾਂ ਨੂੰ ਜੇ ਪਲੇਅਰ ਬਣਾ ਕੇ ਰੱਖਣਗੇ, ਚੰਗੇ ਖਿਡਾਰੀ ਬਣਾ ਕੇ ਰੱਖਣਗੇ, ਉਹਨਾਂ ਦਾ ਜੋਸ਼ ਸੰਭਾਲ ਕੇ ਰੱਖਣਗੇ, ਤਾਂ ਵਧੀਆ ਗੱਲ ਹੈ। ਬਿਲਕੁਲ ਸਹੀ ਗੱਲ ਹੈ। ਅੱਛਾ, ਆਪਾਂ ਹੁਣ ਸਪੋਰਟਸ ਤੋਂ ਥੋੜਾ ਅੱਗੇ ਵੱਧਦੇ ਹਾਂ। ਕਿਉਂਕਿ ਆਪਾਂ ਨਾ ਖਿਡਾਰੀ ਬਣ ਜਾਈਏ। ਆਪਾਂ ਖਿਡਾਰੀ ਹੈਗੇ ਆ, ਕਿਉਂਕਿ ਸਾਰੇ ਸਪੋਰਟਸਮੈਨ ਆਪਾਂ। ਸੋ ਮੈਂ ਇੱਕ ਗੱਲ ਸੁਣੀ ਹੈ ਕਿ ਜਿਹੜਾ ਨਵਾਂ ਬਜਟ ਆਇਆ, ਹਜੇ ਤਾਂ 2 ਦਿਨ ਪਹਿਲਾਂ ਹੀ ਹੋਇਆ ਇਹ ਸਾਰਾ ਐਲਾਨ, ਇਹ ਬੜਾ ਹੰਗਾਮਾ ਖੜਾ ਹੋ ਗਿਆ ਵਿਧਾਨ ਸਭਾ ਦੇ ਵਿੱਚ, ਪੰਜਾਬ ਦੀ ਦੇ ਵਿੱਚ ਬਜਟ ਨੂੰ ਲੈ ਕੇ। ਔਰ ਵਿਰੋਧੀ ਧਿਰਾਂ ਵੀ ਮਤਲਬ ਤਣ ਕੇ ਖੜੀਆਂ ਹੋ ਗਈਆਂ ਨੇ ਸਰਕਾਰ ਦੇ ਖਿਲਾਫ, ਆਹ ਕੀ ਹੋਇਆ ਤੇ ਉਹ ਕੀ ਹੋਇਆ, ਤੇ ਤੁਸੀਂ ਕਹਿੰਦੇ ਸੀ 21 ਲੱਖ ਰੁਪਈਆ ਬਚਾ ਲਿਆ ਅਸੀਂ ਕਿਉਂਕਿ ਪੇਪਰਲੈਸ ਬਜਟ ਅਸੀਂ ਦਿੱਤਾ ਹੈ, ਤੇ ਦੂਜੇ ਦਿਨ ਤੁਸੀਂ ਸਾਰੇ ਅਖਬਾਰਾਂ 'ਚ ਐਡੀਆਂ ਵੱਡੀਆਂ ਇਸ਼ਤਿਹਾਰ ਦੇ ਦਿੱਤੇ ਨੇ, ਐਡਵਰਟੀਜ਼ਮੈਂਟ ਦੇ ਦਿੱਤੀਆਂ ਨੇ, ਫਿਰ ਜਿਹੜਾ ਪੈਸਾ ਬਚਾਇਆ ਸੀ ਉਸ ਤੋਂ ਕਈ ਗੁਣਾ ਜ਼ਿਆਦਾ ਤੇ ਤੁਸੀਂ ਉੱਥੇ ਐਡਵਰਟੀਜ਼ਮੈਂਟਸ 'ਤੇ ਖਰਚ ਕਰ ਦਿੱਤਾ। ਸੋ ਇਦਾਂ ਦੇ ਕੰਮ ਵੀ ਵਿੱਚ ਚੱਲਦੇ ਪਏ ਨੇ। ਉਹ ਵੈਸੇ ਗੱਲ ਉਹਨਾਂ ਦੀ ਵਾਕਈ ਸਹੀ ਹੈ। ਆਹ ਗੱਲ ਕੁਛ ਹੱਦ ਤੱਕ ਤਾਂ ਠੀਕ ਹੁੰਦੀ ਹੈ। ਕੁਝ ਗੱਲਾਂ ਨਾ ਆਪ ਵੀ ਕ੍ਰੀਏਟ ਕੀਤੀਆਂ ਜਾਂਦੀਆਂ ਜਿਹੜੀਆਂ ਆਪੋਜੀਸ਼ਨ ਕਰਦੀ ਆ। ਬਾਕੀ ਜਿਹੜੇ ਉੱਥੇ ਬੈਠੇ ਸਾਡੇ ਲੋਕ ਨਿਊਜ਼ ਬਣਾਉਣ ਵਾਲੇ, ਉਹ ਵੀ ਬੜਾ ਕੁਝ ਕਰ ਦਿੰਦੇ ਆ। ਕਿਉਂਕਿ ਜਿਹੜੀ ਨਿਊਜ਼ ਦਾ ਪੈਸਾ ਜਾ ਰਿਹਾ ਨਾ ਇਲੈਕਟ੍ਰੋਨਿਕਸ ਤੇ ਜਿਹੜਾ ਮੀਡੀਆ ਵਾ ਉਹਨੂੰ, ਪ੍ਰਿੰਟ ਮੀਡੀਆ ਨੂੰ,
ਇਹ ਵੀ ਖਬਰਾਂ ਬਾਇਸ ਕਰਕੇ ਲਾ ਦਿੰਦੇ ਆ ਬੜੀਆਂ ਕੁਝ ਇੱਧਰ ਦੀਆਂ ਉੱਧਰ ਦੀਆਂ ਇੱਧਰ ਦੀਆਂ, ਜਦ ਕਿਉਂਕਿ ਛੋਟਾ ਜਿਹਾ ਪੰਜਾਬ ਆਪਾਂ ਨੂੰ ਪਤਾ ਹੀ ਹੈ। ਜੇ ਬਜਟ ਦੀ ਗੱਲ ਕੀਤੀ ਜਾਵੇ ਤੇ ਬਹੁਤ ਸੂਝਵਾਨ ਲੋਕਾਂ ਨੇ ਜਿਹੜੇ ਅਰਥ ਸ਼ਾਸਤਰੀ ਆ ਉਹਨਾਂ ਦੀ ਗੱਲ ਮੰਨੀ ਜਾਵੇ ਤੇ ਬਜਟ 'ਚ ਕੋਈ ਘਾਟ ਨਹੀਂ ਗੀ। ਉਹਨਾਂ ਨੇ ਜਿੰਨਾ ਕੁ ਖਜ਼ਾਨੇ ਦੇ ਪੈਸਾ ਹੈਗਾ ਲਾਇਆ। ਐਡਵਰਟਾਈਜ਼ਮੈਂਟ ਦੀ ਗੱਲ ਰਹੀ ਹੈ, ਗਲਤ ਗੱਲ ਹੋ ਗਈ ਹੈ। ਪੇਪਰਲੈਸ ਬਣਾਉਣ ਦਾ ਕੋਈ ਉਹਦੇ 'ਚੋਂ ਉਹ ਚੰਗਾ ਕੋਈ ਬੈਨੀਫਿਟ ਨਹੀਂ ਪਤਾ ਹੋਇਆ, ਉਹਨਾਂ ਪੈਸਾ ਤਾਂ ਲਾ ਦਿੱਤਾ। ਆਪਾਂ ਪਿਛਲੀ ਡਿਸਕਸ ਕੀਤਾ ਸੀ, ਪੁਆਇੰਟ ਰੱਖਿਆ ਸੀ ਵੀ ਬਹੁਤ ਰੁੱਖਾਂ ਨੂੰ ਕੱਟਣ ਤੋਂ ਬਾਅਦ ਜਿਹੜਾ ਇੰਨਾ ਪੈਸਾ ਬਚਦਾ ਸੀਗਾ ਉਹ ਬਚਾ ਲਿਆ ਇਹਨਾਂ ਨੇ ਪੈਸਾ, ਉਹ ਐਡਵਰਟਾਈਜ਼ਮੈਂਟ ਤੇ ਲਾਤਾ। ਇਹ ਹੁੰਦਾ ਵੀ ਇੱਕ ਮੁੱਕੀ ਚੁੱਕ ਲਾ ਦੂਜੀ ਨੂੰ ਤਿਆਰ, ਉੱਥੇ ਦਾ ਉੱਥੇ ਕੰਮ ਹੋ ਗਿਆ। ਦੂਜਾ ਇਹ ਜਿਹੜੀ ਇਹਨਾਂ ਨੇ ਬਜਟ ਕੀਤਾ, ਇਹਨਾਂ ਸਾਰੇ ਮਹਿਕਮਿਆਂ ਨੂੰ ਪੈਸਾ ਦਿੱਤਾ, ਪੈਸਾ ਲਾਉਣਾ ਵੀ ਆ ਕਿਉਂਕਿ ਇਹਦੇ 'ਚ ਇਹਨਾਂ ਨੇ ਸਿਹਤ ਦਾ ਜਿਹੜਾ ਸੀਗਾ ਸਹੂਲਤਾਂ ਰੱਖੀਆਂ ਉਹਦੇ 'ਚ ਕਿ ਉਹਦੇ 'ਚ ਜਿੰਨਾ 175 ਜਿਹੜੇ ਬਣਾ ਰਹੇ ਆ ਕਲੀਨਿਕ, ਮਹੱਲਾ ਕਲੀਨਿਕ ਆ ਰਹੇ ਆ, ਉਹ ਅੱਗੇ ਵੀ ਤਾਂ ਇਹਨਾਂ ਨੇ ਸ਼ੁਰੂ ਕਰਤਾ ਕਿ ਉਹਦੇ ਵਿੱਚ ਇਹਨਾਂ ਦੇ ਮੰਤਰੀ ਆ, ਉਹਨੇ ਥੋੜ੍ਹਾ ਜਿਹਾ ਇੱਧਰ ਉੱਧਰ ਟੈਂਡਰ ਕਰਕੇ ਬੜਾ ਕੁਝ ਕੀਤਾ, ਉਹ ਤਾਂ ਸਜ਼ਾ ਭੁਗਤ ਰਹੇ ਆ, ਪਰ ਇਹਨਾਂ ਨੇ ਫਿਰ ਉਹਨੂੰ ਆਪਣੀਆਂ ਲਾਈਨ 'ਤੇ ਲੈਣ ਦਾ। ਦੂਜਾ ਐਜੂਕੇਸ਼ਨ ਲਈ ਇਹਨਾਂ ਨੇ 123 ਕਰੋੜ ਜਿਹੜਾ ਸੈਪਰੇਟ ਪੈਸਾ ਕੱਢਿਆ, ਉਹ 'ਚ ਟੀਚਰ ਜਿਹੜੇ ਇਹਨਾਂ ਨੂੰ ਟ੍ਰੇਨਿੰਗ 'ਤੇ ਭੇਜ ਰਿਹਾ। ਪਹਿਲੀ ਗੌਰਮੈਂਟ ਆ ਜਿਹਨੇ ਟੀਚਰ ਨੂੰ ਟ੍ਰੇਨਿੰਗ ਦੇਣ ਲਈ ਇੰਗਲੈਂਡ, ਆਕਸਫੋਰਡ ਇਸ ਜਗ੍ਹਾ 'ਤੇ ਭੇਜਣਗੇ ਔਰ ਸਾਰਾ ਕੁਝ 'ਚ ਇੰਪਰੂਵਮੈਂਟ ਹੋਊਗੀ। ਨਾ ਕੇਵਲ ਸਰਕਾਰੀ ਹੈ, ਦੂਜੇ ਵੀ ਜਾਣਗੇ। ਇੱਥੇ ਮੈਂ ਇੱਕ ਪੁਆਇੰਟ ਐਡ ਕਰੂੰਗਾ ਜ਼ਰੂਰ ਕਿ ਜ਼ਰੂਰ ਭੇਜੋ ਟ੍ਰੇਨਿੰਗ ਦੇ ਉੱਤੇ, ਪਰ ਉਹਨਾਂ ਨੂੰ ਭੇਜਿਓ ਜਿਨ੍ਹਾਂ ਨੂੰ ਵਾਕਈ ਭੇਜਣਾ ਚਾਹੀਦਾ, ਕਾਬਿਲ ਲੋਕਾਂ ਨੂੰ। ਇਹ ਨਾ ਹੋਵੇ ਕਿ ਸਿਫਾਰਸ਼ੀ ਮੇਰੇ ਭੂਆ ਦੇ ਮੁੰਡੇ ਨੂੰ ਭੇਜ ਦਿਓ ਤੇ ਮੇਰੇ ਚਾਚੇ ਦੀ ਕੁੜੀ ਨੂੰ ਭੇਜ ਦਿਓ, ਆਹ ਕੰਮ ਨਾ ਹੋ ਜਾਏ ਪੰਜਾਬ 'ਚ। ਇਹ ਤਾਂ ਹੁੰਦਾ, ਇਹ ਨਾ ਹੋ ਜਾਏ। ਜਿਹੜੇ ਐਲੀਜੀਬਲ ਆ, ਜਿਹੜੇ ਸਟੇਟ ਅਵਾਰਡੀ ਆ, ਜਿਨ੍ਹਾਂ ਨੇ ਕੰਮ ਕੀਤਾ, ਜਿਨ੍ਹਾਂ ਨੂੰ ਐਜੂਕੇਸ਼ਨ ਦਾ ਪਤਾ, ਉਹਨਾਂ ਨੂੰ ਭੇਜਣਾ ਚਾਹੀਦਾ। ਜਿਹੜੇ ਮੈਥਡ ਸਿੱਖ ਕੇ ਆਉਣ ਉੱਥੋਂ, ਫਿਰ ਉਹਨਾਂ ਨੂੰ ਇੱਥੇ ਲਾਗੂ ਕੀਤਾ ਜਾਵੇ, ਉਹ ਲਰਨ ਦੂਜਿਆਂ ਨੂੰ ਕਰਨ ਸਿਖਾਉਣ। ਇਹ ਠੀਕ ਹੈਗੀ ਗੱਲ, ਪਰ ਜੇ ਹੈੱਡ ਆਫ ਦੀ ਡਿਪਾਰਟਮੈਂਟ ਨੂੰ ਭੇਜਣਗੇ, ਉਹਨਾਂ ਦਾ ਪੜ੍ਹਾਉਣਾ ਹੀ ਨਹੀਂ। ਪ੍ਰਿੰਸੀਪਲ ਨੇ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਕਦੇ ਵੀ, ਉਹਨਾਂ ਸਿਖਾ ਸਕਦਾ। ਪੜ੍ਹਾਉਣ ਵਾਲਾ ਤਾਂ ਵਿਸ਼ੇ ਦਾ ਮਾਹਰ ਹੈਗਾ, ਜਿਸ ਤਰ੍ਹਾਂ ਇੰਗਲਿਸ਼ ਦਾ ਜਾਊਗਾ, ਮੈਥ ਦਾ ਜਾਊਗਾ, ਜਿਹੜੇ ਟੀਚਰ ਪੜ੍ਹਾ ਰਹੇ, ਜਿਹੜੇ ਪੀਰੀਅਡ ਲਾ ਰਹੇ ਆ, ਚਲੋ ਇਹ ਵਧੀਆ। ਮਾਸਟਰ ਨੇ ਪੜ੍ਹਾਉਣਾ। ਇਹ ਚੀਜ਼ਾਂ ਇਹਨਾਂ ਨੇ ਵੰਡੀਆਂ ਚੀਜ਼ਾਂ ਬਹੁਤ ਤਰੀਕੇ ਨਾਲ, ਅੱਛੀ ਗੱਲ ਆ। ਕਿਉਂਕਿ ਭਗਵੰਤ ਮਾਨ ਦੇ ਫਾਦਰ ਆਪ ਟੀਚਰ ਰਹੇ ਆ, ਉਹਨੂੰ ਪਤਾ ਕਿ ਮੇਰੇ ਫਾਦਰ ਛੋਟਾ ਹੁੰਦਾ ਦੇਖਦਾ ਰਿਹਾ ਹੋਣਾ। ਨਹੀਂ, ਸਹੀ ਗੱਲ ਹੈ, ਉਹਨਾਂ ਨੇ ਵੇਖਿਆ, ਪਹਿਲ ਤਾਂ ਕੀਤੀ ਉਹਨੇ। ਬਾਕੀ ਗੌਰਮੈਂਟ ਨਾਲੋਂ ਜਿਹੜੀ ਪਹਿਲੋਂ ਸਰਕਾਰੀ ਆਏ ਇੱਥੇ ਸਰਕਾਰਾਂ ਬਣੀਆਂ, ਉਹਨਾਂ ਨੇ ਕਦੇ ਇੱਧਰ ਵੇਖਿਆ ਨਹੀਂ। ਉਸੇ ਪੈਟਰਨ ਤੇ ਉਹੀ ਤੱਪੜ, ਉਹੀ ਸਾਰਾ ਕੁਝ ਫੱਟੇ, ਉਹੀ ਸਲੇਟਾਂ, ਉਹੀ ਸਾਰਾ ਕੁਝ ਉਹਦੇ ਉੱਤੇ ਟੁੱਟੇ ਹੋਏ ਕਮਰੇ, ਕੱਚੇ ਕਮਰੇ, ਸਕੂਲ ਚੱਲਦਾ ਰਿਹਾ। ਕੱਚੇ ਕੋਠੇ। ਸਾਡੇ ਬਾਹਰਲੇ ਬੰਦੇ ਵੀ ਜਿਹੜੇ ਆ ਸੀ, ਉਹ ਆ ਕੇ ਧਾਰਮਿਕ ਸਥਾਨਾਂ ਨੂੰ ਪੈਸਾ ਦਿੰਦੇ ਤੇ ਛੱਤਾਂ ਚੋਂਦੀਆਂ ਸਕੂਲਾਂ ਦੀਆਂ, ਬੱਚੇ ਰੋਂਦੇ ਹੈਗੇ, ਬੋੜਾਂ ਥੱਲੇ ਪੜ੍ਹਦੇ ਹੈਗੇ। ਇਹ ਅਸੀਂ ਆਪ ਖੁਦ ਵੇਖਿਆ। ਪਰ ਜੇ ਇਹਨੂੰ ਇੰਪਰੂਵਮੈਂਟ ਕਰਨ ਦਾ ਥੋੜ੍ਹਾ ਜਿਹਾ ਇਹਨਾਂ ਨੇ ਵਾਅਦਾ ਕਰ ਲਿਆ ਤੇ ਕਰਨਾ ਚਾਹੀਦਾ। ਜੇ ਐਜੂਕੇਸ਼ਨ ਠੀਕ ਹੈ, ਜੇ ਐਜੂਕੇਸ਼ਨ 'ਚ ਇਹਨਾਂ ਨੇ ਥੋੜ੍ਹੀ ਬਹੁਤ ਇੰਪਰੂਵਮੈਂਟ ਲੈਂਦੀ ਤੇ ਬੈਟਰ ਹੋ ਜਾਊਗਾ। ਬਾਕੀ ਰਹੀ ਜਿਹੜੀਆਂ ਸਿਹਤ ਸਹੂਲਤਾਂ, ਉਹਦਾ ਵੀ ਪਹਿਲਾਂ ਹਾਲਤ ਖਸਤਾ ਰਿਹਾ, ਉਹਦੀ ਹਾਲਤ ਬੜੀ ਪਤਲੀ ਰਹੀ ਆ। ਜਿੰਨੇ ਵੀ ਸਿਵਲ ਹਸਪੀਟਲ ਤੁਸੀਂ ਜਾ ਕੇ ਦੇਖ ਲਓ, ਲੋਕ ਰੋਂਦੇ ਬਾਹਰ ਨਿਕਲਦੇ ਆ, ਕੋਈ ਇੱਦਾਂ ਦੀ ਗੱਲ ਨਹੀਂ। ਡਾਕਟਰ ਆਪ ਖੁਦ ਉੱਥੇ ਉਹਨਾਂ ਦੀ ਟ੍ਰੀਟਮੈਂਟ ਲਈ ਨਹੀਂ ਖੜੇ ਹੁੰਦੇ, ਉਹ ਆਪਣੀ ਕਲੀਨਿਕ 'ਤੇ ਰੈਫਰ ਕਰਦੇ ਆ, ਉੱਥੋਂ ਉਹਨਾਂ ਨੂੰ ਦਵਾਈ ਦਿੱਤੀ ਜਾਂਦੀ ਹੈ। ਦਵਾਈ ਵੀ ਉੱਥੋਂ ਲੈਣਗੇ ਜਿੱਥੇ ਉਹਨਾਂ ਦੇ ਕੈਮਿਸਟ ਆਪਣੇ ਕੰਮ ਕਰਦੇ ਆ। ਔਰ ਬੰਦਾ 3-4 ਜਗ੍ਹਾ 'ਚ ਮਾਰਿਆ ਜਾਂਦਾ। ਇੱਕ ਤਾਂ ਡਾਕਟਰ ਕੋਲ ਗਿਆ, ਉਹਨੇ ਉਹਨੂੰ ਟ੍ਰੀਟਮੈਂਟ ਦੇਣ ਲਈ ਆਪਣੀ ਕਲੀਨਿਕ 'ਤੇ ਭੇਜਤਾ, ਦਵਾਈ ਕਿੱਥੋਂ ਲੈਣੀ ਹੈ ਉੱਥੋਂ ਲਓ। ਜਿਹੜੀ 700 ਦੀ ਦਵਾਈ ਆ, ਉਹ 7000 ਦੀ ਮਿਲੂਗੀ ਉਹਨਾਂ ਨੂੰ। ਇਹ ਹਾਲ ਇੱਥੇ, ਉੱਥੇ ਜਿੰਨਾ ਉੱਥੇ ਲਿਖਿਆ, ਔਰ ਬਿਲਕੁਲ ਦਿਨ ਦਿਹਾੜੇ ਅੰਨੀ ਪਈ ਆ, ਜਿੰਨਾ ਅਸੀਂ ਸੋਚ ਰਹੇ ਹਾਂ ਉਹਨੂੰ ਵੱਧ ਹੈ। ਔਰ ਇਸ ਕਰਕੇ ਹੈਗਾ, ਜੇ ਡਾਕਟਰ ਕੋਲ ਤੁਸੀਂ ਮੈਡੀਕਲ ਰਿਪੋਰਟ ਲੈਣੀ, ਉਹਦੇ ਪੈਸੇ। ਅੱਜ ਜੇ ਅਸੀਂ ਗੱਲ ਕਰੀਏ ਤਾਂ ਰਿਸ਼ਵਤ ਦਾ ਬੋਲਬਾਲਾ ਉਸੇ ਤਰ੍ਹਾਂ ਹੋ ਗਿਆ। ਆ ਕਿੰਨੇ ਫੜੇ ਗਏ, ਕਿੰਨਾ ਕੁਝ ਹੋਇਆ, ਆਪਾਂ ਬਾਅਦ 'ਚ ਡਿਸਕਸ ਕਰਦੇ ਹਾਂ। ਜਿਸ ਤਰ੍ਹਾਂ ਉਹਨਾਂ ਨੇ ਹੈਲਪਲਾਈਨ ਸ਼ੁਰੂ ਕੀਤੀ, ਉਹਦਾ ਇੱਕ ਵੀ ਮਾਸਾ ਤੇ ਭੋਰਾ ਅਸਰ ਨਹੀਂ ਹੋਇਆ। ਲੋਕ ਉਹਨੂੰ ਸਗੋਂ ਵੱਧ ਗਏ ਆ, ਬਿਲਕੁਲ ਸਹੀ ਗੱਲ ਹੈ ਕਿ ਹਰ ਮਹਿਕਮੇ 'ਚ ਇਸ ਵੇਲੇ ਰਿਸ਼ਵਤ ਦਾ ਬੋਲਬਾਲਾ ਪੂਰਾ ਹੋ ਗਿਆ। ਬਿਲਕੁਲ ਠੀਕ ਹੈ। ਔਰ ਬਜਟ ਸੈਸ਼ਨ ਦੇ ਵਿੱਚ ਜਿੱਥੇ ਵਿਰੋਧੀ ਤਰ੍ਹਾਂ ਦਾ ਹੰਗਾਮਾ ਹੋਇਆ ਹੈ, ਰੇਤਾ ਦਾ ਰੌਲਾ ਪਿਆ ਪੂਰਾ, ਸੰਗਰੂਰ ਜ਼ਿਮਨੀ ਚੋਣ ਦਾ ਹੋਇਆ ਹੈ, ਅਗਨੀਪਥ ਦੇ ਉੱਤੇ ਵੀ ਕਾਫੀ ਗੱਲਾਂ ਹੋਈਆਂ ਨੇ, ਔਰ ਅਕਾਲੀ ਦਲ ਨਾਲ ਤੇ ਖਾਸ ਬਹਿਸ ਹੋਈ ਹੈ, ਖਾਸ ਗਰਮਾ ਗਰਮੀ ਹੋਈ ਹੈ। ਅਕਾਲੀ ਦਲ ਵਾਲੇ ਡਟ ਜਾਂਦੇ ਨੇ, ਪੂਰੇ ਬਹੁਤ ਲੜਦੇ ਆ। ਤੇ ਨਜਾਇਜ਼ ਜਿਹੜਾ ਮਾਫੀਆ ਰੇਤ ਖਨਨ ਹੈ, ਠੀਕ ਹੈ ਨਾ, ਸੈਂਡ ਮਾਫੀਆ, ਜਿਹੜੇ ਮੰਤਰੀ ਆ ਉਹਨਾਂ ਨੇ ਕਿਹਾ ਕਿ ਅੱਗੇ ਕਾਂਗਰਸ ਦੇ ਟਾਈਮ ਤੇ ਆਹ ਕੁਝ ਹੋਇਆ, ਉਦੋਂ ਪੈਰਾਂ ਹੇਠੋਂ ਜ਼ਮੀਨ ਖਿਸਕੀ। ਪਹਿਲਾਂ ਇਹਨਾਂ ਨੇ ਕਹਿਤਾ ਕਿ ਤੁਹਾਡੇ ਮਾਮਲੇ 'ਚ ਹੁਣ ਕਿੰਨਾ ਕੁਝ ਹੋ ਗਿਆ, ਬਹੁਤ ਕੁਝ ਹੋਇਆ, ਜਿੱਥੇ ਤੁਸੀਂ ਖਨਨ ਕੀਤਾ ਵਾ, ਜਿੱਥੇ ਕੀਤਾ, ਆ ਜੇ ਆ ਫੜ ਲਓ। ਉਹਨਾਂ ਨੇ ਉਹ ਕੱਢ ਦਿੱਤਾ ਉਹਨਾਂ ਦੇ ਸਾਹਮਣੇ। ਉਹ ਫਿਰ ਆਪੋ ਵਿੱਚ ਰੌਲਾ ਖਹਿਬਾਜ਼ੀ ਤਾਂ ਹੁੰਦੀ ਹੈ। ਹਾਂ, ਦੇਖੋ ਗੱਲ ਇਹ, ਸਭ ਨੂੰ ਇੱਕ ਦੂਜੇ ਦੇ ਬਾਰੇ ਪਤਾ ਕਿ ਕੌਣ ਕੀ ਹੈ ਤੇ ਕੌਣ ਕੀ ਹੈ। ਜੇ ਕੋਈ ਇੱਕ ਬੰਦੇ ਦੇ ਖਿਲਾਫ ਹੁੰਦਾ, ਉਹਦੀ ਗੱਲ ਬਾਹਰ ਕੱਢਦਾ, ਉਧਰੋਂ ਈਡੀ ਦੇ ਰੇਟਸ ਹੋ ਜਾਂਦੇ ਆ, ਉਹ ਫਿਰ ਉਹ ਚੁੱਪ ਹੋ ਜਾਂਦਾ। ਸੋ ਕਿਉਂਕਿ ਉਹਨੂੰ ਉਹਦੀਆਂ ਕਮਜ਼ੋਰੀਆਂ ਪਤਾ ਹੈ, ਉਹਨੂੰ ਉਹਦੀਆਂ ਕਮਜ਼ੋਰੀਆਂ ਪਤਾ ਹੈ, ਇਸ ਕਰਕੇ ਕੋਈ ਕਿਸੇ ਨੂੰ ਹੱਥ ਨਹੀਂ ਪਾਉਂਦਾ। ਤੇ ਪੈਸਾ ਪਬਲਿਕ ਦਾ, ਔਰ ਜਾਂਦਾ ਕਿੱਥੇ ਇਹ ਸਭ ਨੂੰ ਪਤਾ ਹੀ ਹੈ। ਨੁਕਸਾਨ ਕਿਹਦਾ? ਸਟੇਟ ਦਾ ਨੁਕਸਾਨ ਹੁੰਦਾ ਪਿਆ। ਹੁਣ ਇਹ ਜਿਹੜਾ ਬਜਟ ਵਾਸਤੇ ਸੈਂਕਸ਼ਨ ਹੋ ਰਹੇ ਨੇ ਪੈਸੇ, ਇਹਦੇ ਵਿੱਚ ਵੀ ਗੱਲਾਂ ਹੋ ਰਹੀਆਂ ਨੇ ਕਿ ਜਿਹੜੇ ਵੱਖ-ਵੱਖ ਡਿਪਾਰਟਮੈਂਟਸ ਨੂੰ ਪੈਸੇ ਜਾ ਰਹੇ ਨੇ, ਉਹਦੇ ਵਿੱਚੋਂ ਵੀ ਸ਼ਾਇਦ
ਕੁਝ ਨਾ ਕੁਝ ਹਿੱਸੇ ਤੈਅ ਨੇ, ਕੁਝ ਨਾ ਕੁਝ ਇਦਾਂ ਦੀ ਗੱਲ ਹੋਣ ਜਾ ਰਹੀ ਹੈ। ਬਟ ਜੋ ਭਗਵੰਤ ਮਾਨ ਨੇ ਉਹ ਕਹਿੰਦੇ ਨੇ ਮੈਂ ਕਰਪਸ਼ਨ ਹੋਣ ਨਹੀਂ ਦੇਣੀ, ਮੈਂ ਕਰਪਸ਼ਨ ਚੱਲਣ ਨਹੀਂ ਉਹਦਾ ਹੈ, ਉਹਨੇ ਕਿਹਾ ਹੈਗਾ। ਪਰ ਹੁਣ ਜਦੋਂ ਥੱਲੇ ਕਰ ਜਾਣਗੇ, ਹੁਣ ਭਗਵੰਤ ਮਾਨ ਕੱਲਾ ਤਾਂ ਮਗਰ ਤਾਂ ਘੁੰਮੂਗਾ ਕਿੱਥੇ ਕਿੱਥੇ ਜਾਣਗੇ। ਪਰ ਉਹ ਹੈਗਾ, ਪਰ ਇੱਕ ਵਾਰੀ ਐਗਜ਼ਾਮਪਲ ਤਾਂ ਉਹਨੇ ਸੈੱਟ ਕਰ ਦਿੱਤੀ ਹੈ। ਉਹਨੇ ਫੜ ਕੇ ਜੇ ਸਿੰਗਲਾ ਨੂੰ ਫੜ ਕੇ ਅੰਦਰ ਦੇ ਦਿੱਤਾ, ਸਾਰਾ ਕੁਝ ਹੋ ਗਿਆ। ਹੁਣ ਇਹਦੋਂ ਬਾਅਦ ਕੀ ਹੋਊਗਾ? ਜਿਹੜਾ ਕੈਬਨਿਟ ਮੰਤਰੀ ਨੂੰ ਫੜਿਆ ਗਿਆ ਧਰਮਸੋਤ ਜਿਹੜਾ ਸੀਗਾ, ਉਹਨਾਂ ਨੂੰ ਸਿੰਗਲਾ ਅੰਦਰ ਨੇ, ਸਿੰਗਲਾ ਉਹਨਾਂ ਦਾ ਸਿੰਗਲੇ ਦਾ ਅੰਦਰ ਹੋਣਾ ਹੋ ਗਿਆ। ਫਿਰ ਆ ਜਿਹੜੇ ਹੈਗੇ ਆ ਖਿਲਜੀਆਂ ਜੀ ਜਿਹੜੇ ਹੁਣ ਮੰਤਰੀ ਆ, ਉਹਨਾਂ ਦਾ ਵੀ ਰੌਲਾ ਪੈ ਰਿਹਾ। ਉਹਨਾਂ ਦੀ ਜਿਹੜੀ ਹੈਗੀ ਆ ਰਿਟ ਉਹਨਾਂ ਨੇ ਦਾਇਰ ਕੀਤੀ ਸੀ, ਉਹ ਵੀ ਗਈ, ਉਹ ਵੀ ਕੈਂਸਲ ਹੋ ਗਈ ਆ। ਬਿਲਕੁਲ। ਔਰ ਇਸ ਤਰ੍ਹਾਂ ਦਾ ਕਿੰਨਾ ਕੁਝ ਕਰ ਸਕਦੇ ਆ। ਲੋਕਾਂ ਨੂੰ ਆਪ ਹੀ ਇਮਾਨਦਾਰੀ ਦਿਖਾਉਣੀ ਚਾਹੀਦੀ ਹੈ, ਵਰਤਣੀ ਚਾਹੀਦੀ ਹੈ। ਆਪਣੇ ਜੇਬਾਂ 'ਚ ਜੇ ਪੈਸਾ ਪਾਉਣਾ ਹੈਗਾ ਤਾਂ ਫਿਰ ਤਰੀਕਾ ਤਾਂ ਕੋਈ ਹੈ ਨਾ। ਪਰ ਸ਼ਰੇਆਮ ਜਦੋਂ ਹੈਗਾ, ਜਿਹੜਾ ਤੁਹਾਨੂੰ ਪੈਸੇ ਦੇਊਗਾ ਉਹਨੇ ਕਿਸੇ ਨਾ ਕਿਸੇ ਨੂੰ ਦੱਸਣਾ ਹੀ ਆ। ਉਹ ਗੇਟ ਤੋਂ ਚੱਲੂਗਾ ਤੇ ਫਿਰ ਅੰਦਰ ਤੱਕ ਜਾਊਗਾ ਕੰਮ ਉਹਦਾ। ਇੱਕ ਸਿੱਧੀ ਸਾਦੀ ਗੱਲ, ਬਸ ਕਰੋ ਯਾਰ, ਬਹੁਤ ਹੋ ਗਿਆ। ਬਸ ਆਹੋ ਇਹ ਹੈ, ਬਹੁਤ ਹੋ ਗਿਆ। ਹੱਥ ਜੋੜ ਕੇ ਕਹਿ ਦੋ ਵੀ ਤੁਹਾਡੇ ਨਾਲ ਹੁਣ ਤਾਂ ਕੰਮ ਕਰ ਲੈਣ ਦਿਓ ਸਾਰਿਆਂ ਨੂੰ, ਬੰਦ ਕਰ ਲਓ ਨਾ, ਨੁਕਸਾਨ ਹੋਊਗਾ ਹੁਣ ਤਾਂ ਸਹੀ ਕੰਮ ਹੋ ਲੈਣ ਦਿਓ, ਤਾਂ ਕਿ ਵਾਕਈ ਅਸੀਂ ਵੀ ਸੋਚੀਏ ਵੀ ਕੋਈ ਚਲੋ ਵਧੀਆ ਨੈਕਸਟ ਜਨਰੇਸ਼ਨ ਵਾਸਤੇ ਜਿਹੜੀ ਪੰਜਾਬ ਦੀ ਆਉਣ ਵਾਲੀ ਆ ਉਹਦੇ ਵਾਸਤੇ ਕੁਝ ਵਧੀਆ ਕੰਮ ਹੋ ਰਿਹਾ। ਅਸੀਂ ਤੇ ਜਿਹੜੇ ਸਟਰਗਲ ਕਰ ਰਹੇ ਹਾਂ ਉਹ ਤਾਂ ਕਰ ਹੀ ਰਹੇ ਹਾਂ, ਪਰ ਜਿਹੜੀ ਨਵੀਂ ਪੀੜ੍ਹੀ ਆ ਰਹੀ ਹੈ ਅੱਗੋਂ, ਉਹ ਤਾਂ ਕਮ ਸੇ ਕਮ ਬਿਹਤਰ ਜੀਵਨ ਹੋਵੇ, ਕੁਛ ਤਾਂ ਕੰਮ ਕਰਨ ਦੇ। ਹੁਣ ਬਸ ਕਰੋ ਯਾਰ। ਸੋ ਰਿਸ਼ਵਤ ਦਾ ਤਾਂ ਇਹ ਮਾਹੌਲ ਹੈ ਤੇ ਉਹਦਾ ਸਾਰਾ ਸਿਸਟਮ ਚੱਲਦਾ ਪਿਆ ਆਪਣੀ ਥਾਂ ਦੇ ਉੱਤੇ। ਖੈਰ ਇਹ ਤਾਂ ਪੁਰਾਣੇ ਸਮੇਂ ਤੋਂ ਚੱਲਦਾ ਪਿਆ, 3 ਮਹੀਨੇ ਤੋਂ ਪਹਿਲਾਂ ਤਾਂ ਸ਼ੁਰੂ ਨਹੀਂ ਨਾ ਹੋਇਆ। ਗੱਲ ਹੈ ਨਾ, ਆਪਾਂ ਮੰਤਰੀ ਦੀ ਗੱਲ ਕੀਤੀ ਆ, ਮਾਨ ਸਾਹਿਬ ਆਏ ਨੇ ਖੰਨਾ ਜੀ, ਮੰਤਰੀ ਦੀ ਗੱਲ ਕੀਤੀ ਆ। ਹੁਣੇ ਆ ਦੇਖੋ, ਆ ਯੂਨੀਵਰਸਿਟੀ ਨਹੀਂ ਆਪਣੀ ਗੁਰੂ ਨਾਨਕ ਯੂਨੀਵਰਸਿਟੀ, ਉੱਥੇ ਇੱਕ ਬੀਬੀ ਫੜਿਆ ਉਹਨਾਂ ਨੂੰ, ਡਰੱਗ ਇੰਸਪੈਕਟਰ, ਜਿਸ 'ਚ ਉਹਨਾਂ ਨੇ ਪੈਸਾ ਖਾਦਾ, ਜਿਹਨੂੰ ਸਰਟੀਫਿਕੇਟ ਦਿੰਦੀ ਹੈ ਨਾ ਦਵਾਈਆਂ ਵਾਲਿਆਂ ਨੂੰ, ਉਹਦੇ ਕੋਲ ਪੈਸੇ ਲਏ ਆ। ਔਰ ਉਹ ਬੰਦੇ ਨੇ ਕਿਹਾ ਮੇਰੇ ਕੋਲ ਪੈਸੇ, ਨਾਲ ਉਹਦਾ ਦਰਜਾ 4 ਕਰਮਚਾਰੀ ਵੀ ਫੜ ਲਿਆ। ਬਬਲੀਨ ਕੌਰ ਆ ਲੇਡੀ ਜਿਹਨੂੰ ਹੁਣ ਫੜਿਆ। ਇੱਕ ਕਰਨਾਲ ਤੋਂ ਹੈਗੀ ਆ, IAS ਅਫੀਸਰ ਆ, ਉਹਨੇ 10 ਲੱਖ ਰੁਪਈਆ ਲੈਣਾ ਸ਼ੁਰੂ ਕੀਤਾ ਉਹਦੇ ਕੋਲ, ਔਰ ਉਹ ਬੰਦੇ ਨੇ ਸ਼ਰੇਆਮ ਫੜਾਤਾ। ਵਿਜੀਲੈਂਸ ਨੇ ਉੱਥੇ ਕੈਪਚਰ ਕਰ ਲਿਆ। IAS ਅਫੀਸਰ ਜਿਹਨੇ ਪੂਰੇ ਦਾ ਪੂਰਾ ਜ਼ਿਲ੍ਹਾ ਸੰਭਾਲਣਾ ਹੈ ਨਾ, ਡਿਪਟੀ ਕਮਿਸ਼ਨਰ ਆ, 10 ਲੱਖ ਜੇ ਉਹੀ ਉਹ ਕਰ ਰਿਹਾ है ना, कलेक्टर जिला कलेक्टर होगा जहाँ है ना, DM होगा, DM में उधर है डिस्ट्रिक्ट मैजिस्ट्रेट, हाँ डिस्ट्रिक्ट मैजिस्ट्रेट। और वो बंदे जे करनगे, एडमिन कर रही है, मंत्री कर रहे हैं, तो फिर बचिया कौन हैगा? बचे तो वह जिन्हों का हाथ नहीं पहुँच रहा उत्थों तक। पोपली साहब का पहला ही किस्सा सामने आया होया, तू कौड़ी वो बचे आ ਜਿਹੜੇ ਲੋਕ ਦੂਰ ਆ, ਜਿਹੜੇ ਜਿਨ੍ਹਾਂ ਦਾ ਹੱਥ ਉੱਤੋਂ ਤੱਕ ਨਹੀਂ, ਮਿੱਠੇ ਚੌਲਾਂ ਤੱਕ ਨਹੀਂ ਜਾ ਰਿਹਾ, ਉਹ ਮਿੱਠੇ ਚੌਲ ਉਹ ਖਾ ਰਿਹਾ, ਪਰ ਨਸ਼ਰ ਹੋ ਰਿਹਾ, ਲੋਕਾਂ 'ਚ ਬਦਨਾਮ ਹੋ ਰਿਹਾ। ਹੁਣ IAS ਅਫੀਸਰ, ਪੁਲਿਸ ਵਾਲੇ ਅਫੀਸਰ ਇੰਨੇ ਹੈਗੇ ਆ ਲੋਕ ਜਿਹੜੇ IAS ਅਫੀਸਰ, ਦੈਨ ਥਾਣੇਦਾਰ, ਇੰਸਪੈਕਟਰ, ਉਹ ਰੋਜ਼ ਫੜੇ ਜਾ ਰਹੇ ਆ ਗਲਤ ਗਵਾਹੀਆਂ ਦੇਣ 'ਤੇ, ਪੈਸਾ ਬਟੋਰਨ ਲਈ, ਲੋਕਾਂ ਕੋਲ ਨਸ਼ਾ ਉੱਤੇ ਨਸ਼ੇ ਦੇ ਕੇਸ ਕਰਨ ਲਈ, ਔਰ ਸ਼ਰੇਆਮ ਲੋਕਾਂ ਤੋਂ ਹੋ ਰਿਹਾ। ਸਿਰਫ ਕੰਮ ਕਰਕੇ ਕੋਈ ਰਾਜੀ ਨਹੀਂਗਾ, ਪੈਸਾ ਆਂਦੇ ਮੁਫਤ ਚਾ ਦੇ, ਜਿਹਦੇ ਕੋ ਵੀ ਆ ਗਿਆ। ਜਿਹੜਾ ਤੁਹਾਨੂੰ ਪੈਸਾ ਤੁਹਾਡੀ ਜੇਬ 'ਚ ਜਾਂ ਕੋਈ ਕਰ ਰਿਹਾ, ਉਹ ਖਾਲੀ ਥੋੜ੍ਹਾ ਛੱਡੂਗਾ। ਉਹਨੂੰ ਪਤਾ ਵੀਡੀਓ ਬਣਾ ਰਿਹਾ, ਤੁਹਾਡੀ ਆਵਾਜ਼ ਰਿਕਾਰਡ ਕਰ ਰਿਹਾ, ਐਗਜ਼ਾਮਪਲ ਦੇ ਰਿਹਾ ਉਹਨਾਂ ਨੂੰ ਉਦਾਹਰਨ, ਉਹ ਫਿਰ ਉਹਦੇ 'ਤੇ ਕੇਸ ਚੱਲਦਾ, ਉਹ 'ਤੇ FIR ਲੌਜ ਹੁੰਦੀ ਹੈ, FIR ਲੌਜ ਹੋ ਕੇ ਫਿਰ ਕਚਹਿਰੀਆਂ 'ਚ ਜਾਂਦਾ ਕੇਸ, ਉਹਦੇ ਨਾਲ ਉਹਨਾਂ ਦਾ ਜੇ ਕਚਹਿਰੀਆਂ 'ਚ ਜਾਂਦਾ 15 ਹੋਰ ਫੜੇ ਜਾਂਦੇ। ਇਹ ਹਾਲ ਸਾਡੇ ਤੇ ਚੂਹਿਆਂ ਦਾ ਖੁੱਡਾ ਨਹੀਂਗਾ, ਚੂਹਿਆਂ ਨੂੰ ਵਿੱਚ ਵਾੜਨਾ ਕਰਕੇ ਨਾ ਉਹ ਹੈਗਾ, ਜਾਂ ਕੁੱਕੜ ਵਾੜਨੇ ਉਹ ਆ। ਮੈਨੂੰ ਤੁਹਾਡੀ ਇਹ ਗੱਲ ਬੜੀ ਵਧੀਆ ਲੱਗੀ ਕਿ ਜਿਹਦਾ ਹੱਥ ਨਹੀਂ ਪਹੁੰਚਿਆ ਉਹ ਵਿਚਾਰਾ ਰਹਿ ਗਿਆ, ਬਾਕੀ ਤਾਂ ਸਾਰੇ ਮਿੱਠੇ ਚੌਲ ਖਾਣ ਲੱਗੇ ਹੋਏ ਨੇ। ਚਲੋ ਖਾਓ, ਮਿੱਠੇ ਚੌਲ ਖਾਓ। ਵੈਸੇ ਵੀ ਬਾਰਿਸ਼ ਦਾ ਮਹੀਨਾ ਆਉਣ ਵਾਲਾ, ਸੌਣ ਦਾ ਮਹੀਨਾ, ਮਿੱਠੇ ਚੌਲਾਂ ਦਾ, ਮਾਲ ਪੂਰੀਆਂ ਦਾ ਤੇ ਖੀਰਾਂ ਦਾ ਤੇ ਕਾਫੀ ਸਿਸਟਮ ਚੱਲਦਾ ਪੰਜਾਬ ਦੇ ਵਿੱਚ। ਔਰ ਕਹਿੰਦੇ ਨੇ ਕਿ ਹੁਣ ਰਾਹਤ ਮਿਲਣੀ ਆ, ਮੌਨਸੂਨ ਆ ਰਹੀ ਹੈ, ਪਰ ਆ ਰਹੀ ਹੈ ਦਿੱਲੀ ਵੱਲੋਂ ਹੀ। ਉਹਨਾਂ ਦੇ ਦਲੀਜਾਂ ਚ ਆ ਗਈ ਹੈ, ਹਰਿਆਣਾ ਤੇ ਪੰਜਾਬ ਦੀ ਇਹੀ ਸੀਗਾ, ਬਾਉਂਡਰੀ ਤੱਕ ਆ ਗਈ। ਕਹਿੰਦੇ ਦਿੱਲੀ ਵੱਲੋਂ ਆ ਰਹੀ ਹੈ ਮੌਨਸੂਨ। ਮੈਂ ਕਿਹਾ ਦੇਖੋ ਹੁਣ ਮੌਨਸੂਨ ਵੀ ਦਿੱਲੀ ਵੱਲੋਂ ਆ ਰਹੀ ਹੈ ਪੰਜਾਬ ਦੇ ਵਿੱਚ, ਰਾਜਧਾਨੀ ਨੂੰ ਟੱਚ ਕਿਉਂ ਨਹੀਂ? ਉਹ ਜਿੱਦਾਂ ਕਹਿੰਦੇ ਨੇ ਨਾ ਕਿ ਸਾਰੇ ਆਰਡਰਸ ਵੀ ਦਿੱਲੀ ਵੱਲੋਂ ਆ ਰਹੇ ਨੇ ਪੰਜਾਬ ਚੱਲਣ ਦੇ, ਤੇ ਮੌਨਸੂਨ ਵੀ ਪਤਾ ਕਿ ਪ੍ਰੋਟੋਕਾਲ ਫੋਲੋ ਕਰੂੰਗੀ। ਮੁਗਲਾਂ ਦੇ ਟਾਈਮ ਤੇ ਵੀ ਦਿੱਲੀ ਦਾ ਤਖਤ ਹੀ ਹੁੰਦਾ ਸੀ ਕਾਮਯਾਬ, ਜਿਹਨੇ ਦਿੱਲੀ ਦੇ ਤਖਤ ਨੂੰ ਹੱਥ ਪਾ ਲਿਆ ਉਹਨੇ ਸਾਰਾ ਹਿੰਦੁਸਤਾਨ ਹਥਿਆ ਲਿਆ। ਇਹ ਹੁੰਦਾ ਸੀ, ਮੁਗਲ ਉਦੋਂ ਬੈਠਦੇ ਸੀ ਨਾ ਉੱਥੇ, ਤੇ ਉਹਨਾਂ ਨੂੰ ਜਿੱਤਣ ਲਈ ਜਾਂ ਉਹਨਾਂ ਨੂੰ ਦਿੱਲੀ ਵਿੱਚ ਤੇ ਤਾਵਾ ਹੁੰਦਾ ਸੀ। ਉਹ ਦਿੱਲੀ ਦੇ ਵਿੱਚ ਦੀਵਾ ਜਗਾਉਂਦੇ ਸੀ, ਦਿੱਲੀ 'ਚ ਝੰਡੇ ਚੜ੍ਹਦੇ ਸੀ, ਦਿੱਲੀ 'ਚ ਸਾਰਾ ਜਸ਼ਨ ਹੁੰਦੇ ਸੀ। ਅੱਜ ਵੀ ਦਿੱਲੀ ਉੱਥੇ ਹੈ, ਸਾਡੀ ਪਾਰਲੀਮੈਂਟ ਉੱਥੇ ਹੈ, ਸੰਸਦ ਉੱਥੇ ਹੈ, ਸਾਡਾ ਸਾਰਾ ਕੁਝ ਉੱਥੇ ਹੈ, ਉਸੇ ਤਰ੍ਹਾਂ ਹੀ ਹੈਗਾ। ਪਰ ਸਾਡੀਆਂ ਕੁਝ ਸਰਕਾਰਾਂ ਤਾਂ ਛੋਟੀਆਂ ਮੋਟੀਆਂ ਉੱਥੇ ਹੋ ਗਈਆਂ, ਜਿਹਨਾਂ ਦਾ ਪੰਜਾਬ 'ਚ ਵੀ ਦਖਲਅੰਦਾਜ਼ੀ ਹੁੰਦੀ, ਪੰਜਾਬ 'ਚ ਵੀ ਕਰਦੀਆਂ। ਜਿਹੜਾ ਤੁਸੀਂ ਕਹਿ ਰਹੇ ਸੀਗੇ ਉਹ ਗੱਲ ਵੀ ਪੰਜਾਬ ਦੇ ਵਿੱਚ ਜਿਹੜੀ ਮੌਨਸੂਨ ਵੀ ਆਊਗੀ ਨਾ, ਬਾਰਿਸ਼ ਵੀ ਆਊਗੀ, ਉਹ ਵੀ ਦਿੱਲੀੋਂ ਹੋ ਕੇ ਆ ਰਹੀ ਹੈ, ਉਹ ਪ੍ਰੋਟੋਕਾਲ ਫੋਲੋ ਕਰ ਰਹੀ ਹੈ। ਗਰਮੀ ਨੂੰ ਰਾਹਤ ਮਿਲੂਗੀ, ਗਰਮੀ ਤਾਂ ਜੀ। ਤੇ ਜ਼ਿਮਨੀ ਚੋਣ ਸੰਗਰੂਰ, ਇਹਦਾ ਵੀ ਕਾਫੀ ਜ਼ਿਕਰ ਰਿਹਾ ਕਿ ਆਪ ਪਾਰਟੀ ਜਿਹੜੀ ਹੈ ਆਪਣੇ ਅੰਦਰ ਕਾਫੀ ਮੰਥਨ ਕਰਦੀ ਪਈ ਆ, ਔਰ ਹੋ ਸਕਦਾ ਕਿ ਕੁਝ ਨਵੀਆਂ ਚੀਜ਼ਾਂ, ਕੋਈ ਨਵੇਂ ਬਦਲਾਅ ਵੇਖਣ ਨੂੰ ਮਿਲਣ। ਪਰ ਜਿਹੜੇ ਸਿਮਰਨਜੀਤ ਸਿੰਘ ਮਾਨ ਜਿੱਤੇ ਨੇ, ਉਹਨਾਂ ਨੂੰ ਤਾਂ ਭਾਈ ਜੀ ਕਰੋਨਾ ਹੋ ਗਿਆ ਹੈ। ਹਾਂ, ਆ ਬਿਮਾਰ ਨੇ,
ਇੱਕਦਮ ਹੀ ਹੋਇਆ। ਪਹਿਲਾਂ ਤਾਂ ਲੋਕਾਂ ਨੂੰ ਇਹ ਸੀਗਾ ਸ਼ਾਇਦ ਖੁਸ਼ੀ ਨਾਲ ਬਿਮਾਰ ਹੋ ਗਏ, ਖੁਸ਼ੀ ਇੰਨੀ ਜ਼ਿਆਦਾ ਹੋ ਜੇ ਬੰਦਾ ਵੀ ਕਈ ਵਾਰੀ ਖੁਸ਼ੀ 'ਚ ਰੋਣ ਲੱਗ ਪੈਂਦਾ, ਤੇ ਉਹ ਲੋਕਾਂ ਨੂੰ ਕਰੋਨਾ ਹੋ ਗਿਆ ਜੀ, ਬਿਮਾਰ ਨਹੀਂ ਹੋਏ ਜਾਂ ਥਕਾਵਟ ਨਾ ਹੋ ਗਿਆ। ਪਰ ਜਦੋਂ ਚੈੱਕਅਪ ਕਰਾਇਆ ਤੇ ਉਹਨਾਂ ਦਾ ਕਰੋਨਾ ਪੋਜ਼ਿਟਿਵ ਆ ਗਿਆ। ਫਿਰ ਉਹ ਰਜਿੰਦਰਾ ਹਸਪੀਟਲ ਪਟਿਆਲੇ ਐਡਮਿਟ ਆ, ਉਹਨਾਂ 1 ਵੀਕ ਵਾਸਤੇ ਆਈਸੋਲੇਟਡ ਹੋ ਗਏ ਨੇ। ਡਾਕਟਰ ਨੇ ਕਹਿਤਾ ਵੀ ਹਫ਼ਤਾ ਨਹੀਂ ਜਾਣਗੇ ਕਿਤੇ ਪਾਸੇ। ਪਰ ਲੋਕਾਂ ਨੂੰ ਵੀ ਹੁਣ ਬਚ ਕੇ ਰਹਿਣਾ ਚਾਹੀਦਾ। ਇਹ ਨਹੀਂ ਕਿ ਉਹਨਾਂ ਸੰਸਦ ਬਣ ਗਿਆ ਤੇ ਖੁਸ਼ੀ 'ਚ ਆਪ ਵੀ ਕਰੋਨਾ ਨਾਲ ਗ੍ਰਸਤ ਹੋ ਜਾਣ। ਜਿੰਨੀ ਦੇਰ ਤੱਕ ਅਜੇ ਉਹ ਡਾਕਟਰ ਦੀ ਟ੍ਰੀਟਮੈਂਟ ਦੇ ਅੰਡਰ ਆ, ਉਨੀ ਦੇਰ ਤੱਕ ਤਾਂ ਉਹਨਾਂ ਨੇ ਆਪ ਤੇ ਪੋਸਟ ਕੀਤਾ ਫੇਸਬੁੱਕ ਤੇ ਕਿ ਮੈਂ ਆਈ ਐਮ ਸਫਰਿੰਗ ਫਰੋਮ ਕਰੋਨਾ, ਮੇਰਾ ਪੋਜ਼ਿਟਿਵ ਆ ਗਿਆ। ਤਾਂ ਦੱਸਿਆ ਉਹਨਾਂ ਲੋਕਾਂ ਨੂੰ ਖਾਸ। ਔਰ ਬੜੇ ਸੂਝਵਾਨ ਨੇਤਾ ਹੈ, ਪੜ੍ਹੇ ਲਿਖੇ ਆ, ਬੜੇ ਅੱਛੇ ਆ। ਪਰ ਹੁਣ ਲੋਕਾਂ ਨੂੰ ਇਹ ਹੈ ਕਿ ਜਦੋਂ ਇਹ ਜਾਣਗੇ ਦਿੱਲੀ 'ਚ ਤੇ ਤੰਦਰੁਸਤ ਹੋ ਕੇ, ਫਿਰ ਦੇਖੋ ਪੰਜਾਬ ਦੀ ਆਵਾਜ਼ ਨੂੰ ਕਿਸ ਤਰ੍ਹਾਂ ਬੁਲੰਦ ਕਰਦੇ ਆ, ਕੀ ਕਰਨਗੇ। ਔਰ ਚੰਗਾ ਭਲਾ ਕੰਮ ਤਾਂ ਕਰਨਗੇ ਪੰਜਾਬ ਲਈ, ਕਿਉਂਕਿ ਅੱਗੇ ਤਾਂ ਸਾਡੇ 4 ਬੰਦੇ ਜਿਹੜੇ ਗਏ ਆ ਰਾਜ ਸਭਾ 'ਚ, ਉਹਨਾਂ 'ਚੋਂ ਅਜੇ ਤਾਂ ਕੋਈ ਬੋਲਿਆ ਨਹੀਂ ਤੇ ਨਾ ਕੋਈ ਇਹ ਬੋਲਣਗੇ, ਗੱਲ ਕਰਨਗੇ। ਚਾਹੇ ਤੇ ਜੇ ਨਾ ਬੋਲਿਆ ਤਾਂ ਕੋਈ ਕੀਤਾ ਬਹੁਤਾ ਘਮਸਾਨ ਚਾਹਦੇ ਵੀ ਨਾ ਬਣ ਜੇ। ਕਈ ਵਾਰੀ ਇਹ ਗਰਮ ਸੁਭਾਅ ਦੇ ਵੀ ਹੈਗੇ ਆ। ਔਰ ਲੱਗਦਾ ਕਿ ਪੰਜਾਬ ਨੂੰ ਕੁਛ ਨਾ ਕੁਛ ਚੰਗੀ ਗੱਲ ਕਰਨਗੇ, ਡਿਵੈਲਪਮੈਂਟ ਦੀ ਗੱਲ ਕਰਨਗੇ, ਜਿਸ 'ਚ ਪੰਜਾਬ ਕਈਆਂ ਚੀਜ਼ਾਂ ਤੋਂ ਊਣਾ ਇਹਨਾਂ ਨੂੰ ਪਤਾ ਹੈ। ਸੂਝਵਾਨ ਪੜ੍ਹੇ ਲਿਖੇ ਲੋਕ ਹੈਗੇ ਆ ਔਰ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਦੇ ਆ। ਇਹਨਾਂ ਨੂੰ ਪਤਾ ਵੀ ਹੈਗਾ ਕਿ ਕਿੱਥੇ ਹੈਗਾ। ਬਿਲਕੁਲ ਸਹੀ ਗੱਲ ਹੈ ਕਿ ਹੁਣ ਪੰਜਾਬ 'ਚ ਰੌਲਾ ਘੱਟ ਜਾਊਗਾ, ਇਹਨਾਂ ਦਾ ਦਿੱਲੀ ਤੋਂ ਰੌਲਾ ਪਊਗਾ ਜੇ ਹੋਊਗਾ। ਬਿਲਕੁਲ ਸਹੀ ਗੱਲ ਹੈ। ਔਰ ਮੇਰੇ ਖਿਆਲ ਗੁੱਸੇ ਤੇ ਕਾਬੂ ਹੀ ਰੱਖਣਗੇ। ਹਾਂ, ਨਹੀਂ ਰੱਖਣਗੇ, ਕਿਉਂਕਿ ਉੱਥੇ ਬੜੇ ਵੱਡੇ ਲੋਕ ਬੈਠੇ ਹੁੰਦੇ ਆ, ਬੜੀ ਦੁਨੀਆ ਰਿਪਰੈਜ਼ੈਂਟ ਕਰ ਰਹੇ ਨੇ। ਖੈਰ, ਹੁਣ ਆਪਾਂ ਆਈਏ ਆਪਣੀ ਐਜੂਕੇਸ਼ਨ ਦੀ ਆਪਾਂ ਜਿਹੜੀ ਗੱਲ ਕਰ ਰਹੇ ਸੀ, ਤੇ ਹਿਮਾਚਲ ਦੇ ਵਿੱਚ ਯੂਨੀਵਰਸਿਟੀਆਂ ਦਾ ਬਣਨਾ ਔਰ ਜਿਹੜੀ ਪੰਜਾਬ ਦੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ, ਉਹਦੇ ਵਾਸਤੇ ਸੈਂਟਰ ਵੱਲ ਜਾਣ ਦਾ ਪ੍ਰਪੋਜ਼ਲ ਬਣਨਾ, ਇਹ ਥੋੜੀਆਂ ਗੱਲਾਂ ਬੈਲੈਂਸ ਨਹੀਂ ਲੱਗ ਰਹੀਆਂ। ਭਾਈ ਇੱਕ ਪਾਸੇ ਯੂਨੀਵਰਸਿਟੀਆਂ ਬਣ ਰਹੀਆਂ ਨੇ ਤੇ ਇੱਕ ਪਾਸੇ ਸਾਡੀ ਯੂਨੀਵਰਸਿਟੀ ਨੂੰ ਲੈ ਕੇ ਜਾਣ ਦਾ ਸੈਂਟਰ ਵੱਲ ਉਹ ਵੀ ਪ੍ਰਪੋਜ਼ਲ ਚੱਲਦਾ ਪਿਆ। ਸੋ ਕਿੱਦਾਂ ਤੁਹਾਨੂੰ ਮਹਿਸੂਸ ਹੁੰਦੀ ਹੈ ਇਹ ਚੀਜ਼? ਇਹ ਗੱਲ ਤਾਂ ਹੈ, ਜਿੱਥੇ ਐਜੂਕੇਸ਼ਨ ਦੀ ਗੱਲ ਆਉਂਦੀ ਹੈ, ਜਿੱਥੇ ਸਾਡਾ ਯੂਥ ਪੜ੍ਹ ਰਿਹਾ, ਤਾਂ ਕਿ ਸਾਨੂੰ ਯੂਨੀਵਰਸਿਟੀਆਂ ਨੂੰ ਬਚਾ ਕੇ ਰੱਖਣਾ ਚਾਹੀਦਾ, ਕਿਉਂਕਿ ਬੱਚੇ ਸਾਡੇ ਬਾਹਰ ਜਾ ਰਹੇ ਆ, ਬਾਹਰਲੇ ਦੇਸ਼ਾਂ 'ਚ ਪੈਸਾ ਖਰਚ ਰਹੇ ਆ। ਪੰਜਾਬ ਯੂਨੀਵਰਸਿਟੀ ਇੱਕ ਐਸੀ ਇੰਸਟੀਟਿਊਸ਼ਨ ਹੈ ਜਿੱਥੇ ਵੱਡੇ ਬਹੁਤ ਆਫਿਸਰ ਪੜ੍ਹ ਕੇ ਨਿਕਲੇ ਆ, ਬਣੇ ਉੱਥੇ, ਔਰ ਉਹਦਾ ਮੈਨੇਜਮੈਂਟ ਬੜਾ ਅੱਛਾ। ਔਰ ਇਹ ਵਧਾਈ ਤਾਂ ਇੱਕ ਤਾਂ ਵਧਾਈ ਚਲੇਗੀ ਹਿਮਾਚਲ ਨੂੰ। ਹਿਮਾਚਲ ਨੇ ਦੂਜੀ ਯੂਨੀਵਰਸਿਟੀ ਦਾ ਅਨਾਉਂਸ ਕਰਤਾ, ਬਣ ਗਈ ਹੈ। ਔਰ ਪਹਿਲੀ ਹਿਮਾਚਲ ਯੂਨੀਵਰਸਿਟੀ ਇਹਨਾਂ ਦੇ ਨਾਮ, ਜਿੱਦਾਂ ਆਪਣੀ ਪੰਜਾਬ ਯੂਨੀਵਰਸਿਟੀ ਹੈ ਨਾ, ਉਹਨਾਂ ਦੀ ਹਿਮਾਚਲ ਯੂਨੀਵਰਸਿਟੀ ਇੱਕ ਯੂਨੀਵਰਸਿਟੀ, ਔਰ ਉਹਦਾ ਸ਼ਿਮਲੇ ਸੀਗਾ। ਉਹਦੇ 'ਚੋਂ ਬਹੁਤ ਉੱਥੇ ਕੰਮ ਹੋਇਆ, ਬਹੁਤ ਲੋਕ ਕਰਦੇ ਰਹੇ। ਉਰਦੂ ਵੀ ਪੜ੍ਹਦੇ ਉੱਥੇ, ਉਰਦੂ ਦਾ ਵੀ ਲੈਂਗੁਏਜ ਉੱਥੇ ਚੱਲਦੀ ਆ, ਔਰ ਸਾਰੀਆਂ ਭਾਸ਼ਾ ਉੱਥੇ ਆ, ਹਿੰਦੀ ਤਾਂ ਹੈ ਹੀ ਆ। ਔਰ ਉਹ ਬੜੇ ਵੱਡੇ ਉਹਨਾਂ ਨੇ ਐਕਸਪੈਰੀਮੈਂਟ ਕੀਤੇ ਯੂਨੀਵਰਸਿਟੀ 'ਤੇ। ਹੁਣ ਦੂਜੀ ਵਧਾਈ ਉਹਨਾਂ ਲਈ ਬਣ ਗਈ ਕਿ ਦੂਜੀ ਯੂਨੀਵਰਸਿਟੀ ਬਣਾ ਦਿੱਤੀ ਹੈ ਉਹਨਾਂ ਨੇ, ਉੱਥੇ ਨਵੀਂ ਯੂਨੀਵਰਸਿਟੀ ਆ ਗਈ ਹੈ। ਅਤੇ ਸਾਡੇ ਵੱਲ ਜਿਹੜਾ ਕੰਮ ਹੈਗਾ, ਉਹ ਸਾਡੀ ਇੱਕ ਯੂਨੀਵਰਸਿਟੀ ਇੱਕ ਹੋਰ ਘਟ ਗਈ, ਜਾਂ ਉਹਦਾ ਪ੍ਰਪੋਜ਼ਲ ਚਲੇ ਗਿਆ, ਘਟਣ ਵੱਲ ਚਲੇਗੀ, ਕਿਉਂਕਿ ਉੱਥੋਂ ਦੇ ਸਟੂਡੈਂਟਸ ਨੇ ਐਜੀਟੇਸ਼ਨ ਕੀਤੀ ਹੈ, ਰੌਲਾ ਪੈ ਗਿਆ ਕਿ ਸੈਂਟਰ ਇਹਨੂੰ ਇੱਥੇ ਆ ਕੇ ਆਪਣੇ ਵੱਲ ਲਿਜਾ ਰਹੀ ਹੈ। ਕਿਉਂਕਿ ਅੱਗੇ ਅੱਧਾ ਹਿੱਸਾ ਪੰਜਾਬ ਦਾ ਕਿ ਸੈਂਟਰ ਦਾ ਦੋਵਾਂ ਦਾ ਸੀ, UGSC ਦੇ ਅੰਡਰ ਹੁੰਦਾ ਸਾਰਾ ਸਿਸਟਮ, ਔਰ ਪ੍ਰੋਫੈਸਰਾਂ ਨੂੰ ਸੈਲਰੀ ਵੀ ਪੰਜਾਬ ਤਾਂ ਉਹ ਇਕੱਠੇ ਦਿੰਦੇ ਸੀ, ਪੈਨਸ਼ਨ ਦਾ ਸਾਰਾ ਸਿਸਟਮ ਉਹਨਾਂ ਕੋਲ ਸੀਗਾ। ਪਰ ਹੁਣ ਫੁੱਲ ਫਲੈਜ ਇਹਨੂੰ ਕੇਂਦਰ ਲੈ ਰਿਹਾ ਆਪਣੇ ਹੱਥ 'ਚ। ਦੇਖੋ ਸਾਡੇ ਜਿਹੜੀ ਗਿਣਤੀ ਆ ਉਹ ਘਟ ਜੂਗੀ। ਲਾਹੌਰ ਤੋਂ ਯੂਨੀਵਰਸਿਟੀ ਸਾਡੀ ਪੰਜਾਬ ਯੂਨੀਵਰਸਿਟੀ ਲੈਂਗੁਏਜ ਦੇ ਨਾਂ 'ਤੇ ਦੇਖੋ, ਹੁਣ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਸਾਡੀ ਲਾਹੌਰ ਤੋਂ ਹੈ, ਸਾਡਾ ਮਤਲਬ ਸਰਮਾਇਆ ਹੈ, ਸਾਡਾ ਖਜ਼ਾਨਾ ਹੈ। ਹੁਣ ਦੇਖੋ ਕੀ ਬਣਦਾ, ਪ੍ਰਪੋਜ਼ਲ ਤੇ ਜਾ ਰਹੀ ਹੈ। ਪਰ ਪੰਜਾਬ ਗਵਰਨਮੈਂਟ ਮਾਨ ਸਾਹਿਬ ਕਹਿ ਰਹੇ ਨੇ ਕਿ ਅਸੀਂ ਚਿੱਠੀ ਲਿਖੀ ਹੈ, ਅਸੀਂ ਕਹਿ ਰਹੇ ਹਾਂ ਕਿ ਇਹ ਨੋਟੀਫਿਕੇਸ਼ਨ ਨਾ ਜਾਰੀ ਕਰੋ, ਇਹ ਨਾ ਕਰੋ, ਸਾਡੇ ਕੋਲ ਰਹਿੰਦੇ। ਪਰ ਗੱਲ ਇਹ ਹੈ ਨਾ ਕਿ ਸੈਂਟਰ ਆਪਣਾ ਪੈਸਾ ਲਗਾ ਰਹੀ ਆ, ਪੰਜਾਬ ਗਵਰਨਮੈਂਟ ਕਿਉਂ ਨਹੀਂ ਲਗਾ ਰਹੀ? ਗੱਲ ਤੇ ਸਾਰੀ ਫੰਡਸ ਦੀ ਆ। ਜੇ ਤੁਸੀਂ ਵੀ ਉਹਦੇ 'ਚ ਪੈਸਾ ਲਗਾਓ ਜਿੰਨਾ ਤੁਹਾਡਾ ਬਣਦਾ ਹੈ, ਤਾਂ ਤੁਸੀਂ ਹੱਕ ਜਤਾ ਸਕਦੇ ਹੋ। ਜਿਹੜਾ ਬਜਟ ਬਣਦਾ, ਬਜਟ ਤੁਹਾਨੂੰ ਦੱਸੋ ਕਿੰਨਾ ਸਾਡਾ ਕਿੰਨਾ ਬਣਦਾ, ਉਹ ਹਿੱਸਾ ਪਾਵਾਂਗੇ। ਬਿਲਕੁਲ ਸਹੀ ਗੱਲ ਹੈ। ਪਰ ਇਹ ਤੋਂ ਪਹਿਲਾਂ ਦੇਖੋ, ਅਮਿਤ ਸ਼ਾਹ ਜੀ ਆਏ, ਹੋਮ ਮਿਨਿਸਟਰ ਆਏ ਇੱਥੇ ਚੰਡੀਗੜ੍ਹ ਕਿਸੇ ਕਲੋਨੀ ਦਾ ਉਦਘਾਟਨ ਕਰਨ ਆਏ, ਤਾਂ ਉਹਨਾਂ ਨੇ ਇੱਕਦਮ ਹੀ ਇਹ ਅਨਾਉਂਸ ਕਰ ਦਿੱਤਾ ਕਿ ਜਿਹੜੇ EMPLOYE ਹੈ ਪੰਜਾਬ ਗੌਰਮੈਂਟ ਦੇ, ਉਹ ਕੰਸੀਡਰ ਹੋਣਗੇ ਐਜ਼ ਸੈਂਟਰ ਗੌਰਮੈਂਟ EMPLOYE, ਜੋ ਸਾਰੀਆਂ ਫੈਸਿਲਿਟੀਆਂ ਹੋਣਗੀਆਂ। ਉਹਨਾਂ ਨੇ ਇੱਕਦਮ ਉਹ ਸਾਰਾ ਅਨਾਉਂਸ ਕਰਤਾ, ਉਹ ਇੰਪਲੀਮੈਂਟ ਹੋ ਗਿਆ। ਇਸੇ ਤਰ੍ਹਾਂ ਹੀ ਇਹ ਕੇਸ ਵੀ ਇਸੇ ਤਰ੍ਹਾਂ ਹੀ ਹੋ ਜਾਣਾ। ਜਦੋਂ ਕਿ ਹੁਣ ਗੱਲ ਹੈਗੀ ਆ, ਸਾਡੀ ਆਪੋਜੀਸ਼ਨ, ਸਾਡੀਆਂ ਪਾਰਟੀਆਂ ਇਸ ਵੇਲੇ ਬਿਲਕੁਲ ਮੌਨ ਅਵਸਥਾ 'ਚ ਚੁੱਪ ਆ ਗਈਆਂ। ਅਕਾਲੀ ਦਲ, ਕਾਂਗਰਸ, ਬੀਜੇਪੀ ਨੇ ਤੇ ਉਹਨਾਂ ਦੇ ਫੇਵਰ 'ਚ ਬੋਲਣਾ। ਅਸ਼ਵਨੀ ਕੁਮਾਰ ਜੀ ਨੇ ਇੱਥੇ ਜਿਹੜੇ ਸਟੇਟ ਦੇ ਹੈਗੇ ਨੇ ਕਰਤਾ ਧਰਤਾ, ਉਹ ਤਾਂ ਨਹੀਂ ਇਹਦੇ ਉਲਟ ਬੋਲਣਗੇ। ਜੇ ਉਹ ਬੋਲਣਗੇ ਤਾਂ ਉਹਨਾਂ ਨੂੰ ਉਹ ਸਿਰਫ ਉਸ ਤਰੀਕੇ ਨਾਲ ਰੋਕਣਗੇ, ਕਿਉਂਕਿ ਉਹ ਬੀਜੇਪੀ ਸੈਂਟਰ ਨਾਲ ਦੇ ਹੈਗੀ ਹੈ ਉਹ ਪਾਰਟੀ। ਪਰ ਜੇ ਗੱਲ ਕਰਨੀ ਆ, ਕਾਂਗਰਸ ਨੇ ਕਰਨੀ, ਆਪ ਨੇ ਕਰਨੀ ਆ, ਅਕਾਲੀ ਦਲ ਨੇ ਕਰਨੀ ਆ, ਹੈ ਨਾ, ਬਾਕੀ ਖੱਬੇ ਪੱਖੀ ਜਿਹੜੀਆਂ ਦੂਜੀਆਂ ਪਾਰਟੀਆਂ, ਉਹਨਾਂ ਨੇ ਕਿਸੇ ਨੇ ਵੀ ਇਹ ਸੁਝਾਅ ਨਹੀਂ ਦਿੱਤਾ।
ਔਰ ਉਹ ਚੁੱਪ ਕਰਕੇ ਬੈਠੀਆਂ। ਯੂਨੀਵਰਸਿਟੀ ਜਾਓ ਤੇ ਜਾਣ ਦਿਓ, ਉਹਨਾਂ ਨੂੰ ਪਤਾ ਨਹੀਂਗਾ ਵੀ ਜਿਹੜੇ ਖੂਹ 'ਚ ਡਿੱਗਣ ਦਿਓ, ਸਾਨੂੰ ਨਹੀਂ ਦਾ ਮਤਲਬ। ਜਦੋਂ ਲੜਦੇ ਆ ਨਿੱਕੀਆਂ ਨਿੱਕੀਆਂ ਗੱਲਾਂ ਤੇ ਗੁੱਥਮ-ਗੁੱਥਾ ਹੁੰਦੇ ਆ। ਰੇਤਾ ਤੋਂ ਲੜ ਪਏ ਜੀ, ਰੇਤਾ ਤਾਂ ਪੰਜਾਬ ਦੀ ਹੈਗੀ, ਇਹਨੂੰ ਰੋਕਣਾ ਤਾਂ ਰੋਕ ਸਕਦੇ ਆ। ਜਿਹੜੀ ਚੀਜ਼ ਤੁਹਾਡੇ ਕੋਲ ਦੂਰ ਜਾ ਰਹੀ ਆ, ਰੇਤਾ ਜੇ ਜਾਊਗੀ ਤਾਂ ਵਿਕਦੀ ਇੱਥੇ ਲੱਗ ਰਹੀ ਹੈ, ਸਾਰਾ ਕੁਝ ਤੁਹਾਡੇ ਕੋਲ ਹੀ ਹੈ ਨਾ। ਪਾਣੀ ਦੀ ਜੇ ਲੜਾਈ ਆ ਜਿਹੜੀ ਹੁੰਦੀ ਹੈ ਨਹਿਰਾਂ ਦੀ ਵੰਡ, ਜਿਹੜਾ ਪਾਣੀ ਜਾ ਰਿਹਾ ਉੱਥੇ ਕਿਸੇ ਨੇ ਨਹੀਂ ਬੋਲਣਾ। ਜਿੱਦਾਂ SYL ਗਾਣਾ ਗਿਆ, ਜਿਹੜਾ ਗਾਣਾ ਹੈ ਨਾ ਸਿੱਧੂ ਮੂਸੇਵਾਲਾ ਦਾ ਗਿਆ ਗਾਣਾ, ਔਰ ਉਹਨੂੰ ਨੌਜਵਾਨਾਂ ਨੇ ਪਸੰਦ ਕੀਤਾ। 2 ਦਿਨਾਂ 'ਚ 3 ਕਰੋੜ ਤੱਕ ਚਲੇ ਗਏ ਵੀਵਰਸ। ਉਹ ਹੁਣ ਜਦੋਂ ਗਿਆ ਸੈਂਟਰ ਨੇ ਬੰਦ ਕਰਤਾ, ਕਿਸੇ ਨੇ ਸ਼ਿਕਾਇਤ ਕੀਤੀ, ਸਾਰਾ ਕੁਛ ਹੈਗਾ। ਪਾਣੀ ਦੀ ਲੜਾਈ ਤੋਂ ਕੀਤਾ ਨਾ, ਉਹਦੇ ਤੇ ਕਿਸੇ ਆਪੋਜੀਸ਼ਨ ਦਾ ਨਾਂ ਨਹੀਂ, ਕਿਸੇ ਨੇ ਬੋਲਿਆ ਨਹੀਂਗਾ। ਭਗਵੰਤ ਮਾਨ ਨੇ ਤਾਂ ਕਿਹਾ ਉਹਦੇ ਬਾਰੇ ਵੀ ਅਸੀਂ ਥੋੜ੍ਹਾ ਇਹਦੇ ਬਾਰੇ ਸੈਂਟਰ ਨਾਲ ਗੱਲ ਕਰਾਂਗੇ। ਬਿਆਨਬਾਜ਼ੀ ਪ੍ਰੈਕਟੀਕਲੀ ਕੋਈ ਉਹਦੇ 'ਤੇ ਕਿਸੇ ਨੇ ਨਹੀਂ ਕੰਮ ਕੀਤਾ। ਨਹੀਂ ਤਾਂ ਰਿਪਰੈਜ਼ੈਂਟ ਕਰਦੇ ਆਪਣੇ ਤੌਰ 'ਤੇ ਮੋਦੀ ਸਾਹਿਬ ਨੂੰ ਮਿਲਦੇ, ਹੋਮ ਮਿਨਿਸਟਰ ਨੂੰ ਮਿਲਦੇ, ਗੱਲ ਕਰਦੇ, ਉਹਨਾਂ ਦੇ ਫਾਦਰ ਵੱਲੋਂ ਕੋਈ ਅਰਜ਼ੀ ਲਿਖਵਾਉਂਦੇ, ਕੁਛ ਕੀਤਾ, ਨਥਿੰਗ। ਉਹ 'ਚ ਗਾਣਾ ਚੱਲਿਆ, ਉਹਦਾ ਤਹਿਲਕਾ ਮੱਚਿਆ, ਉਹਦੇ 'ਚ ਰੌਲਾ ਪਿਆ ਵਾ, ਉਹਦੇ 'ਚ ਬਲਵਿੰਦਰ ਜਟਾਣਾ ਦੇ ਬਾਰੇ ਵੀ ਕੋਈ ਕੇਸ ਖੁੱਲ੍ਹ ਗਿਆ ਦੁਬਾਰਾ ਉਸੇ ਗਾਣੇ ਲਈ, ਔਰ ਇਹ ਗਾਣਾ ਉਹਨਾਂ ਜ਼ਿਆਦਾ ਕੰਟਰੋਵਰਸ਼ੀਅਲ ਬਣਾਤਾ। ਔਰ ਜਦੋਂ ਕਿ ਨਹੀਂ ਹੈਗਾ, ਪੰਜਾਬ ਦੀ ਮੰਗ ਹੀ ਹੈ, ਪੰਜਾਬ ਦੇ ਪਾਣੀ ਦੀ ਗੱਲ ਹੀ ਆ, ਜਿਹੜੀ ਸਿਆਸਤ ਤੌਰ 'ਤੇ ਵੰਡੀ ਵੀ ਗਈ ਆ, ਕੋਈ ਇੱਦਾਂ ਦੀ ਨਹੀਂ ਗੱਲ। ਪਰ ਇੱਥੇ ਗੱਲ ਆ ਕੇ ਮੁੱਕਦੀ ਹੈ ਕਿ ਸਾਡੀ ਆਪੋਜੀਸ਼ਨ ਉਦੋਂ ਕੀ ਕਰਦੀ ਹੈ। ਆਪਨੇ ਤਾਂ ਆਪਣਾ ਬਿਆਨ ਦੇ ਦਿੱਤਾ, ਬਿਆਨ ਹੀ ਦਿੱਤਾ। ਬਾਕੀ ਜਦੋਂ ਪੰਜਾਬ ਯੂਨੀਵਰਸਿਟੀ ਦੀ ਆਪਾਂ ਗੱਲ ਕੀਤੀ ਹੈ, ਕੋਈ ਨਹੀਂ ਬੋਲਿਆ। ਸਰ ਲੋਕ ਤਾਂ ਵੋਟਾਂ ਪਾਉਂਦੇ ਆ, ਲੋਕ ਇਹਦੇ ਬਾਰੇ ਤਾਂ ਨਹੀਂ ਬੋਲਣਗੇ। ਗੱਲ ਇਹ ਹੈ ਕਿ ਗਟਸ ਦੇ ਨਾਲ ਖੜੇ, ਹਾਂ ਗੱਠ ਜੋੜ ਨਹੀਂ। ਔਰ ਜਦੋਂ ਤੁਸੀਂ ਗਟਸ ਦੇ ਨਾਲ ਖੜੇ ਨਹੀਂ ਹੁੰਦੇ, ਤੁਸੀਂ ਮਤਲਬ ਇਹ ਦੇਖਦੇ ਹੋ ਕਿ ਕਿੱਥੇ ਬੋਲਣ 'ਚ ਮੈਨੂੰ ਫਾਇਦਾ ਹੈ, ਹਾਂ ਕਿੱਥੇ ਬੋਲਣ 'ਚ ਮੈਨੂੰ ਨੁਕਸਾਨ ਹੈ। ਤੁਸੀਂ ਆਪਣਾ ਨਿੱਜੀ ਫਾਇਦਾ, ਨਿੱਜੀ ਨੁਕਸਾਨ ਤੁਸੀਂ ਉਹ ਕੰਸੀਡਰ ਕਰਦੇ ਹੋ। ਪਬਲਿਕ ਦਾ ਕੰਮ ਹੈ। ਉਸ ਚੀਜ਼ ਨੂੰ ਛੱਡ ਕੇ, ਉਸ ਚੀਜ਼ ਤੋਂ ਉੱਤੇ ਉੱਠ ਕੇ, ਮਤਲਬ ਪੰਜਾਬ ਯੂਨੀਵਰਸਿਟੀ ਦੀ ਗੱਲ ਹੋ ਰਹੀ ਆ ਤਾਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੋ, ਪਾਣੀ ਦੀ ਗੱਲ ਕਰੋ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ। ਸਾਂਝਾ ਮੁੱਦਾ ਜਿਹੜਾ ਸਾਰਿਆਂ ਦੀ, ਕਿਉਂਕਿ ਇਹ ਪੰਜਾਬ ਸਟੇਟ ਦੇ ਮੁੱਦੇ ਨੇ, ਪੰਜਾਬ ਦੀ ਵੱਡੀਆਂ ਸਮੱਸਿਆਵਾਂ ਜਿਹੜਾ ਉਹਨਾਂ ਨੂੰ ਤਾਂ ਵਿੱਚ ਗੱਲ ਕਰਨੀ ਚਾਹੀਦੀ। ਕੰਪਲਿਕੇਟਡ ਤੋਂ ਕੰਪਲਿਕੇਟਡ ਹੋਈ ਜਾ ਰਹੇ ਨੇ, ਬਾਕੀ ਜਿਹੜੇ ਸਮੱਸਿਆਵਾਂ ਨੇ ਉਹ ਉੱਥੇ ਖੜੀਆਂ ਨੇ। ਸੋ ਇਹ ਚੀਜ਼ਾਂ ਵੀ ਆਪਾਂ ਨੂੰ ਕੰਸੀਡਰ ਕਰਨੀਆਂ ਪੈਣੀਆਂ ਨੇ। ਹੁਣ ਇਹ ਤੇ ਜੁਆਇੰਟ ਹੋ ਰਹੇ ਆ। ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਸੀਗਾ, ਔਰ ਉਹਦੇ ਤੇ ਬਾਕੀ ਲੀਡਰਾਂ ਨੇ ਵੀ ਕਿਹਾ ਕਿ ਅਸੀਂ ਇਕੱਠੇ ਹੋ ਕੇ ਇਹਨੂੰ ਅਗਨੀਪਥ ਜਿਹੜੀ ਯੋਜਨਾ ਆ ਰਹੀ ਹੈ ਅਗਨੀਵੀਰ ਦੇ ਉੱਤੇ ਇਹਨਾਂ ਨੇ ਕਿਹਾ ਕਿ ਉਹਨੂੰ ਖਿਲਾਫ ਹੋ ਕੇ ਅਸੀਂ ਗੱਲ ਕਰਾਂਗੇ ਔਰ ਇਹ ਮੁੱਦਾ ਪਹੁੰਚਾਇਆ ਜਾਊਗਾ ਸੈਂਟਰ ਕੋਲ। ਚਲੋ ਇਹ ਤਾਰੀਫ ਦੇ ਕਾਬਲ ਹੈ। ਔਰ ਆਪੋਜੀਸ਼ਨ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ ਆਪ ਨਾਲ ਰਲ ਕੇ ਇਹ ਸਾਂਝਾ ਮਤਾ ਪਾਸ ਕਰਕੇ ਭੇਜਣਗੀਆਂ, ਜਦੋਂ ਕਿ ਉਹਨਾਂ ਨੇ ਕਿਹਾ ਕਿ ਇਹ ਪੰਜਾਬ ਗੌਰਮੈਂਟ ਵੀ ਕਹਿ ਰਹੀ ਕਿ ਮਾੜਾ ਮੁੱਦਾ, ਇਹਦੇ ਤੇ ਨੌਜਵਾਨ ਜਿਹੜਾ ਰੁਲ ਜੂਗਾ, ਨੌਜਵਾਨ ਨੂੰ ਇਹਦਾ ਫਾਇਦਾ ਨਹੀਂ ਹੋਊਗਾ, ਨੁਕਸਾਨ ਹੋਏਗਾ, 4 ਸਾਲ ਚ ਕੁਝ ਨਹੀਂ ਕਮਾਊਗਾ। ਆਰਮੀ ਨੂੰ ਵੀ ਨੁਕਸਾਨ ਹੋਏਗਾ, ਆਰਮੀ ਨੂੰ ਵੀ, ਸਭ ਜਗ੍ਹਾ, ਕਿਉਂਕਿ ਜੋ ਮਾਹਿਰ ਨੇ ਉਹ ਇਹ ਮੰਨਦੇ ਨੇ ਆਰਮੀ ਨੂੰ ਵੀ ਨੁਕਸਾਨ ਹੋਏਗਾ, ਨੌਜਵਾਨਾਂ ਦਾ ਫਿਊਚਰ ਆ ਉਹਨਾਂ ਨੂੰ ਵੀ ਨੁਕਸਾਨ ਹੋਏਗਾ। ਸੋ ਇਹਦੇ ਬਾਰੇ ਵੀ ਨੁਕਸਾਨ ਪਤਾ ਇਹ ਵੀ ਹੈਗਾ, ਜਦੋਂ ਤੁਸੀਂ ਟ੍ਰੇਨਿੰਗ ਦੇਣੀ ਉਹਨੂੰ ਪੈਸਾ ਲਾ ਰਹੇ ਜੀ, ਜਦੋਂ ਉਹਨਾਂ ਦੀ ਭਰਤੀ ਹੋਈ ਹੈ ਪੰਜਾਬੀ ਦੀ ਭਰਤੀਆਂ ਦੇ, ਫਿਰ ਉਹਨਾਂ ਨੂੰ ਦਿੰਦੇ ਸਿਖਲਾਈ ਟ੍ਰੇਨਿੰਗ ਦਿੰਦੇ ਆ, ਜਿੱਥੇ ਟ੍ਰੇਨਿੰਗ ਸੈਂਟਰ ਬਣੇ ਆ ਹਿੰਦੁਸਤਾਨ 'ਚ ਹਰ ਜਗ੍ਹਾ ਹੀ ਬਣੇ ਟ੍ਰੇਨਿੰਗ ਸੈਂਟਰ, ਜਿੱਦਾਂ ਅਟਲਰੀ ਦਾ ਨਾਸਕ ਹੈ ਨਾ, ਫਿਰ ਹੈਦਰਾਬਾਦ ਰਿਕਰੂਟਮੈਂਟ ਹੁੰਦੀ ਹੈ, ਜਿੱਦਾਂ ਸਿਗਨਲ ਕੋਰ ਇੱਕ ਕੋਰ ਜਿਹੜੀ ਹੈਗੀਆਂ ਗੋਆ ਰਿਕਰੂਟਮੈਂਟ ਹੁੰਦੀ ਹੈ ਇਹਨਾਂ ਦੀ, ਉੱਥੇ ਹੁੰਦਾ ਸਾਰਾ ਕੁਝ। ਅਤੇ ਜਿਹੜਾ ਅਹਿਮਦਨਗਰ ਹੈਗਾ ਟੈਂਕਰ ਸਾਲੇ ਦਾ ਹੈਗਾ। ਇੱਦਾਂ ਦੇ ਜਿਹੜੇ ਟ੍ਰੇਨਿੰਗ ਸੈਂਟਰ ਆ ਉੱਥੇ ਬਹੁਤ ਪੈਸਾ ਲੱਗਦਾ, ਗੌਰਮੈਂਟ ਦਾ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉੱਥੇ ਟ੍ਰੇਨਿੰਗ ਦੇਣ ਵਾਲੇ ਇੰਸਟਰਕਟਰ ਬੈਠੇ ਆ, ਉੱਥੇ ਤੋਪਾਂ ਲੱਗਦੀਆਂ ਬਿਠਾਉਂਦੇ, ਉੱਥੇ ਗੋਲੀ ਕਿੱਦਾਂ ਚੱਲਣੀ, ਤੋਪਾਂ ਕਿੱਦਾਂ ਚੱਲਦੀਆਂ, ਉਹ ਸਾਰੀ ਟ੍ਰੇਨਿੰਗ ਦਿੱਤੀ ਜਾਂਦੀ ਆ। ਹੁਣ ਉਹ ਟ੍ਰੇਨਿੰਗ ਲੈ ਕੇ ਜਦੋਂ ਮੁੰਡਾ ਆ ਗਿਆ, 4 ਸਾਲ 'ਚ ਕਿਤੇ ਲੜਾਈ ਨਹੀਂ ਲੱਗੀ, ਹੁਣ ਤੱਕ ਤਾਂ ਵੈਸੇ ਲੜਾਈ ਤੋਂ ਬਚਾ ਰਿਹਾ, ਨਹੀਂ ਲੜਾਈ ਲੱਗੀ। ਹੁਣ ਉਹ ਮੁੰਡਾ ਤਨਖਾਹ ਲੈ ਰਿਹਾ, 3 ਸਾਲ ਬਾਅਦ ਉਹ ਖਾਲੀ ਹੱਥ ਫਿਰ ਆ ਜਾਂਦਾ, ਕਿਤੇ ਲੜਾਈ ਨਹੀਂ ਲੜੀ। ਹੁਣ ਉਹ ਕਿੱਥੇ ਜਿਹੜੀ ਟ੍ਰੇਨਿੰਗ ਪੈਸਾ ਲੱਗਾ ਗਿਆ ਨਾ, ਬਿਲਕੁਲ ਉਹ ਵੇਸਟੇਜ ਆ। ਤੇ ਜਦੋਂ 4.5 ਸਾਲ ਬਾਅਦ ਆ ਰਿਹਾ, ਉਹਦਾ ਫਾਦਰ ਜੌਬ 'ਚ ਹੈਗਾ, ਉਹਨੇ 60 ਸਾਲ ਨੌਕਰੀ ਕਰਨੀ ਆ, ਉਹ ਅਜੇ ਜੌਬ 'ਚ ਹੈਗਾ, ਮੁੰਡਾ ਰਿਟਾਇਰ ਹੋ ਕੇ ਆ ਜਾਂਦਾ। ਉਲਟ ਕੰਮ ਹੋ ਗਿਆ ਨਾ, ਰਿਟਾਇਰ ਤੋਂ ਉਹਦੇ ਪਿਓ ਨੇ ਹੋਣਾ, ਤੇ ਰਿਟਾਇਰ ਕੌਣ ਹੋ ਗਿਆ ਆ ਰਿਹਾ, ਮੁੰਡਾ ਆ ਗਿਆ, ਮੁੰਡਾ ਬੁੜਾ ਹੋ ਗਿਆ। ਇਹ ਗੱਲਾਂ ਬੜੀਆਂ ਹਾਸੂ ਹੋਣੀਆਂ ਗੱਲਾਂ। ਬਿਲਕੁਲ ਜੀ। ਤੇ ਇੱਕ ਮੁੱਦਾ ਇਹ ਹੈ ਕਿ ਕਿਸਾਨ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਅੰਦੋਲਨ ਕਰਦੇ ਪਏ ਨੇ। ਅੰਮ੍ਰਿਤਸਰ ਤੇ ਬਠਿੰਡਾ ਦੇ ਵਿੱਚ ਉਹਨਾਂ ਨੇ ਰਾਜਮਾਰਗ ਰੋਕਿਆ ਹੈ, ਅੰਦੋਲਨ ਚੱਲ ਰਿਹਾ। ਇਹ ਕੀ ਮਾਮਲਾ ਹੈ, ਕਿਹੜੀਆਂ ਜ਼ਮੀਨਾਂ, ਇਹ ਕਿੱਦਾਂ ਦਾ ਮਸਲਾ ਹੋ ਗਿਆ ਬਲਕਾਰ ਜੀ? ਮੇਰਾ ਖਿਆਲ ਇਹ ਖੰਨਾ ਜੋ ਜ਼ਮੀਨਾਂ ਜਿਹੜੀਆਂ ਪੰਚਾਇਤਾਂ ਦੇ ਥੱਲੇ ਹੈ, ਸ਼ਾਮਲੜ ਜ਼ਮੀਨਾਂ, ਉਹ ਜ਼ਮੀਨਾਂ ਜਾਂ ਕੁਝ ਇੰਡੀਵਿਜੂਅਲ ਵਿਅਕਤੀਗਤ ਤੌਰ 'ਤੇ ਕਬਜ਼ੇ ਆ, ਜਿਹੜੀਆਂ ਸਰਕਾਰੀ ਜ਼ਮੀਨਾਂ ਉਹਨਾਂ ਦਾ, ਤੇ ਉਹਨਾਂ ਨੂੰ ਬਚਾਉਣ ਵਾਸਤੇ ਕਿੱਦਾਂ? ਉਹਨਾਂ ਦਾ ਇਹ ਕਿ ਗੌਰਮੈਂਟ ਉਹਨਾਂ ਤੋਂ ਖੁਸਕਾਰੀ ਜ਼ਮੀਨਾਂ ਕਬਜ਼ੇ ਲੈ ਰਹੀ ਆ। ਰੌਲਾ ਪਿਆ ਵਾ, ਕਿਤੇ 200 ਕਿੱਲਾ, ਕਿਤੇ 300 ਕਿੱਲਾ, ਕਿਤੇ 400 ਕਿੱਲਾ ਲੋਕਾਂ ਦੀ ਜ਼ਮੀਨ ਉਹਨਾਂ ਕੋਲ ਲਈ ਆ, ਕਬਜ਼ੇ ਛਡਵਾ ਲਏ ਉਹਨਾਂ ਦੇ। ਦੋਨੋਂ ਉਹ ਕਿੱਲੇ ਉਹ ਤਾਂ ਨਹੀਂ ਜਿਹਨਾਂ ਨਾਲ ਮੱਝਾਂ ਬੰਨ੍ਹਣ ਵਾਲੇ ਕਿੱਲੇ ਨਹੀਂ, ਕਿੱਲੇ ਵਾਹੁਣ ਵਾਲੇ ਲੋਕਾਂ ਨੂੰ ਇਹ ਵੀ ਹੁੰਦਾ ਵੀ ਜਿਹੜੇ ਸ਼ਹਿਰਾਂ 'ਚ ਨਹੀਂ, ਯਾਰ ਇਹ ਕਿੱਲੇ ਤਾਂ ਮੱਝਾਂ ਬੰਨ੍ਹਦੇ ਉਹਦੇ ਨਾਲ, ਇਹ ਕਿੱਲੇ ਏਕੜ ਜ਼ਮੀਨ ਜਿੱਦਾਂ ਮੁਰੱਬਾ, ਜਿੱਦਾਂ ਮੁਰੱਬੇ ਦਾ 25 ਕਿੱਲਿਆਂ ਦਾ ਮੁਰੱਬਾ ਹੁੰਦਾ,
ਉਹਦਾ ਉਹ ਹੁਣ ਮਰਬੇ ਤਾਂ ਗਏ ਲੋਕਾਂ ਕੋਲ 25-25 ਏਕੜ ਤਾਂ ਵੈਸੇ ਰਹਿ ਗਈ ਜ਼ਮੀਨ ਵੰਡੀ ਗਈ, ਕੁਝ ਕਲੋਨੀਆਂ ਬਣ ਗਈਆਂ। ਉਹਦੇ ਤੇ ਰੌਲਾ ਪਿਆ ਕਲੋਨੀਆਂ ਦੀ, ਕਲੋਨਾਈਜ਼ਰ ਜਿਹੜੇ ਆ ਵੀ ਜ਼ਮੀਨਾਂ 'ਤੇ ਆ ਗਏ ਵਿੱਚੋਂ ਬਹੁਤ ਜਗ੍ਹਾ ਤੇ, ਜਿਹੜੀਆਂ ਖਾਲਿਆਂ ਲਈ, ਨਹਿਰਾਂ ਲਈ, ਜਿਹੜੀਆਂ ਟੋਬਿਆਂ ਲਈ, ਟੋਬੇ ਨਹੀਂ ਜਿਹੜੇ ਛੱਪੜ ਹੁੰਦੇ ਪਿੰਡਾਂ 'ਚ, ਬਿਲਕੁਲ ਜੀ, ਉਹ ਜ਼ਮੀਨਾਂ ਸ਼ਾਮਲਟ ਸੀ। ਛੱਪੜ ਪਾਣੀ ਮੀਂਹ ਆਇਆ ਨਹੀਂ, ਹੜ੍ਹ ਆਇਆ ਨਹੀਂ, ਉਹ ਸੁੱਕ ਗਏ, ਉਹ ਲੋਕਾਂ ਨੇ ਐਗਰੀਕਲਚਰ ਜ਼ਮੀਨ ਬਣਾ ਲਈ। ਇਹੀ ਦਰਿਆ ਦਾ ਕੰਢਾ, ਦੇਖੋ ਦਰਿਆ ਤੇ ਮੰਡ 'ਚ ਵੀ ਹੈ, ਜਿੱਥੋਂ ਦਾ ਦਰਿਆ ਮਾਰ ਕਰਦਾ, ਜਿੱਥੇ ਵਹਿਣ ਦਰਿਆ ਦਾ ਨਿਕਲ ਗਿਆ ਉਹ ਇਲਾਕਾ ਮੰਡ ਬਣ ਗਿਆ, ਨੀਵਾਂ ਹੈ ਨਾ, ਉਹਦੇ 'ਚ ਉਹ 'ਚ ਝੋਨਾ ਝਾਨਾ ਲੱਗਦਾ ਰਿਹਾ, ਕਲਰੀ ਜ਼ਮੀਨ ਹੁੰਦੀ ਹੈ, ਔਰ ਜ਼ਮੀਨ ਕਈ ਵੀ ਬੜੀ ਉਪਜਾਊ ਜ਼ਮੀਨ ਵੀ ਹੈਗੀ ਹੈ। ਔਰ ਉਹ ਹੁਣ ਸੈਂਟਰ ਗੌਰਮੈਂਟ ਦੀ ਜ਼ਮੀਨ ਆ, ਉਹ ਵੀ ਲੋਕਾਂ ਨੇ ਹਥਿਆ ਲਈ, ਉਹ ਹੁਣ ਜ਼ਮੀਨ ਉਹਨਾਂ ਦੇ ਹੱਥੋਂ ਨਿਕਲ ਰਹੀ ਆ। ਇਹ ਐਜੀਟੇਸ਼ਨ ਬਣਾ ਕੇ ਇਹਨਾਂ ਨੇ ਇਹ ਧਰਨਾ ਲਾਇਆ। ਇੱਕ ਦੇਖੋ ਮੈਂ ਇੱਕ ਗੱਲ ਇਹਦੇ 'ਚ ਐਡ ਕਰਨਾ ਚਾਹੁੰਦਾ ਸੀਗਾ ਕਿ ਪਾਕਿਸਤਾਨ ਬਣਨ ਤੋਂ ਬਾਅਦ ਜਦੋਂ ਇੱਥੇ ਆਏ ਨੇ ਲੋਕ ਹਿਜਰਤ ਕਰਕੇ, ਇੱਥੇ ਆ ਕੇ ਸੈਟਲ ਹੋਏ ਨੇ, ਮਾਈਗ੍ਰੇਟ ਕਰਕੇ ਆਏ ਨੇ, ਕੁਝ ਜ਼ਮੀਨਾਂ ਸਰਕਾਰ ਵੱਲੋਂ ਵੈਸੇ ਅਲਾਟ ਕਰ ਦਿੱਤੀਆਂ ਗਈਆਂ, ਜਿਹੜੇ ਹੋਏ ਲੋਕ ਆਏ ਨੇ ਮਿਲ ਗਈ, ਉਨੀ ਜ਼ਮੀਨ ਮਿਲ ਗਈ, ਔਰ ਉੱਥੇ ਰਿਹਾਇਸ਼ੀ ਇਲਾਕੇ ਗਰੀਬ ਨੇ, ਠੀਕ ਹੈ, ਉਸ ਹਿਸਾਬ ਨਾਲ ਤਰੱਕੀ ਨਹੀਂ ਕਰ ਸਕੇ ਜਿਵੇਂ ਬਾਕੀ ਲੋਕਾਂ ਨੇ ਕੀਤੀ। ਅੱਜ ਵੀ ਉਹਨਾਂ ਨੂੰ ਉਸ ਜ਼ਮੀਨ ਦੀ ਲੋੜ ਹੈ, ਉਹਦੀ ਕੋਈ ਰਜਿਸਟਰੀ ਨਹੀਂ ਹੈ, ਉਹ ਕਿਸੇ ਦੇ ਨਾਂ ਤੇ ਨਹੀਂ ਬੋਲਦੀ, ਉਹ ਸਰਕਾਰੀ ਜ਼ਮੀਨ ਹੈ। ਹੁਣ ਜੇ ਤੁਸੀਂ ਕਹੋ ਕਿ ਉਹ ਜ਼ਮੀਨ ਵੀ ਖਾਲੀ ਕਰਨ ਕਿਉਂਕਿ ਉਹ ਸਰਕਾਰੀ ਜ਼ਮੀਨ ਹੈ, ਤੁਸੀਂ ਨਜਾਇਜ਼ ਕਬਜ਼ਾ ਕੀਤਾ ਹੋਇਆ, ਉਹ ਨਜਾਇਜ਼ ਕਬਜ਼ਾ ਨਹੀਂ ਹੈ, ਉਹ ਤਾਂ ਲੋੜ ਹੈ ਉਹਨਾਂ ਦੀ, ਗਰੀਬ ਲੋਕ ਨੇ ਔਰ ਸਰਕਾਰ ਨੇ ਉਦੋਂ ਦਿੱਤੀ ਸੀ, ਹੁਣ ਉਹ ਉੱਥੇ ਹੀ ਵਸ ਗਏ, ਉਹਨਾਂ ਦੇ ਪਤਾ ਨਹੀਂ 2-3 ਪੀੜ੍ਹੀਆਂ ਉੱਥੇ ਹੀ ਰਹਿ ਰਹੀਆਂ ਨੇ। ਅੱਜ ਜੇ ਤੁਸੀਂ ਉਹਨਾਂ ਕੋਲੋਂ ਖਾਲੀ ਕਰਵਾਓਗੇ ਕਿ ਇਹ ਸਰਕਾਰੀ ਜ਼ਮੀਨ ਹੈ, ਅਸੀਂ ਇਹਨੂੰ ਕਬਜ਼ੇ 'ਚ ਲੈਣਾ, ਸਰਕਾਰ ਦੇ ਕਬਜ਼ੇ 'ਚ ਲੈਣਾ, ਤੇ ਉਹ ਤਾਂ ਫਿਰ ਉੱਜੜ ਜਾਣਗੇ, ਕਿੱਧਰ ਜਾਣਗੇ? ਨਹੀਂ ਪਤਾ ਕਿ ਇਹਦੇ 'ਚ ਹੋਇਆ ਇਹ ਕਿ ਜਿੱਦਾਂ ਮਤਲਬ ਮੈਂ ਇਹ ਕਹਿ ਰਿਹਾ ਕੰਸੀਡਰ ਕਰਨਾ ਚਾਹੀਦਾ ਕਿ ਕਿਹੜੀਆਂ ਜ਼ਮੀਨਾਂ, ਉਹਦੇ 'ਚ ਇਹ ਲਕੂਨਾ ਹੈਗਾ। ਉਹ ਇਹ ਹੋਇਆ ਜਦੋਂ ਪਾਕਿਸਤਾਨ ਬਣਿਆ ਤੇ ਜਮ੍ਹਾਂਬੰਦੀ ਹੁੰਦੀ ਸੀ, ਜ਼ਮੀਨ ਇੱਧਰ ਉੱਧਰ ਵੀ ਹੋਈ ਸੀ, ਤੇ ਉਹ ਉਹਨਾਂ ਨੇ ਉਹਦੇ ਆਪਣੀਆਂ ਫਰਦਾਂ ਲਿਆਂਦੀਆਂ, ਉਹਨਾਂ ਨੂੰ ਉਹ ਜ਼ਮੀਨ ਮਿਲ ਗਈ। ਕੁਝ ਜ਼ਮੀਨਾਂ 'ਤੇ ਕਬਜ਼ੇ ਵੀ ਹੋ ਗਏ ਕਿਉਂਕਿ ਉਹਦਾ ਮਾਰ ਤਾੜ ਸੀਗੀ। ਕੁਝ ਲਾਲ ਕੀਰ ਦੇ ਅੰਦਰ ਹੁੰਦਾ ਸੀ, ਜਿੱਦਾਂ ਹੱਦ ਬਸਤ ਹੁੰਦਾ, 240 ਨੰਬਰ ਹੱਦ ਬਸਤ ਉਹਦੇ ਅੰਦਰ ਹੋ ਗਈ ਜ਼ਮੀਨ, ਉਹ ਜ਼ਮੀਨ ਦੀ ਰਜਿਸਟਰੀ ਨਹੀਂ ਸੀ ਹੁੰਦੀ, ਜਿਹੜਾ ਤੁਹਾਡੀ ਰੈਜ਼ੀਡੈਂਸ ਹੈ ਜਿੱਥੇ ਤੁਸੀਂ ਰਹਿ ਰਹੇ ਜੇ। ਪਰ ਜਦੋਂ ਚੰਨੀ ਸਰਕਾਰ ਆਈ ਹੈ, ਇਹਨਾਂ ਨੇ ਕਹਿਤਾ ਕਿ ਜਿਹੜੀ ਲਾਲ ਕੀਰ ਦੇ ਅੰਦਰ ਦੀ ਜ਼ਮੀਨ ਆ ਇਹਦੀ ਰਜਿਸਟਰੀ ਕਰ ਦਿਓ। ਇਹਨਾਂ ਨੇ ਮਾਲ ਮਹਿਕਮੇ ਨੂੰ ਕਿਹਾ, ਮੁੱਖ ਮੰਤਰੀ ਸੀ ਉਦੋਂ, ਮਾਲ ਮਹਿਕਮੇ ਨੇ ਜਿਨ੍ਹਾਂ ਨੇ ਕਰਵਾ ਲਈਆਂ, ਜਿਨ੍ਹਾਂ ਨੂੰ ਪਤਾ ਸੀਗਾ ਵੀ ਸਾਡਾ ਕਬਜ਼ਾ ਇੱਥੇ ਕਰ ਲਿਆ। ਕੁਝ ਲੋਕ ਫਿਰ ਰਹਿ ਗਏ, ਨਹੀਂ ਕਰਵਾਈਆਂ ਉਹਨਾਂ ਨੇ, ਉਹ ਹੁਣ ਲੋਕਾਂ ਦੇ ਉਹਨਾਂ ਦੇ ਹੱਥ 'ਚ ਆ ਰਹੇ। ਜਦੋਂ ਇਹਨਾਂ ਨੇ ਫੈਸਿਲਿਟੀ ਦਿੱਤੀ ਤਾਂ ਕਿਉਂ ਨਹੀਂ ਕਰਵਾਈ, ਉਹਨਾਂ ਨੂੰ ਕਰਾਉਣੀ ਚਾਹੀਦੀ ਆ। ਪਰ ਇਹਦੇ ਪਿੱਛੇ ਬਹੁਤ ਵੱਡਾ ਹੈਗਾ, ਪਟਵਾਰੀ ਜੀ ਦਾ ਯਾਰ ਹੈਗਾ, ਦੋਸਤ ਹੈਗਾ, ਜਿਹਦਾ ਕਾਨੂੰਗੋ ਹੈਗਾ ਸੀਗਾ, ਜਿਹਦਾ ਤਹਿਸੀਲਦਾਰ ਸੀਗਾ, ਉਹ ਕਬਜ਼ੇ ਲੈ ਗਏ, ਪੈਸਾ ਤਾਂ ਦੇ ਲੈ ਕੇ। ਹੁਣ ਜਦੋਂ ਪੜਤਾਲ ਹੋਈ ਹੈ ਸਾਰਾ ਕੁਝ, ਉਹ ਜ਼ਮੀਨ ਉਹਨਾਂ ਦਾ ਕਬਜ਼ਾ ਹੀ ਹੈ, ਇਕੱਲਾ ਹੋਰ ਕੁਝ ਨਹੀਂ ਗਿਆ। ਜਿਸ ਤਰ੍ਹਾਂ ਜ਼ਮੀਨਾਂ ਪੁਰਾਣੀਆਂ ਜਿਹੜੀਆਂ ਮਸੀਤਾਂ ਦੇ ਨਾਂ 'ਤੇ ਸੀ, ਪੁਰਾਣੀਆਂ ਹੈ ਨਾ ਜ਼ਮੀਨਾਂ, ਉਹ ਹੈਗੀਆਂ ਜ਼ਮੀਨਾਂ ਜਿਹੜੀਆਂ ਮੁਸਲਮਾਨ ਛੱਡ ਕੇ ਗਏ ਸੀਗੇ। ਆਪਣੀ ਵੀ ਕੁਝ ਗੁਰਦੁਆਰਿਆਂ ਦੇ ਨਾਂ 'ਤੇ ਹੈਗੀ, ਉੱਧਰ ਦੇ ਕਰਤਾਰਪੁਰ ਸਾਹਿਬ ਦੇ ਨਾਂ 'ਤੇ ਬਹੁਤ ਜ਼ਮੀਨ ਹੈਗੀ ਹੈ, 500 ਕਿੱਲੇ ਤੋਂ ਉੱਪਰ ਹੈ ਜ਼ਮੀਨ ਜਿਹੜੀ ਉਸ ਜ਼ਮਾਨੇ ਦੀ ਹੈ। ਬਾਬਾ ਨਾਨਕ ਜੀ ਨੇ ਤਾਂ ਉਹ ਜ਼ਮੀਨ ਨੂੰ ਆਪ ਵਾਹਿਆ, ਇਸ ਤਰ੍ਹਾਂ ਦੀਆਂ ਉਹਨਾਂ ਦੇ ਨਾਂ 'ਤੇ ਬੋਲਦੇ ਰਿਕਾਰਡ, ਇਸ ਤਰ੍ਹਾਂ ਦੀਆਂ ਪਾਕਿਸਤਾਨ ਦੀਆਂ ਜ਼ਮੀਨਾਂ ਵੀ ਇੱਧਰ ਪਈਆਂ, ਉਹ ਉਹਨਾਂ ਨੇ ਲੋਕਾਂ ਨੇ ਆਕੂਪਾਈ ਕਰ ਲਈਆਂ। ਉਹ ਜ਼ਮੀਨਾਂ ਜਿਹੜੀਆਂ, ਇਹ ਹੈ ਕਿ ਗਵਰਨਮੈਂਟ ਨੂੰ ਇਹ ਦੇਖਣਾ ਚਾਹੀਦਾ ਕਿ ਕਿਹੜੀ ਜ਼ਮੀਨ ਖਾਲੀ ਕਰਵਾਉਣੀ ਹੈ, ਕਿਤੇ ਇਹ ਨਾ ਹੋਵੇ ਕਿ ਜ਼ਮੀਨ ਖਾਲੀ ਕਰਾਉਣ ਦੇ ਚੱਕਰ 'ਚ ਮੁੜ ਤੋਂ ਕਈ ਜੀਵਨ ਉੱਜੜ ਜਾਣ, ਕਈ ਪਰਿਵਾਰ ਉੱਜੜ ਜਾਣ। ਇਹ ਜ਼ਰੂਰ ਕੰਸੀਡਰ ਕਰਨਾ ਚਾਹੀਦਾ। ਲੋਕ ਵਾਹ ਰਹੇ ਆ, ਰੋਟੀ ਖਾ ਰਹੇ ਆ, ਠੀਕ ਹੈਗੇ, ਉਹਨਾਂ ਕੋਲ ਜ਼ਮੀਨ ਉਨੀ ਕੁ ਤਾਂ ਰਹਿਣ ਦਿਓ ਜਿੰਨਾਂ ਨੇ ਉਹਨਾਂ ਰੋਟੀ ਖਾਣੀ, ਜ਼ਿੰਦਗੀ ਚੱਲ ਸਕੇ, ਉਹਨਾਂ ਦਾ ਜੀਵਨ ਤੁਰ ਸਕੇ। ਉਹਦੇ ਤੇ ਆਪਣਾ ਕਮਾ ਰਹੇ। ਆਪਾਂ ਅਮਰੀਕਾ ਤੋਂ ਸ਼ੁਰੂ ਹੋਏ ਸੀ, ਹੁਣ ਅਮਰੀਕਾ ਤੇ ਆ ਕੇ ਸਮਾਪਨ ਕਰਦੇ ਆ, ਇੱਕ ਸੈਂਡਵਿਚ ਬਣਾਉਂਦੇ ਆ ਆਪਣੇ ਇਸ ਪ੍ਰੋਗਰਾਮ ਦਾ। ਜਿਸ ਧਰਤੀ ਤੋਂ ਆਪਾਂ ਨਿਕਲੇ ਆ ਉਸੇ ਧਰਤੀ ਤੇ ਫਿਰ ਆ ਜਾਓ। ਤੇ ਭਾਰਤ ਤੇ ਅਮਰੀਕਾ ਦੇ ਵਿੱਚ ਵਪਾਰ ਬਹੁਤ ਕਹਿੰਦੇ ਨੇ ਸੋਲਿਡ ਤਰੀਕੇ ਨਾਲ ਅੱਗੇ ਵੱਧਦਾ ਪਿਆ, ਔਰ ਕਾਫੀ ਆਪਸ ਦੇ ਵਿੱਚ ਡੀਲਸ ਸਾਈਨ ਹੋ ਰਹੀਆਂ ਨੇ, ਗੱਲਬਾਤ ਹੋ ਰਹੀ ਹੈ ਕਿ ਹੋਰ ਵਪਾਰ ਨੂੰ ਕਿਵੇਂ ਅੱਗੇ ਵਧਾਇਆ ਜਾਵੇ। ਜਦੋਂ ਕਰੋਨਾ ਸ਼ੁਰੂ ਹੋਇਆ ਨਾ, ਕਰੋਨਾ ਦੇ ਵਿੱਚ ਵੈਕਸੀਨਸ ਦੇਣੀਆਂ ਲੈਣੀਆਂ, ਇਸ ਚੀਜ਼ ਨੇ ਐਕਸਚੇਂਜ ਦਾ ਜਿਹੜਾ ਕੰਮ ਸ਼ੁਰੂ ਕੀਤਾ, ਉੱਥੋਂ ਹੀ ਕੰਮ ਅੱਗੇ ਵਧਿਆ ਤੇ ਹੁਣੇ ਬਿਜ਼ਨਸ ਡੀਲਸ ਦੇ ਵਿੱਚ ਆਉਂਦਾ ਪਿਆ। ਤੁਸੀਂ ਜ਼ਰਾ ਐਕਸਪਲੇਨ ਕਰੋ ਸਾਡੇ ਆਡੀਅנס ਨੂੰ ਇਹ ਚੀਜ਼, ਸਾਡੇ ਦਰਸ਼ਕਾਂ ਨੂੰ, ਵਿਊਅਰਸ ਨੂੰ। ਇਹ ਸਾਡੇ ਜਿਹੜੇ ਪ੍ਰਵਾਸੀ ਭਾਰਤੀ ਉੱਥੇ ਬੈਠੇ ਉਹਨਾਂ ਨੂੰ ਖਾਸ ਤੌਰ ਤੇ ਪਤਾ ਵੀ ਹੈਗਾ ਕਿ ਜਿਹੜਾ ਵਪਾਰਕ ਧੰਦਾ ਉਹਦੇ 'ਚ ਇਸ ਵੇਲੇ ਪੰਜਾਬੀਆਂ ਦੀ ਤਾਂ ਬੜੀ ਚੜ੍ਹਤ ਰਹੀ ਹੈ, ਉੱਥੇ ਕੰਮ ਕਰ ਰਹੇ ਇਕੱਠੇ ਹੋ ਕੇ, ਜਿਸ 'ਚ ਰੀਅਲ ਏਸਟੇਟ ਦਾ ਕੰਮ ਜਿਹੜਾ ਪੰਜਾਬੀ ਕਰ ਰਹੇ ਆ, ਡਿਵੈਲਪ ਆਪ ਕਰ ਰਹੇ ਆ, ਡਿਵੈਲਪਰ ਆਪ ਮਕਾਨ ਬਣਾ ਰਹੇ ਆ, ਜਦੋਂ ਕਿ ਕੈਨੇਡਾ 'ਚ ਮਹਿੰਗੇ ਆ, ਅਮਰੀਕਾ 'ਚ ਲੋਕਾਂ ਨੇ ਆਪ ਬਣਾ ਕੇ ਵੇਚੇ ਆ, ਔਰ ਥਰੂ ਬੈਂਕਾਂ ਉਹਨਾਂ ਨੂੰ ਲੋਨ ਦਿੰਦੀਆਂ, ਬੈਂਕਾਂ ਉਹਨਾਂ ਨੂੰ ਪੈਸਾ ਦਿੰਦੀਆਂ, ਔਰ ਉਹ 'ਚ ਮਿਆਦ ਹੁੰਦੀ ਹੈ, ਇੰਨੀ ਮਿਆਦ 'ਚ ਪੈਸਾ ਮੋੜਨਾ। ਹੁਣ ਉਹ ਕਿਉਂ ਰੈਂਟ 'ਤੇ ਰਹਿਣਗੇ? ਜਿਹੜੇ ਮੁੰਡੇ ਉੱਥੇ ਸਾਡੇ ਬੈਠੇ ਆ ਜਾਂ ਪਰਿਵਾਰ ਬੈਠੇ ਆ, ਇਸ ਵੇਲੇ ਵੱਡੇ ਘਰ ਆ, ਔਰ ਤੁਹਾਨੂੰ ਕਿਤੇ ਕੋਈ ਦੋਸਤ ਹੈਗਾ, ਤੁਹਾਨੂੰ ਉਹ ਭੇਜਣ ਕੋਈ ਵੀਡੀਓ, ਤੇ ਤੁਹਾਨੂੰ ਉਹਨਾਂ ਦਾ ਘਰ ਐਡਾ ਨਜ਼ਰ ਆਊਗਾ, ਚ ਟਰੈਕਟਰ ਟਰਾਲੀਆਂ, ਉਹਦੇ 'ਚ ਗੱਡੀਆਂ ਦਾ ਪਤਾ ਨਹੀਂ ਲੱਗਦਾ ਕਿੰਨਾ ਕੁਛ ਹੈਗਾ। ਬੜੇ ਵੱਡੇ ਉਹਨਾਂ ਦੇ ਘਰ ਆ। ਫਿਰ ਬਾਗ ਲਾਏ ਇਹਨਾਂ ਨੇ,
ਵਿੱਚ ਅਮਰੂਦ ਵੀ ਆ, 'ਚ ਅੰਬ ਵੀ ਆ, 'ਚ ਅਨਾਰ ਵੀ ਆ, ਸਾਰਾ ਕੁਝ ਉਹ ਹੈਗੇ ਆ। ਔਰ ਉਹਨਾਂ ਨੇ ਲਾਚੀਆਂ ਦੇ ਬਾਗ ਵੀ ਉਹਨਾਂ ਦੇ ਹੈਗੇ ਜਿਹੜੇ ਉੱਥੇ ਆ। ਬਾਟ ਫੈਮਿਲੀ ਆ, ਉਹਨਾਂ ਦਾ ਨਾਂ ਉੱਥੇ ਬੜਾ ਵੱਡਾ ਬਹੁਤ ਤਰੱਕੀ ਕਰ ਰਹੇ ਨੇ। ਉਹਨਾਂ ਦਾ ਨਾਂ ਹੈਗਾ ਟੱਟ ਬ੍ਰਦਰਸ ਹੈ। ਬੜੇ ਲੋਕ ਉੱਥੇ ਬੈਠੇ ਨੇ ਜਿਹੜੇ ਪੰਜਾਬ ਤੋਂ ਗਏ ਆ, ਔਰ ਉਹਨਾਂ ਦੇ ਹੈਲੀਕਾਪਟਰ ਜਹਾਜ਼ ਵੀ ਆ, ਬੜਾ ਕੁਛ ਹੈਗਾ। ਪਰ ਉਹਨਾਂ ਨੇ ਬਿਜ਼ਨਸ ਨੂੰ ਉਹਨਾਂ ਨਾਲ ਰਲ ਕੇ ਕੀਤਾ, ਅਮਰੀਕਾ ਦੇ ਏਜੰਸੀਆਂ ਨਾਲ, ਲੋਕਾਂ ਨਾਲ। ਇਹ ਸਾਡੇ ਜਿਹੜੇ ਉੱਥੇ ਐਂਬੈਸਡਰ ਤਰਨਜੀਤ ਜੀ ਨੇ, ਤਰਨਜੀਤ ਸੰਧੂ ਜੀ, ਉਹਨਾਂ ਨੇ ਬਿਆਨ ਦਿੱਤਾ। ਬਹੁਤ ਹੋਪਫੁਲ ਨੇ ਉਸ ਚੀਜ਼ ਨੂੰ ਲੈ ਕੇ। ਬੀਇੰਗ ਪੰਜਾਬੀ, ਉਹਨਾਂ ਨੂੰ ਪਤਾ ਵੀ ਯਾਰ ਆਪਾਂ ਵੀ ਜਾਵਾਂਗੇ, ਆਪਾਂ ਲੱਗੂ ਜਦੋਂ ਪੰਜਾਬੀ ਨੇ ਬਣਾਇਆ ਤਾਂ ਆਪਾਂ ਨੂੰ ਖੁਸ਼ੀ ਹੋਗੀ ਯਾਰ, ਅੱਛੀ ਗੱਲ ਹੈ ਵੀ ਬਾਹਰਲੀ ਧਰਤੀ ਤੇ ਆ ਕੇ, ਬਾਹਰਲੇ ਲੋਕਾਂ 'ਚ ਆ ਕੇ ਨਾ ਵੱਡਾ ਵੈਲ ਐਸਟੈਬਲਿਸ਼ ਹੋਇਆ, ਤਾਂ ਆਪਾਂ ਖੁਸ਼ੀ 'ਚ ਉਹਨਾਂ ਕਹਾਂਗੇ ਯਾਰ ਤੋੜੋ ਅਨਾਰ ਲਿਆਓ, ਖਾਈਓ ਹਨਾ, ਲਿਆਓ ਯਾਰ ਅਨਾਰ ਤੇ ਨਾਲ ਸੇਬ ਖਾਓ। ਇਹ ਚੀਜ਼ਾਂ ਉਹਨਾਂ ਨੇ ਉੱਥੇ ਪੈਦਾ ਕੀਤੀਆਂ, ਬੜੀ ਵੱਡੀ ਖੁਸ਼ੀ ਦੀ ਗੱਲ ਹੈ। ਇਹ ਬਿਜ਼ਨਸ ਇਹ ਕਿ ਜਿਹੜੇ ਇੰਟਰਨੈਸ਼ਨਲ ਸੰਬੰਧ ਬਣਦੇ ਪਏ ਨੇ ਸਾਡੇ, ਠੀਕ ਹੈ ਨਾ, ਹਾਂ, ਫੋਰਨ ਪਾਲਿਸੀ ਦੇ ਤਹਿਤ ਜੋ ਨਵੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਦੋਵਾਂ ਗਵਰਨਮੈਂਟਸ ਵੱਲੋਂ, ਹਾਂ, ਉਸ ਨਾਲ ਜਾ ਕੇ ਇਹ ਬਹੁਤ ਵਧੀਆ ਇੱਕ ਮੂਵ ਬਣਦੀ ਪਈ ਹੈ, ਬਹੁਤ ਵਧੀਆ ਇੱਕ ਮਾਹੌਲ ਬਣਦਾ ਪਿਆ। ਔਰ ਇਹ ਬਿਜ਼ਨਸ ਅੱਗੇ ਇਦਾਂ ਹੀ ਵਧਣਾ ਚਾਹੀਦਾ ਤਾਂ ਕਿ ਅਮਰੀਕਾ ਔਰ ਇੰਡੀਆ ਦੇ ਸੰਬੰਧ ਹੋਰ ਜ਼ਿਆਦਾ ਗੂੜੇ ਹੋ ਸਕਣ। ਤਾਂ ਕਿ ਇਹ ਵੀ ਗੱਲ ਹੈਗੀ ਹੈ, ਗੱਲ ਇਹ ਹੈਗਾ ਕਿ ਸਾਡਾ ਹੁਣ ਯੂਥ ਜਾ ਰਿਹਾ ਨਾ, ਜਿਹੜਾ ਮੁੰਡੇ ਹਾਂਜੀ ਪੜ੍ਹਨ ਲਈ ਜਾ ਰਹੇ ਆ, ਹੁਣ ਜਦੋਂ ਉੱਥੇ ਜਾਣਗੇ ਉਹਨਾਂ ਨੂੰ ਇੱਕ ਤਾਂ ਕੰਮ ਮਿਲੂਗਾ, ਬਿਜ਼ਨਸ ਆ ਉੱਥੇ ਹੈ ਨਾ। ਯੂਥ ਜਿਹੜੇ ਜਾ ਰਿਹਾ 20 ਘੰਟੇ ਮਿਲਦਾ ਉਹਨਾਂ ਨੂੰ, ਵੀਕਐਂਡ 'ਤੇ ਮਿਲਦਾ ਟਾਈਮ। ਜਾਂ ਜਿਹੜੇ PR ਮੁੰਡੇ ਜਾ ਰਹੇ ਆ, ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲੂਗਾ ਜਦੋਂ ਬਿਜ਼ਨਸ ਸ਼ੁਰੂ ਹੁੰਦਾ। ਔਰ ਪੰਜਾਬੀ ਨੂੰ ਕੰਮ ਤਾਂ ਦਿੰਦਾ ਹੀ ਆ, ਜੇ ਭਾਵੇਂ ਥੋੜ੍ਹੇ ਮਿਨੀਮਮ ਜਿਹੜਾ ਟਾਈਮ 'ਤੇ ਦੇਵੇ, ਉਹਨੇ 'ਤੇ ਦੇਵੇ, ਜਿਹੜਾ 20 ਘੰਟੇ ਦਿੰਦਾ। ਕੁੜੀਆਂ ਜਾ ਰਹੀਆਂ, ਜਿਹੜੀਆਂ ਜੋੜੇ ਜਾ ਰਹੇ, ਇੱਧਰੋਂ ਮੁੰਡੇ ਜਾ ਰਹੇ ਆ। ਖਾਸ ਕਰਕੇ ਮੈਂ ਨੌਜਵਾਨਾਂ ਦੀ ਤਦ ਗੱਲ ਕਰਦਾ, ਜਿਹੜੇ ਬੰਦੇ ਉੱਥੇ ਬੈਠੇ ਉਹਨਾਂ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ। ਪਰਵਾਹ ਕਿਹਨਾਂ ਨੂੰ ਆ? ਉਹਨਾਂ ਨੂੰ ਆ ਜਿਹੜੇ ਬੱਚੇ ਨਵੇਂ ਜਾ ਰਹੇ ਆ, ਜਿਨ੍ਹਾਂ ਨੇ ਉੱਥੇ ਨਵਾਂ ਸਿੱਖ ਰਹੇ ਆ। ਉਹਨਾਂ ਨੂੰ ਕੱਪੜਾ ਵੀ ਚਾਹੀਦਾ, ਖਾਣ ਪੀਣ ਵੀ ਚਾਹੀਦਾ, ਘਰ ਵੀ ਚਾਹੀਦਾ, ਸਾਰਾ ਕੁਛ ਹੈਗਾ। ਫਿਰ ਹੌਲੀ ਉਹ ਆਪਣੇ ਪੈਰਾਂ ਸਿਰ ਹੋ ਜਾਂਦੇ ਆ, ਆਪਣੇ ਘਰ ਬਣਾ ਲੈਂਦੇ ਆ, ਆਪਣਾ ਆਲਾ ਦੁਆਲਾ ਸਿਰਜ ਲੈਂਦੇ ਆ, ਹੈ ਨਾ। ਜਵਾਨ ਤੋਂ ਮੁੜ ਕੇ ਬੁਢਾਪੇ 'ਚ ਆਉਂਦੇ ਆ, ਔਰ ਬਾਕੀ ਪਰਿਵਾਰ ਵੀ ਜਾਂਦੇ ਆ। ਇਹ ਇਸ ਵੇਲੇ ਅਮਰੀਕਾ ਜਾਣ ਦੀ ਲੋਕਾਂ 'ਚ ਜਿਹੜੀ ਤਾਂਘ ਹੈਗੀ ਆ, ਲੋਕਾਂ 'ਚ ਹੈਗਾ ਵੀ ਅਸੀਂ ਅਮਰੀਕਾ ਜਾ ਕੇ ਵਸੀਏ, ਰਹੀਏ ਉੱਥੇ, ਤੇ ਸਾਡੇ ਬੱਚੇ ਵੱਡੇ ਹੋਣ ਉੱਥੇ, ਪੜ੍ਹਨ ਲਿਖਣ। ਕਈ ਇੱਥੋਂ ਵੱਡੀਆਂ ਜੌਬ ਛੱਡ ਕੇ ਜਾ ਰਹੇ ਆ, ਰਿਜ਼ਾਈਨ ਕਰਕੇ ਜਾ ਰਹੇ ਆ, ਜਿੱਥੇ ਤੁਹਾਨੂੰ ਧਰਤੀ ਚੰਗੀ ਹੈ, ਪੈਸਾ ਚੰਗਾ, ਬੈਟਰ ਫਿਊਚਰ ਮਿਲੇ, ਉੱਥੇ ਜ਼ਰੂਰ ਜਾਣਾ ਚਾਹੀਦਾ। ਸਿਕਿਉਰਿਟੀ ਆ, ਕੋਈ ਰੌਲਾ ਨਹੀਂਗਾ। ਇਹ ਨਹੀਂ ਪਤਾ ਵੀ ਕਿਹੜੇ ਵੇਲੇ ਤੁਹਾਡੇ ਇੱਥੋਂ ਸਨੈਚ ਕਰਕੇ ਤੁਹਾਡਾ ਮੋਬਾਈਲ ਖੋਹ ਕੇ ਲੈ ਜਾਣਾ, ਇੱਥੋਂ ਕਿਹੜੇ ਵੇਲੇ ਤੁਹਾਡੇ ਤੋਂ ਤੁਹਾਡਾ ਸਾਈਕਲ ਖੋਹ ਕੇ ਲੈ ਜਾਣਾ, ਤੁਹਾਡੀ ਗੱਡੀ ਖੋਹ ਲੈਣੀ, ਮਗਰ ਬੈਠੇ ਨੇ ਇੱਥੇ ਤਾਂ। ਸੋ ਬਲਕਾਰ ਜੀ ਹੁਣ ਚੱਲਿਆ ਜਾਏ? ਬਿਲਕੁਲ ਨਹੀਂ, ਅਮਰੀਕਾ ਨਹੀਂ, ਆਪਾਂ ਸਟੂਡੀਓ ਤੋਂ ਬਾਹਰ ਚੱਲਾਂਗੇ। ਜੇ ਆਪਣੇ ਸੱਜਣ ਬੁਲਾਉਣਗੇ ਤਾਂ ਪੱਕੀ ਗੱਲ, ਜੇ ਤੁਹਾਡੇ ਮੂੰਹੋਂ ਨਿਕਲੀ ਗੱਲ ਤਾਂ, ਨਹੀਂ ਤੇ ਆਪਣੇ ਖਰਚੇ ਤੇ ਅਸੀਂ ਜਾਵਾਂਗੇ ਜ਼ਰੂਰ ਜਾਵਾਂਗੇ ਅਮਰੀਕਾ ਵੀ ਜ਼ਰੂਰ ਜਾਵਾਂਗੇ ਸੱਜਣਾਂ ਨੂੰ, ਸਾਡੇ ਦਰਸ਼ਕਾਂ ਨੂੰ। ਤੇ ਫਿਲਹਾਲ ਆਪਾਂ ਚਾਲੇ ਪਾਈਏ, ਬਿਲਕੁਲ, ਤੇ ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾਈਏ। ਬਿਲਕੁਲ, ਤੇ ਇਸ ਵਾਅਦੇ ਦੇ ਨਾਲ ਕਿ ਅਗਲਾ ਐਪੀਸੋਡ ਲੈ ਕੇ ਫਿਰ ਆਵਾਂਗੇ। ਤੇ ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਤਰ੍ਹਾਂ ਜੁੜੇ ਰਹੋ ਪੰਜਾਬ ਮੇਲ USA TV ਦੇ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।